ਪਿਆਰੇ ਬੱਚਿਓ, ਅੱਜ ਦਾ ਆਪਣਾ ਟੌਪਿਕ ਆ ਭਾਰਤ ਵਿੱਚ ਉਦਯੋਗਿਕ ਵਿਕਾਸ, ਇੰਡਸਟਰੀਅਲ ਡਿਵੈਲਪਮੈਂਟ ਇਨ ਇੰਡੀਆ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਵੀ ਇੰਡਸਟਰੀ ਜਾਂ ਇੰਡਸਟਰੀਲਾਈਜੇਸ਼ਨ ਕੀ ਆ। ਦੇਖੋ ਲਿਖਿਆ ਆ, ਤੇਜ਼ ਉਦਯੋਗੀਕਰਨ ਦੀ ਲੋੜ, ਨੀਡ ਫਾਰ ਰੈਪਿਡ ਇੰਡਸਟਰੀਲਾਈਜੇਸ਼ਨ। ਉਦਯੋਗੀਕਰਨ ਜਾਂ ਇੰਡਸਟਰੀਲਾਈਜੇਸ਼ਨ ਆਪਾਂ ਕਿਸ ਨੂੰ ਕਹਿੰਦੇ ਹਾਂ? ਹੁਣ ਬੱਚੇ ਅਕਸਰ ਆਪਾਂ ਪੜ੍ਹਿਆ ਆ, ਸੁਣਿਆ ਆ, ਸਾਡੇ ਟੀਚਰਸ ਨੇ ਸਾਨੂੰ ਦੱਸਿਆ ਆ ਵੀ ਕੋਈ ਟਾਈਮ ਸੀ ਜਦੋਂ ਸਾਰਾ ਸਮਾਨ ਅਸੀਂ ਘਰ 'ਚ ਹੀ ਬਣਾਉਂਦੇ ਸੀ। ਆਪਣੀ ਜੋ ਵੀ ਅਸੀਂ ਯੂਜ਼ ਕਰਨਾ ਸੀਗਾ, ਭਾਵੇਂ ਉਹ ਕੱਪੜੇ ਸੀ, ਭਾਵੇਂ ਉਹ ਬੂਟ ਸੀ, ਭਾਵੇਂ ਖਾਣ ਪੀਣ ਦਾ ਸਮਾਨ ਸੀ, ਜਾਂ ਅਸੀਂ ਕੋਈ ਬਰਤਨ ਸੀ, ਹਰੇਕ ਚੀਜ਼ ਸਾਡੇ ਘਰ 'ਚ ਹੀ ਬਣਦੀ ਸੀ। ਤਾਂ ਜਦੋਂ ਅਸੀਂ ਉਹ ਸਮਾਨ ਜਿਹੜਾ ਬਾਹਰੋਂ ਬਣਵਾਉਣ ਲੱਗ ਪਏ, ਕਿਸੇ ਫੈਕਟਰੀ ਦੇ ਵਿੱਚ ਬਣਨ ਲੱਗ ਪਿਆ, ਕੁਛ ਮਸ਼ੀਨਾਂ ਤੋਂ ਬਣਨ ਲੱਗ ਪਿਆ, ਅਤੇ ਉਹਨੂੰ ਹੀ ਇੰਡਸਟਰੀਲਾਈਜੇਸ਼ਨ ਦਾ ਨਾਂ ਦਿੱਤਾ ਜਾਂਦਾ ਹੈ। ਹੁਣ ਤੁਸੀਂ ਦੇਖੋਗੇ ਵੀ ਪੁਰਾਣੇ ਸਮੇਂ 'ਚ ਬਿਜਲੀ ਨਹੀਂ ਹੁੰਦੀ ਸੀ, ਅਤੇ ਬਿਜਲੀ ਦੇ ਬਦਲ ਦੇ ਰੂਪ ਵਿੱਚ ਆਪਾਂ ਕੀ ਵਰਤਦੇ ਸੀ? ਜਾਂ ਤਾਂ ਅਸੀਂ ਦੀਵਾ ਬਾਲਦੇ ਸੀ, ਜਾਂ ਅਸੀਂ ਮਸ਼ਾਲ ਵਾਂਗੂ ਉੱਤੇ ਅੱਗ ਉਹਦੇ 'ਤੇ ਲਾ ਦਿੰਦੇ ਸੀ। ਇੱਦਾਂ ਕਰਕੇ ਅਸੀਂ ਜਿਹੜਾ ਆ ਉਹ ਰੌਸ਼ਨੀ ਕਰਦੇ ਸੀ। ਅਤੇ ਉਹ ਰੌਸ਼ਨੀ ਕਿੱਦਾਂ ਹੁੰਦੀ ਸੀ? ਅਸੀਂ ਤੇਲ ਦੀ ਵਰਤੋਂ ਕਰਦੇ ਸੀ। ਤੇਲ ਜਿਹੜਾ ਆ, ਅਸੀਂ ਜਿਹੜਾ ਆ ਸਰੋਂ ਦੇ ਬੀਜ ਜਾਂ ਹੋਰ ਬੀਜਾਂ ਨੂੰ ਜਿਹੜਾ ਆ ਉਹਨੂੰ ਵੀ ਅਸੀਂ ਘਰ ਦੇ ਵਿੱਚ ਹੀ ਉਹਨੂੰ, ਜਦੋਂ ਅਸੀਂ ਉਹਨੂੰ ਘਾਣੀ ਟਾਈਪ ਚੀਜ਼ ਹੁੰਦੀ ਸੀ, ਉਹਦੇ ਵਿੱਚੋਂ ਅਸੀਂ ਉਹਨੂੰ ਮਸਲ ਕੇ, ਉਹਨੂੰ ਕੁੱਟ ਕੇ, ਉਹਨੂੰ ਬਰੀਕ ਕਰਕੇ ਉਹਦੇ ਵਿੱਚੋਂ ਤੇਲ ਕੱਢਦੇ ਸੀ, ਉਹਨੂੰ ਯੂਜ਼ ਕਰਦੇ ਖਾਣ। ਈਵਨ ਦਵਾਈ ਵੀ ਜਿਹੜੀ ਸੀ ਉਹ ਘਰਾਂ ਦੇ ਵਿੱਚ ਹੀ ਤਿਆਰ ਕੀਤੀ ਜਾਂਦੀ। ਕੋਈ ਵੀ ਚੀਜ਼ ਐਸੀ ਨਹੀਂ ਸੀ ਜਿਹੜੀ ਚੀਜ਼ ਘਰ ਤੋਂ ਬਾਹਰ, ਜਾਂ ਤੁਸੀਂ ਜਿਸ ਜਗ੍ਹਾ 'ਚ ਰਹਿੰਦੇ ਹੋ, ਜਿਸ ਪਿੰਡ 'ਚ ਰਹਿੰਦੇ ਹੋ, ਉਹਦੇ ਤੋਂ ਬਾਹਰੋਂ ਕੋਈ ਮੰਗਵਾਈ ਜਾਂਦੀ ਸੀ, ਕਿਉਂਕਿ ਬਾਹਰੋਂ ਮੰਗਵਾਉਣ ਦਾ ਕੋਈ ਸੋਰਸ ਹੈ ਨਹੀਂ ਸੀ ਸਾਡੇ ਕੋਲ। ਅਤੇ ਜਦੋਂ ਇਹ ਚੀਜ਼ਾਂ ਘਰ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਇੱਕ ਜਗ੍ਹਾ ਦੇ ਵਿੱਚ ਜਾ ਕੇ ਮਿਲਣ ਲੱਗ ਪਈਆਂ, ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ, ਉਹਨੂੰ ਆਪਾਂ ਇੰਡਸਟਰੀਲਾਈਜੇਸ਼ਨ ਦਾ ਨਾਂ ਦਿੰਦੇ ਹਾਂ। ਤਾਂ ਇਹ ਜਿਹੜਾ ਸਮਾਂ ਹੈ ਨਾ, ਇਹਦੇ ਵਿੱਚ ਜਦੋਂ ਇੰਡਸਟਰੀਲਾਈਜੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਉਦਯੋਗੀਕਰਨ ਦੀ ਗੱਲ ਕੀਤੀ ਜਾਂਦੀ ਹੈ, ਉਹ ਸਮਾਂ ਸੀ ਬੱਚਿਓ 1760 ਤੋਂ ਲੈ ਕੇ 1870 ਤੱਕ ਦਾ। ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਜਿਹੜਾ ਆ ਉਦਯੋਗਿਕ ਕ੍ਰਾਂਤੀ ਆਈ, ਅਤੇ ਉਸ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਹੀ ਸਾਰੇ ਸੰਸਾਰ ਦੇ ਵਿੱਚ ਜਿਹੜਾ ਉਦਯੋਗੀਕਰਨ ਦਾ ਫੈਲਾਅ ਹੋਇਆ। ਅਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਸੀ, ਕਿਉਂਕਿ ਇੰਗਲੈਂਡ ਉਸ ਵੇਲੇ ਉਸਨੇ ਸਾਰੇ ਵਿਸ਼ਵ ਦੇ ਉੱਤੇ, ਅੱਧੇ ਵਿਸ਼ਵ 'ਤੇ ਕਬਜ਼ਾ ਕੀਤਾ ਹੋਇਆ ਸੀਗਾ। ਉਹ ਕੀ ਕਰਦਾ ਸੀਗਾ ਵੀ ਦੂਜੇ ਦੇਸ਼ਾਂ ਦੇ ਉਹ ਰਾ ਮਟੀਰੀਅਲ, ਕੱਚਾ ਮਾਲ ਮੰਗਾ ਕੇ ਉਸ ਕੱਚੇ ਮਾਲ ਨੂੰ ਜਿਹੜਾ ਆ ਆਪਣੇ ਦੇਸ਼ ਦੇ ਵਿੱਚ ਉਹਨੂੰ ਬਣਾ ਕੇ, ਉਹਨੂੰ ਤਿਆਰ ਕਰਕੇ ਫਿਰ ਦੁਬਾਰਾ ਵੇਚਦਾ ਸੀ ਉੱਥੇ ਜਾ ਕੇ। ਸੋ ਇਹ ਪ੍ਰੋਸੈਸ ਸੀਗਾ ਜਿਹਨੂੰ ਆਪਾਂ ਇੰਡਸਟਰੀਲਾਈਜੇਸ਼ਨ ਕਹਿ ਸਕਦੇ ਹਾਂ। ਤਾਂ ਉਸ ਤੋਂ ਅਗਲੀ ਗੱਲ ਜਿਹੜੀ ਹੈ ਵੀ ਤੇਜ਼ ਉਦਯੋਗੀਕਰਨ ਦੀ ਲੋੜ। ਵੀ ਇੱਕ ਤਾਂ ਹੁੰਦਾ ਵੀ ਉਦਯੋਗੀਕਰਨ, ਇੱਕ ਹੁੰਦਾ ਤੇਜ਼ ਦੀ ਕਿਉਂ ਲੋੜ ਹੈ, ਕਿਸ ਕਰਕੇ ਲੋੜ ਹੈ, ਉਹਦੇ ਕੁਛ ਕਾਰਨ ਆ, ਉਹ ਆਪਾਂ ਪੜ੍ਹਦੇ ਹਾਂ ਡਿਟੇਲ ਦੇ ਵਿੱਚ ਬੱਚੇ ਹੌਲੀ ਹੌਲੀ। ਸਭ ਤੋਂ ਪਹਿਲਾ ਕਾਰਨ ਹੈ ਸੰਤੁਲਿਤ ਅਰਥ ਵਿਵਸਥਾ। ਅਰਥ ਵਿਵਸਥਾ, ਬੈਲੈਂਸ ਇਕੋਨਮੀ। ਠੀਕ ਹੈ, ਅਰਥ ਵਿਵਸਥਾ ਦਾ ਮਤਲਬ ਇਹ ਆ ਵੀ ਜਦੋਂ ਵੀ ਅਸੀਂ ਕਿਸੇ ਤਰ੍ਹਾਂ ਦਾ ਐਸਾ ਸਟਰਕਚਰ ਬਣਾਉਂਦੇ, ਐਸਾ ਢਾਂਚਾ ਬਣਾਉਂਦੇ ਜਿਹਦੇ ਵਿੱਚ ਸਾਡੇ ਕੋਲ ਪੈਸੇ ਆਉਂਦੇ ਆ, ਜਾਂਦੇ ਆ, ਚੀਜ਼ਾਂ ਬਣਦੀਆਂ ਆ, ਵਿਕਦੀਆਂ ਆ, ਇਹ ਸਾਰਾ ਸਿਸਟਮ ਜਿਹਦੇ ਵਿੱਚ ਚੱਲਦਾ, ਉਹਨੂੰ ਆਪਾਂ ਅਰਥ ਵਿਵਸਥਾ ਕਹਿੰਦੇ, ਜਿਹਦਾ ਸੰਬੰਧ ਧਨ ਦੇ ਨਾਲ ਆ ਜਾਂ ਪੈਸੇ ਦੇ ਨਾਲ ਆ। ਇਸ ਚੀਜ਼ ਨੂੰ ਜਿਹੜਾ ਆ ਆਪਾਂ ਵੱਖਰੇ ਤੌਰ 'ਤੇ ਪਹਿਲਾਂ ਹੀ ਕਰ ਚੁੱਕੇ ਹਾਂ। ਤਾਂ ਪਹਿਲਾ ਪੁਆਇੰਟ ਹੈ ਸੰਤੁਲਿਤ ਅਰਥ ਵਿਵਸਥਾ। ਜੇਕਰ ਸਾਡੇ ਦੇਸ਼ ਦੇ ਵਿੱਚ ਤੇਜ਼ ਉਦਯੋਗੀਕਰਨ ਹੋਵੇ ਤਾਂ ਕੀ ਆ, ਉਹਦੀ ਸਭ ਤੋਂ ਵੱਧ ਫਾਇਦਾ ਇਹ ਹੁੰਦਾ ਵੀ ਅਰਥ ਵਿਵਸਥਾ ਸੰਤੁਲਿਤ ਹੁੰਦੀ। ਕਿਵੇਂ? ਦੋ ਚੀਜ਼ਾਂ ਇਹਦੇ ਵਿੱਚ ਦੇਖੋ, ਇੱਕ ਹੈਗਾ ਖੇਤੀਬਾੜੀ, ਇੱਕ ਹੈਗਾ ਉਦਯੋਗ। ਉਦਯੋਗ ਸਮਝ ਕੇ ਚੱਲਿਓ ਤੁਸੀਂ, ਵਰਡ ਕੁਛ ਉੱਦਾਂ ਦਾ ਜਿਹੜੇ ਬੱਚਿਆਂ ਨੂੰ ਨਹੀਂ ਕਲੀਅਰ ਹੈਗਾ। ਉਦਯੋਗ ਦਾ ਮਤਲਬ ਫੈਕਟਰੀ ਜਿਹਦੇ ਵਿੱਚ ਕੋਈ ਚੀਜ਼ ਬਣਦੀ ਆ, ਉਹਨੂੰ ਅਸੀਂ ਉਦਯੋਗ ਕਹਿੰਦੇ ਹਾਂ। ਹੁਣ ਕੀ ਆ ਵੀ ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਜਦੋਂ ਉਦਯੋਗ ਨਹੀਂ ਸੀਗੇ ਜਾਂ ਥੋੜ੍ਹੇ ਸੀਗੇ, ਤਾਂ ਉਹਦੇ ਵਿੱਚ ਕੀ ਹੋਇਆ ਵੀ ਸਾਰੇ ਲੋਕ ਜਿਹੜੇ ਖੇਤੀ 'ਤੇ ਨਿਰਭਰ ਕਰਦੇ ਸੀ। 70 ਤੋਂ 80% ਲੋਕ ਜਿਹੜੇ ਖੇਤੀ ਦੇ ਵਿੱਚ ਕੰਮਾਂ ਵਿੱਚ ਹੀ ਲੱਗੇ ਹੋਏ ਸੀ, ਉੱਥੋਂ ਹੀ ਆਪਣਾ ਜੀਵਨ ਦਾ ਗੁਜ਼ਾਰਾ ਕਰਦੇ ਸੀ। ਹੌਲੀ ਹੌਲੀ ਜਦੋਂ ਉਦਯੋਗ ਲੱਗਣੇ ਸ਼ੁਰੂ ਹੋ ਗਏ, ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਲੋਕ ਖੇਤੀ ਤੋਂ ਹਟ ਕੇ ਉਦਯੋਗਾਂ ਵਾਲੇ ਪਾਸੇ ਜਾਣ ਲੱਗ ਪਏ, ਅਤੇ ਜਿਹੜੀ ਅਰਥ ਵਿਵਸਥਾ ਆ ਉਹ ਬੈਲੈਂਸ ਹੋਣ ਲੱਗ ਪਈ। ਯਾਨੀ ਸਾਰਾ ਭਾਰ ਖੇਤੀ 'ਤੇ ਪਿਆ ਹੋਇਆ ਸੀਗਾ, ਹੁਣ ਉਹ ਭਾਰ ਥੋੜ੍ਹਾ ਘੱਟ ਕੇ ਹੌਲੀ 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 ਜਿਹੜਾ ਆ ਉਹ ਉਦਯੋਗਾਂ ਦੇ ਉੱਤੇ ਵੀ ਪੈਣ ਲੱਗ ਪਿਆ, ਅਤੇ ਉਹ ਦੋਵੇਂ ਚੀਜ਼ਾਂ ਹੌਲੀ ਹੌਲੀ ਬਰਾਬਰੀ ਵੱਲ ਨੂੰ ਜਾ ਰਹੀਆਂ ਹਨ। ਹੁਣ ਤੁਸੀਂ ਦੇਖੋ, ਆਹ ਖੇਤੀਬਾੜੀ, ਸਾਰਾ ਭਾਰਤ ਹਰਾ ਹਰਾ ਨਜ਼ਰ ਆ ਰਿਹਾ, ਅਤੇ ਖੇਤੀ ਹੀ
ਸਾਰਾ ਸਿਸਟਮ ਜਿਹੜਾ ਸਾਡਾ ਚੱਲਦਾ ਪਿਆ, ਖੇਤੀ 'ਤੇ ਹੀ ਸਾਰੇ ਲੋਕ ਡਿਪੈਂਡੈਂਟ ਹੈਗੇ। ਆਹ ਦੇਖੋ ਕੁਛ ਡਾਟਾ ਹੈ ਮੇਰੇ ਕੋਲ, ਇਹਦੇ ਵਿੱਚ 1524 ਸਾਲ ਦੇ ਵਰਕਰ ਹੈਗੇ। ਸਾਲ ਲਿਖੇ 1983, 94, 93, 94, 4, 5 ਅਤੇ 7, 8। ਥੱਲੇ ਡਿਟੇਲ ਲਿਖੀ ਹੋਈ ਆ ਐਗਰੀਕਲਚਰ, ਨੋਨ ਐਗਰੀਕਲਚਰ। ਐਗਰੀਕਲਚਰ ਵਿੱਚ ਜਿਹੜੇ ਖੇਤੀ ਦੇ ਲੱਗੇ, ਨੋਨ ਐਗਰੀਕਲਚਰ ਜਿਹੜੇ ਖੇਤੀ ਤੋਂ ਬਿਨਾਂ, ਦੋ ਚੀਜ਼ਾਂ ਨੂੰ ਫਿਰ ਨੋਨ ਐਗਰੀਕਲਚਰ ਨੂੰ ਅੱਗੇ ਫਿਰ ਵੰਡਿਆ ਹੋਇਆ। ਤੁਸੀਂ ਦੇਖੋਗੇ 83 ਵਿੱਚ 68.6% ਜਿਹੜੇ ਲੋਕ ਸੀਗੇ ਉਹ ਖੇਤੀ 'ਚ ਲੱਗੇ ਸੀ, ਯਾਨੀ 100 ਦੇ ਵਿੱਚੋਂ 68 ਬੰਦੇ ਜਿਹੜੇ ਆ ਉਹ ਖੇਤੀ 'ਤੇ ਹੀ ਕੰਮ ਕਰਦੇ ਪਏ ਸੀ, ਖੇਤੀ ਦੇ ਰੁਜ਼ਗਾਰ 'ਚ ਹੀ ਲੱਗੇ ਸੀ। 93, 94 'ਚ ਥੋੜ੍ਹੀ ਘੱਟ ਗਈ, 66 ਹੋ ਗਿਆ। 4, 5 ਵਿੱਚ 56 ਹੋ ਗਈ, 7, 8 ਦੇ ਵਿੱਚ 54 ਹੋ ਗਈ। ਠੀਕ ਹੈ, ਇਹ ਗਿਣਤੀ ਜਿਹੜੀ ਹੌਲੀ ਹੌਲੀ ਘਟਦੀ ਜਾ ਰਹੀ ਹੈ, ਕਿਉਂਕਿ ਇੱਕ ਤਾਂ ਖੇਤੀ ਦਾ ਸੈਕਟਰ ਘਟਦਾ ਜਾ ਰਿਹਾ, ਕਿਉਂਕਿ ਉਹ ਖੇਤੀ ਜਿਹੜੇ ਖੇਤਾਂ 'ਚ ਆਪਾਂ ਕਰਦੇ ਸੀਗੇ ਉਹਨਾਂ 'ਤੇ ਲੋਕ ਘਰ ਬਣਾ ਰਹੇ ਆ, ਫੈਕਟਰੀਆਂ ਬਣਾ ਰਹੇ ਆ, ਜਾਂ ਇੱਦਾਂ ਕਰਕੇ ਉਹ ਇਨਫਰਾਸਟਰਕਚਰ ਦੇ ਵਿੱਚ ਉਹ ਚੀਜ਼ਾਂ ਯੂਜ਼ ਹੋ ਰਹੀਆਂ, ਸੜਕਾਂ ਬਣਦੀਆਂ ਜਾ ਰਹੀਆਂ, ਉਹ ਵੀ ਘਟਦਾ ਜਾ ਰਿਹਾ। ਅਤੇ ਲੋਕ ਵੀ ਹੌਲੀ ਹੌਲੀ ਪੜ੍ਹ ਲਿਖ ਕੇ ਥੋੜ੍ਹਾ ਜਿਹਾ ਸਿਆਣੇ ਹੋਣ ਲੱਗ ਪਏ ਆ, ਉਹ ਆਪਣੇ ਘਰਾਂ 'ਚ ਕੋਈ ਰੁਜ਼ਗਾਰ ਖੋਲ੍ਹਣ ਲੱਗ ਪਏ ਆ, ਜਾਂ ਉਹ ਬਾਹਰ ਜਾਣ ਲੱਗ ਪਏ ਆ, ਜਾਂ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਨ ਲੱਗ ਪਏ। ਇਸ ਕਰਕੇ ਜਿਹੜਾ ਥੋੜ੍ਹਾ ਜਿਹਾ ਭਾਰ ਖੇਤੀ ਸੈਕਟਰ ਤੋਂ ਮੂਵ ਹੋ ਕੇ ਉੱਧਰਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ ਆ। ਸੋ ਦੂਜਾ ਪੁਆਇੰਟ ਇਹ ਆ ਸਾਡੇ ਕੋਲ, ਇੰਕਰੀਜ਼ ਇਨ ਇੰਪਲੋਇਮੈਂਟ। ਇੰਕਰੀਜ਼ ਇਨ ਇੰਪਲੋਇਮੈਂਟ, ਹੁਣ ਪਹਿਲਾਂ ਤਾਂ ਲੋਕ ਸਾਰੇ ਖੇਤੀ ਦੇ, ਹੁਣ ਪਹਿਲਾਂ ਆਪਾਂ ਪੜ੍ਹ ਚੁੱਕੇ ਆ ਛੁਪੀ ਹੋਈ ਬੇਰੁਜ਼ਗਾਰੀ, ਜਿਹਦੇ ਵਿੱਚ ਇੱਕ ਘਰ ਦੇ ਵਿੱਚ ਹੀ ਲੋਕ ਜਿਹੜੇ 10 ਬੰਦੇ ਆ ਉਹ 2 ਖੇਤਾਂ 'ਤੇ ਕੰਮ 'ਚ ਲੱਗੇ। ਐਂ ਲੱਗਦਾ ਵੀ ਸਾਰੇ ਦੇ ਸਾਰੇ ਉਹ ਖੇਤੀ ਦੇ ਵਿੱਚ ਕੰਮ 'ਚ ਲੱਗੇ, ਪਰ ਅਸਲ ਦੇ ਵਿੱਚ ਉਹਨੇ ਬੰਦਿਆਂ ਦੀ ਲੋੜ ਨਹੀਂ, ਉਹਨੂੰ ਆਪਾਂ ਡਿਸਗਾਈਜ਼ਡ ਅਨਇੰਪਲੋਇਮੈਂਟ ਕਹਿੰਦੇ ਆ, ਜਾਂ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਆ। ਹੁਣ ਉੱਥੋਂ ਜਿਹੜੇ ਬੰਦੇ ਚੱਕ ਕੇ ਉਹ ਸਾਰੇ ਬੰਦੇ ਕਿੱਥੇ ਜਾਣ ਲੱਗ ਪਏ ਆ, ਉਹ ਫੈਕਟਰੀਆਂ ਜਾਣ ਲੱਗ ਪਏ। ਬੱਚੋ ਤੁਸੀਂ ਦੇਖੋ, ਆਪਾਂ ਭਲੱਥ ਦੇ ਆਲੇ ਦੁਆਲੇ ਵਾਲੇ ਇਲਾਕੇ 'ਚ ਰਹਿੰਦੇ ਹਾਂ, ਸਾਡੇ ਕੋਲ ਇੱਕ ਬਹੁਤ ਵੱਡੀ ਫੈਕਟਰੀ ਆ ਹਮੀਰਾ ਮਿੱਲ, ਜਿਹਨੂੰ ਆਪਾਂ ਕਹਿੰਦੇ ਹਾਂ ਡਿਸਟਿਲਰੀ ਜਿਹੜੀ ਹੈਗੀ। ਉੱਥੇ ਬਹੁਤ ਸਾਰੇ ਲੋਕ ਤੁਹਾਡੇ ਪਿੰਡਾਂ ਦੇ ਵਿੱਚੋਂ, ਤੁਹਾਡੇ ਘਰਾਂ ਦੇ ਵਿੱਚੋਂ ਵੀ ਕੰਮ 'ਤੇ ਜਾਂਦੇ ਆ। ਹੁਣ ਦੇਖੋ, ਇੱਕ ਇੰਡਸਟਰੀ ਦੇ ਵਿੱਚ ਕਿੰਨੇ ਹੀ ਲੋਕ ਜਿਹੜੇ, ਹਜ਼ਾਰਾਂ ਹੀ ਲੋਕ ਉੱਥੇ ਕੰਮ 'ਤੇ ਜਾਂਦੇ, ਵਾਰੋ ਵਾਰੀ ਜਾਂਦੇ, ਸਾਰੇ ਕੰਮ ਕਰਦੇ ਆ। ਉਹ ਖੇਤੀ ਵੀ ਕਰਦੇ ਆ ਅਤੇ ਨਾਲ ਦੇ ਨਾਲ ਫੈਕਟਰੀ ਦੇ ਵਿੱਚ ਕੰਮ ਵੀ ਕਰਦੇ। ਇੱਕ ਬਹੁਤ ਵਧੀਆ ਉਦਾਹਰਨ ਹੈਗੀ ਆ, 2009-10 ਦੇ ਵਿੱਚ ਸਾਡੇ ਕੋਲ ਜਿੰਨੇ ਵੀ ਰੁਜ਼ਗਾਰ ਸੀ ਉਹਦਾ 21.9% ਜਿਹੜਾ ਉਹ ਇੰਡਸਟਰੀ ਦੇ ਵਿੱਚ ਸੀ, ਫੈਕਟਰੀਆਂ ਸੀ। ਹੁਣ ਆਹ ਇੱਕ ਡਾਟਾ ਦੇਖੋ, ਆਹ ਜਿਹੜਾ ਤੁਹਾਨੂੰ ਹਰਾ ਹਰਾ ਇਲਾਕਾ ਨਜ਼ਰ ਆ ਰਿਹਾ ਸਾਰਾ, ਇਹ ਕੀ ਆ? ਇਹ ਸਾਰਾ ਖੇਤੀ 'ਤੇ, ਯਾਨੀ ਇੰਨੇ ਲੋਕ ਜਿਹੜੇ ਆ, ਇਹ 53% ਲੋਕ ਜਿਹੜੇ ਖੇਤੀ ਦੇ ਕੰਮਾਂ ਵਿੱਚ ਲੱਗੇ ਹੋਏ ਆ। ਅਤੇ ਉਸ ਤੋਂ ਬਾਅਦ ਉਦਯੋਗਾਂ ਦੇ ਵਿੱਚ ਜਿਹੜੇ ਆ ਦੇਖੋ 13% ਲੋਕ ਹੈਗੇ ਆ, 12-13% ਆ। ਫਿਰ ਕੰਸਟਰਕਸ਼ਨ ਹੁੰਦਾ, ਜਿਹੜਾ ਮਕਾਨ ਬਣਾਉਣਾ, ਫਿਰ ਵਪਾਰ ਆ, ਫਿਰ ਟਰਾਂਸਪੋਰਟ ਆ, ਹੋਰ ਕਈ ਸੈਕਟਰ ਸਾਰੇ ਦੇ ਸਾਰੇ 'ਚ ਦਿੱਤੇ ਹੋਏ ਆ, ਜਿਨ੍ਹਾਂ 'ਚ ਲੋਕ ਕੰਮ 'ਤੇ ਲੱਗੇ ਹੋਏ ਆ। ਉਸ ਤੋਂ ਬਾਅਦ ਸਾਡੇ ਕੋਲ ਡਿਟੇਲ ਅਗਲੀ ਆ ਜਾਂਦੀ ਆ 2020 ਦੀ, ਅਤੇ ਸਾਲ ਨਹੀਂ ਲਿਖਿਆ ਹੋਇਆ ਇਹਦੇ। 2020 'ਚ ਆਹ ਦੇਖੋ, ਖੇਤੀ ਸੈਕਟਰ ਵਾਲਾ ਜਿਹੜਾ ਏਰੀਆ ਆ ਉਹ 53 ਤੋਂ ਵੀ ਘੱਟ ਕੇ 30% ਦੇ ਲਾਗੇ ਆ ਗਿਆ। ਯਾਨੀ ਲੋਕ ਹੌਲੀ ਹੌਲੀ, ਇਹ ਡਿਟੇਲ ਜਿਹੜੀ ਘਟਦੀ ਜਾ ਰਹੀ ਹੈ, ਯਾਨੀ ਖੇਤੀ 'ਤੇ ਬੋਝ ਜਿਹੜਾ ਖੇਤੀ ਖੇਤਰ 'ਤੇ ਉਹ ਘਟਦਾ ਜਾ ਰਿਹਾ। ਬਾਕੀ ਖੇਤਰਾਂ ਦੇ ਵਿੱਚ ਜਿਹੜਾ ਉਸ ਚੀਜ਼ ਨੂੰ ਵਾਧਾ ਹੁੰਦਾ ਜਾ ਰਿਹਾ। ਬਾਕੀ ਸਾਰੀ ਸਰਵਿਸ, ਸਾਰਾ ਕੁਛ ਇਹਦੇ ਵਿੱਚ ਡਿਟੇਲ ਹੋਰ ਵੀ ਦਿੱਤੀ ਹੋਈ ਆ। ਹੁਣ ਤੀਸਰਾ ਪੁਆਇੰਟ ਹੈਗਾ ਵੀ ਸਾਨੂੰ ਤੇਜ਼ ਉਦਯੋਗੀਕਰਨ ਦੀ ਲੋੜ ਹੈ। ਉਹਦੇ ਵਿੱਚ ਹੈਗਾ ਵੀ ਰਾਸ਼ਟਰੀ ਆਮਦਨ ਵਿੱਚ ਵਾਧਾ। ਰਾਸ਼ਟਰੀ ਆਮਦਨ ਦੇ ਵਿੱਚ ਵਾਧਾ, ਯਾਨੀ ਰਾਸ਼ਟਰੀ ਆਮਦਨ ਪੜ੍ਹ ਚੁੱਕੇ ਹਾਂ ਵੀ ਸਾਡੇ ਦੇਸ਼ ਦੀ ਆਮਦਨ, ਸਾਡੇ ਦੇਸ਼ ਦੇ ਸਾਰੇ ਲੋਕਾਂ ਦੀ ਇੱਕ ਸਾਲ ਦੀ ਆਮਦਨ ਜਿਹੜੀ ਉਹਨੂੰ ਰਾਸ਼ਟਰੀ ਆਮਦਨ ਕਹਿੰਦੇ ਆ, ਉਹਦੇ ਵਿੱਚ ਵੀ ਵਾਧਾ ਹੁੰਦਾ। ਅਤੇ ਭਾਰਤ ਦੀ ਰਾਸ਼ਟਰੀ ਆਮਦਨ ਵਿੱਚ ਉਦਯੋਗਾਂ ਦਾ ਪ੍ਰਤੀਸ਼ਤ 28% ਇਸ ਵੇਲੇ ਹੈਗਾ। ਯਾਨੀ ਜੇਕਰ 100 ਰੁਪਏ ਸਾਡਾ ਦੇਸ਼ ਕਮਾਉਂਦਾ ਆ, ਅਤੇ 28 ਰੁਪਏ ਉਹਦੇ ਵਿੱਚ ਉਦਯੋਗਾਂ ਦੇ ਵਿੱਚੋਂ, ਫੈਕਟਰੀਆਂ ਦੇ ਵਿੱਚੋਂ ਜਿਹੜਾ ਆ ਉਹ ਆਉਂਦੇ ਹਨ। ਹੁਣ ਆਹ ਡਿਟੇਲ ਇੱਕ ਹੈਗੀ ਹੈ ਮੇਰੇ ਕੋਲ, 2010 ਤੋਂ ਲੈ ਕੇ 2020 ਤੱਕ ਦਾ ਜਿਹੜਾ ਇਹ ਰਾਸ਼ਟਰੀ ਆਮਦਨ ਦੀ ਡਿਟੇਲ ਹੈਗੀ ਆ। ਤਾਂ ਇਹਦੇ ਵਿੱਚ ਦੇਖੋ ਤੁਸੀਂ, 2010 ਦੇ ਵਿੱਚ ਸਾਡੀ ਜਿਹੜੀ ਆਮਦਨ ਸੀਗੀ ਤਕਰੀਬਨ 90 ਲੱਖ ਕਰੋੜ ਦੇ ਲਾਗੇ ਸੀਗੀ, ਜਿਹੜੀ ਹੁਣ ਵੱਧ ਕੇ 1,40,00,000 ਇਹ ਹੈਗੀ ਹੈ 1,40,00,000 ਦੇ ਲਾਗੇ ਪਹੁੰਚ ਚੁੱਕੀ ਹੈਗੀ ਆ। ਅਤੇ ਅੱਗੇ ਆਪਾਂ ਹੋਰ ਦੇਖਦੇ ਹਾਂ ਇਹਨੂੰ ਡਿਟੇਲ ਦੇ ਵਿੱਚ। ਆਹ ਦੇਖੋ ਸੈਕਟਰ ਜਿਹੜੇ ਅਲੱਗ-ਅਲੱਗ ਦਿੱਤੇ ਹੋਏ। ਆਪਾਂ ਜਿਸ ਦੀ ਗੱਲ ਕਰਨੀ ਆ ਉਹ ਸਾਡਾ ਸੈਕਟਰ ਹੈਗਾ ਮੈਨੂਫੈਕਚਰਿੰਗ ਸੈਕਟਰ। ਮੈਨੂਫੈਕਚਰਿੰਗ ਜਿਹੜੀ ਚੀਜ਼, ਮੈਨੂਫੈਕਚਰ ਦਾ ਮਤਲਬ ਚੀਜ਼ ਨਵੀਂ ਤਿਆਰ ਕਰਨੀ, ਉਹ ਕਿੱਥੋਂ ਤਿਆਰ ਹੁੰਦੀ? ਫੈਕਟਰੀਆਂ 'ਚ ਤਿਆਰ ਹੁੰਦੀ ਹੈ। ਤਾਂ ਮੈਨੂਫੈਕਚਰਿੰਗ ਸੈਕਟਰ ਜਿਹੜਾ ਸਾਡਾ ਇਸ ਵੇਲੇ ਇਸ ਜਗ੍ਹਾ ਦੇ ਉੱਤੇ ਆ ਦੇਖੋ, ਆ
ਤਾਂ ਇਸ ਇੰਨੇ 2011-12 ਤੋਂ ਲੈ ਕੇ 17-18 ਦੇਖੋ ਇੱਥੇ ਤੁਸੀਂ ਦੇਖੋਗੇ ਇਹ ਏਰੀਆ ਘੱਟ ਆ, ਇੱਥੇ ਆ ਕੇ ਇਹ ਥੋੜ੍ਹਾ ਏਰੀਆ ਵੱਧਦਾ ਜਾ ਰਿਹਾ, ਯਾਨੀ ਮੈਨੂਫੈਕਚਰਿੰਗ ਦੇ ਵਿੱਚ ਜਿਹੜਾ ਨੈਸ਼ਨਲ ਇਨਕਮ ਦੇ ਵਿੱਚ ਜਿਹੜਾ ਆ ਸਾਡੀ ਮੈਨੂਫੈਕਚਰਿੰਗ ਇੰਡਸਟਰੀ ਦਾ ਜਿਹੜਾ ਹਿੱਸਾ ਆ ਉਹ ਹੌਲੀ ਹੌਲੀ ਲਗਾਤਾਰ ਵੱਧਦਾ ਜਾ ਰਿਹਾ ਆ। ਆਹ ਦੇਖੋ ਆਹ ਹੈਗਾ 1,20,000 ਕਰੋੜ ਜਿਹੜੀ ਸਾਡੀ ਇੰਡੀਆ ਦੀ ਨੈਸ਼ਨਲ ਇਨਕਮ ਸੀਗੀ 17-18 ਦੇ ਵਿੱਚ। ਉਹਦੇ ਵਿੱਚੋਂ ਜੇਕਰ ਆਪਾਂ ਇੰਡਸਟਰੀ ਦੀ ਗੱਲ ਕਰੀਏ ਤਾਂ ਇੰਨਾ ਹਿੱਸਾ ਜਿਹੜਾ ਇਹਦੇ ਵਿੱਚੋਂ ਥੋੜ੍ਹਾ ਜਿਹਾ ਜਿਹੜਾ ਹਿੱਸਾ ਉਹ ਸਾਡਾ ਤਕਰੀਬਨ ਇਹ ਉਦਯੋਗਾਂ ਦੇ ਵਿੱਚੋਂ ਆਉਂਦਾ ਆ। ਅੱਗੇ ਦੇਖਦੇ ਹਾਂ। ਚੌਥਾ ਹੈ ਭੂਮੀ ਉੱਤੇ ਜਨਸੰਖਿਆ ਦੇ ਦਬਾਅ ਦੀ ਕਮੀ। ਹੁਣ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਦੇਸ਼ ਦੇ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਆ। 70% ਜਨਸੰਖਿਆ ਖੇਤੀ ਨਿਰਭਰ ਕਰਦੀ ਹੈ। ਸਾਰੇ ਲੋਕ ਖੇਤੀ ਦੇ ਕੰਮਾਂ 'ਚ ਲੱਗੇ, ਥੋੜ੍ਹਾ ਕੰਮ ਕਰੀ ਜਾਂਦੇ ਆ। ਅਤੇ ਜੇਕਰ ਉਦਯੋਗਾਂ ਦਾ ਫੈਲਾਅ ਹੋਊਗਾ, ਵੱਧ ਤੋਂ ਵੱਧ ਉਦਯੋਗ ਲੱਗਣਗੇ ਤਾਂ ਲੋਕ ਜਿਹੜੇ ਆ ਖੇਤੀ ਸੈਕਟਰ ਤੋਂ ਮੂਵ ਕਰਕੇ ਇੰਡਸਟਰੀ ਸੈਕਟਰ ਦੇ ਵਿੱਚ ਜਾਣਗੇ ਅਤੇ ਉਹਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਊਗਾ, ਉਹਨਾਂ ਦੇ ਸਾਰਾ ਸਿਸਟਮ ਜਿਹੜਾ ਇੰਪਰੂਵ ਹੋਊਗਾ, ਲਿਵਿੰਗ ਸਟੈਂਡਰਡ ਵੀ ਵਧੂਗਾ ਜੇਕਰ ਉਦਯੋਗ ਵੱਧ ਤੋਂ ਵੱਧ ਲੱਗਣਗੇ। ਆਹ ਦੇਖੋ ਸ਼ੇਅਰ ਆਫ GDP ਇੱਕ ਵਰਡ ਹੈਗਾ ਆ, ਇਹਦਾ ਮਤਲਬ ਹੁੰਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ, ਪੰਜਾਬੀ 'ਚ ਕਹਿੰਦੇ ਸਕਲ ਘਰੇਲੂ ਉਤਪਾਦ। ਅਸਲ ਦੇ ਵਿੱਚ ਬੱਚਿਓ ਕੀ ਹੁੰਦਾ, ਦੋ ਚੀਜ਼ਾਂ ਨਾਲ ਕੈਲਕੂਲੇਟ ਹੁੰਦੀ ਆ, ਗੁਡਸ ਅਤੇ ਸਰਵਿਸਿਜ਼ ਦੇ ਨਾਲ। ਉਹਦੀ ਗੱਲ ਆਪਾਂ ਅੱਗੇ ਕਰਾਂਗੇ। ਗੁਡਸ ਹੁੰਦਾ ਵੀ ਜਿਹੜੀ ਚੀਜ਼ਾਂ ਬਣਦੀਆਂ, ਸਰਵਿਸਿਜ਼ ਹੁੰਦੀਆਂ ਸੇਵਾਵਾਂ। ਜਿਵੇਂ ਤੁਸੀਂ ਡਾਕਟਰ ਕੋਲ ਜਾਂਦੇ ਅਤੇ ਡਾਕਟਰ ਤੁਹਾਡੇ ਕੋਲ ਫੀਸ ਲੈਂਦਾ ਆ, ਡਾਕਟਰ ਸੇਵਾ ਕਰਦਾ, ਜਾਂ ਕਿਸੇ ਦਫ਼ਤਰ 'ਚ ਕੋਈ ਕੰਮ ਕਰਵਾਉਂਦੇ ਆ ਉੱਥੇ ਉਹਨੂੰ ਆਪਾਂ ਸਰਵਿਸਿਜ਼ 'ਚ ਲੈਂਦੇ ਹਾਂ। ਗੁਡਸ ਹੁੰਦਾ ਜਿਵੇਂ ਤੁਸੀਂ ਪੈੱਨ ਲੈ ਲਿਆ, ਤੁਸੀਂ ਕਾਪੀ ਲੈ ਲਈ, ਤੁਸੀਂ ਸ਼ੂਜ਼ ਲੈ ਲਏ, ਤੁਸੀਂ ਕੱਪੜੇ ਲੈ ਲਏ, ਉਹ ਗੁਡਸ ਹੈਗਾ। ਇਹ ਇੱਕ ਸਾਲ ਦੇ ਵਿੱਚ ਜਿੰਨੇ ਵੀ ਦੇਸ਼ ਦੇ ਵਿੱਚ ਜਿੰਨੀਆਂ ਵੀ ਗੁਡਸ ਅਤੇ ਸਰਵਿਸਿਜ਼ ਦੇ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਆ, ਉਹਦੇ ਟੋਟਲ ਨੂੰ ਅਸੀਂ GDP ਕਹਿੰਦੇ ਹਾਂ। ਮਤਲਬ ਇੱਕ ਸਾਲ ਦੇ ਵਿੱਚ ਜਿੰਨੀਆਂ ਵੀ ਗੁਡਸ ਜਿਹੜੀਆਂ ਬਣਨਗੀਆਂ ਉਹਨਾਂ ਦਾ ਜੋ ਰੇਟ ਆ ਉਹਦੇ ਨਾਲ ਗੁਣਾ ਕਰਕੇ, ਅਤੇ ਜਿੰਨੀਆਂ ਸੇਵਾਵਾਂ ਉਹਦਾ ਰੇਟ ਆ ਉਹਦੇ ਨਾਲ ਗੁਣਾ ਕਰਕੇ ਜੋ ਬਣੂਗਾ ਉਹਨੂੰ ਅਸੀਂ GDP ਕਹਿੰਦੇ ਹਾਂ। ਠੀਕ ਹੈ ਜੀ। ਤਾਂ ਇੱਕ ਡਿਟੇਲ ਸਾਡੇ ਕੋਲ GDP ਸ਼ੇਅਰ ਦੀ ਅਤੇ ਇੰਪਲੋਇਮੈਂਟ ਸ਼ੇਅਰ ਦੀ ਹੈਗੀ। ਤੁਸੀਂ ਦੇਖੋ ਆਹ ਸਰਵਿਸਿਜ਼ ਹੈਗੀਆਂ, ਇਹ ਸੇਵਾਵਾਂ ਆ। ਸਰਵਿਸਿਜ਼ ਦੇ ਵਿੱਚ ਜਿਹੜਾ GDP ਸ਼ੇਅਰ ਜ਼ਿਆਦਾ ਆ, ਠੀਕ ਹੈ ਨਾ। ਇੰਪਲੋਇਮੈਂਟ ਸ਼ੇਅਰ ਘੱਟ ਆ, ਯਾਨੀ ਕਹਿਣ ਦਾ ਮਤਲਬ ਆ ਘੱਟ ਬੰਦੇ ਕੰਮ 'ਤੇ ਲੱਗੇ ਹੋਏ ਆ, ਪਰ ਦੇਸ਼ ਦੀ GDP ਵਿੱਚ ਨੈਸ਼ਨਲ ਇਨਕਮ ਦੇ ਵਿੱਚ ਉਹਨਾਂ ਦਾ ਜਿਹੜਾ ਆ ਯੋਗਦਾਨ ਜ਼ਿਆਦਾ ਆ। ਇਸੇ ਤਰ੍ਹਾਂ ਤੁਸੀਂ ਅੱਗੇ ਦੇਖੋਗੇ ਐਗਰੀਕਲਚਰ ਦੇ ਵਿੱਚ ਦੇਖੋ GDP ਦੇ ਵਿੱਚ ਯੋਗਦਾਨ ਘੱਟ ਆ ਅਤੇ ਬੰਦੇ ਜ਼ਿਆਦਾ ਲੱਗੇ ਹੋਏ ਆ। ਠੀਕ ਹੈ। ਦੇਖੋ ਇੰਪਲੋਇਮੈਂਟ ਸ਼ੇਅਰ ਆ GDP ਸ਼ੇਅਰ ਆ। ਇਸੇ ਤਰ੍ਹਾਂ ਅੱਗੇ ਮੈਨੂਫੈਕਚਰਿੰਗ ਦੇ ਵਿੱਚ ਇਹਦੇ 'ਚ ਜਿੰਨੇ ਕੁ ਬੰਦੇ ਲੱਗੇ ਉਹਨਾਂ ਕੁ GDP ਵੱਧਦਾ ਪਿਆ। ਅੱਗੇ ਕੰਸਟਰਕਸ਼ਨ, ਮਾਈਨਿੰਗ, ਹੋਰ ਇਹ ਸੈਕਟਰ ਆ ਜਾਂਦੇ ਆ। ਇੱਥੋਂ ਸਾਨੂੰ ਇਹ ਪਤਾ ਲੱਗਦਾ ਆ ਵੀ ਖੇਤੀ ਖੇਤਰ ਵਿੱਚ ਬੰਦੇ ਜ਼ਿਆਦਾ ਲੱਗੇ ਆ ਅਤੇ ਆਮਦਨ ਘੱਟ ਹੋ ਰਹੀ ਆ, ਪ੍ਰੋਡਕਸ਼ਨ ਘੱਟ ਹੋ ਰਹੀ ਆ, ਅਤੇ ਇਸ ਚੀਜ਼ ਨੂੰ ਜਿਹੜਾ ਆ ਦੇਖਣ ਦੀ ਲੋੜ ਹੈਗੀ ਆ। ਅਗਲਾ ਪੁਆਇੰਟ ਹੈਗਾ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ। ਉਦਯੋਗੀਕਰਨ ਨਾਲ ਦੇਸ਼ ਵਿੱਚ ਲੋਹਾ ਇਸਪਾਤ, ਹਵਾਈ ਜਹਾਜ਼ ਸੁਰੱਖਿਆ ਸੰਬੰਧੀ ਕਈ ਉਦਯੋਗਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ, ਜਿਸ ਦਾ ਦੇਸ਼ ਦੀ ਸੁਰੱਖਿਆ ਲਈ ਬਹੁਤ ਮਹੱਤਵ ਹੁੰਦਾ ਹੈ, ਕਿਉਂਕਿ ਇਹਨਾਂ ਉਦਯੋਗਾਂ ਰਾਹੀਂ ਯੁੱਧ ਦਾ ਸਮਾਨ ਤਿਆਰ ਕੀਤਾ ਜਾ ਸਕਦਾ ਹੈ। ਹੁਣ ਦੇਖੋ ਅਗਲੀ ਗੱਲ ਕੀ ਆ। ਦੇਖੋ ਹਵਾਈ ਜਹਾਜ਼ ਹੈਗਾ ਆ, ਆਪਾਂ ਕੁਛ ਮੰਗਵਾਉਂਦੇ ਵੀ ਹਾਂ, ਹਥਿਆਰ ਆ, ਇਹ ਚੀਜ਼ਾਂ ਜਿਹੜੀਆਂ ਅਸੀਂ ਦੇਖੋ ਪਹਿਲਾਂ ਕੀ ਸੀਗਾ, ਇੱਕ ਥੋੜ੍ਹੀ ਜਿਹੀ ਡਿਟੇਲ ਤੁਹਾਨੂੰ ਦੇਖ ਲਈਏ। ਸਾਡੇ ਦੇਸ਼ ਦਾ ਇੱਕ ਟੀਚਾ ਹੈਗਾ ਜੋ ਪਾਲਿਸੀ ਬਣਾਈ ਵੀ 1.75 ਲੱਖ ਕਰੋੜ ਜਿਹੜਾ ਡਿਫੈਂਸ ਦੇ ਉੱਤੇ ਖਰਚਾ ਕਰਨਾ ਉਹਨਾਂ ਨੇ 2025 ਤੱਕ, 1.75 ਲੱਖ ਕਰੋੜ। ਅਤੇ ਅਸੀਂ ਜ਼ਿਆਦਾਤਰ ਸਮਾਨ ਤਕਰੀਬਨ ਬਾਹਰਲੇ ਦੇਸ਼ਾਂ ਤੋਂ ਹਥਿਆਰ ਵਗੈਰਾ ਮੰਗਵਾਉਂਦੇ ਹਾਂ, ਔਰ ਉਹਦੇ ਵਿੱਚ ਰੂਸ ਦਾ ਸਭ ਤੋਂ ਵੱਧ ਯੋਗਦਾਨ ਆ। 58% ਜਿਹੜਾ ਯੋਗਦਾਨ ਜਿਹੜਾ ਹੈਗਾ ਆ ਰੂਸ ਦਾ, ਯਾਨੀ 58% ਹਥਿਆਰ ਜਿਹੜੇ ਆ ਅਸੀਂ ਰੂਸ ਤੋਂ ਮੰਗਵਾਉਂਦੇ ਹਾਂ। ਠੀਕ ਹੈ ਜੀ। ਅਤੇ ਭਾਰਤ ਇੱਕ ਐਸਾ ਦੇਸ਼ ਹੈ ਜਿਹੜਾ ਦੂਜੇ ਨੰਬਰ 'ਤੇ ਆ, ਸਭ ਤੋਂ ਵੱਡਾ ਇੰਪੋਰਟਰ ਆ। ਇੰਪੋਰਟਰ ਮਤਲਬ ਮੰਗਵਾਉਂਦਾ ਸਮਾਨ ਹਥਿਆਰਾਂ ਨਾਲ ਰਿਲੇਟਡ ਸੰਸਾਰ ਦਾ। ਠੀਕ ਹੈ ਜੀ। ਅਤੇ ਇੱਕ ਜਿਹੜੀ ਵਧੀਆ ਗੱਲ ਇਹ ਹੈਗੀ ਆ ਵੀ ਮਾਰਚ 2020 ਦਾ ਜਿਹੜਾ ਡਾਟਾ ਸੀਗਾ ਉਹਦੇ ਵਿੱਚ ਅਸੀਂ ਐਕਸਪੋਰਟ ਵੀ ਕਰਨ ਲੱਗ ਪਏ ਹਾਂ। ਅਸੀਂ ਬਾਹਰਲੇ ਦੇਸ਼ਾਂ ਨੂੰ ਹਥਿਆਰ ਵੇਚਣ ਵੀ ਲੱਗ ਪਏ ਹਾਂ। ਅਸੀਂ ਸੰਸਾਰ ਦੇ ਵਿੱਚ 23ਵੇਂ ਨੰਬਰ 'ਤੇ ਆ ਚੁੱਕੇ ਹਾਂ ਸਮਾਨ ਜਿਹੜਾ ਹਥਿਆਰ ਵੇਚਣ ਦੀ ਸਥਿਤੀ ਦੇ ਵਿੱਚ।
ਯਾਨੀ ਅਸੀਂ ਪਹਿਲਾਂ ਤਾਂ ਇੱਕ ਤਾਂ ਗੱਲ ਇਹ ਆ ਵੀ ਅਸੀਂ ਦੂਜੇ ਨੰਬਰ 'ਤੇ ਆ ਬਾਹਰਲੇ ਦੇਸ਼ਾਂ ਤੋਂ ਹਥਿਆਰ ਮੰਗਵਾਉਣ ਦੇ ਵਿੱਚ, ਜਿਹਨੂੰ ਇੰਪੋਰਟ ਕਹਿੰਦੇ ਆ, ਆਯਾਤ ਕਹਿੰਦੇ ਆ। ਫਿਰ ਅਸੀਂ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਇੰਡਸਟਰੀ ਅਸੀਂ ਤਿਆਰ ਕਰ ਲਈਏ, ਜਿਹਦੀ ਗੱਲ ਆਪਾਂ ਹੁਣ ਕਰ ਚੁੱਕੇ ਹਾਂ ਵੀ ਦੇਸ਼ ਦੀ ਸੁਰੱਖਿਆ ਦੇ ਲਈ ਜਿਹੜਾ ਆ ਅਸੀਂ ਡਿਫੈਂਸ ਦਾ ਸਮਾਨ ਜਿਹੜਾ ਬਣਾਉਣ ਲੱਗ ਪਏ ਹਾਂ, ਹਥਿਆਰ ਬਣਾਉਣ ਲੱਗ ਪਏ ਹਾਂ। ਹੁਣ ਅਸੀਂ ਉਹ ਬਣਾਏ ਹੋਏ ਹਥਿਆਰ ਬਾਹਰ ਵੀ ਵੇਚਣ ਲੱਗ ਪਏ ਕੁਛ ਦੇਸ਼ਾਂ ਨੂੰ, ਪਹਿਲਾਂ ਨਹੀਂ ਸੀ ਵੇਚਦੇ। ਇਸ ਵੇਲੇ ਜੋ ਡਾਟਾ ਮਾਰਚ 2020 ਦਾ ਸਾਡੇ ਕੋਲ ਹੈਗਾ, ਉਹਦੇ ਮੁਤਾਬਕ ਅਸੀਂ 23ਵੇਂ ਨੰਬਰ 'ਤੇ ਹਾਂ ਐਕਸਪੋਰਟ ਕਰਨ ਦੇ ਵਿੱਚ, ਯਾਨੀ ਨਿਰਯਾਤ ਕਰਨ ਦੇ ਵਿੱਚ, ਯਾਨੀ ਬਾਹਰਲੇ ਦੇਸ਼ਾਂ ਨੂੰ ਹਥਿਆਰ ਭੇਜਣ ਵਿੱਚ। ਤੋ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਵੀ ਅਸੀਂ ਉਸ ਸਥਿਤੀ ਵਿੱਚ ਵੀ ਆ ਗਏ। ਸਾਡੀ ਇੰਡਸਟਰੀ ਇੰਨੀ ਵਧੀਆ ਹੋ ਗਈ ਹੈ ਵੀ ਬਾਹਰਲੇ ਦੇਸ਼ਾਂ ਦੇ ਜਿਹੜੇ ਬਾਹਰਲੇ ਦੇਸ਼ ਆ ਉਹ ਸਾਡੇ ਕੋਲੋਂ ਹਥਿਆਰ ਵੀ ਮੰਗਵਾਉਣ ਲੱਗ ਪਏ। ਅਸੀਂ ਤਕਰੀਬਨ 42 ਦੇਸ਼ਾਂ ਨੂੰ ਹਥਿਆਰ ਭੇਜਦੇ ਪਏ ਹਾਂ, ਭਾਵੇਂ ਉਹ ਦੇਸ਼ ਛੋਟੇ ਛੋਟੇ ਆ, ਅਸੀਂ ਉਹਨਾਂ ਨੂੰ ਭੇਜਦੇ ਪਏ ਹਾਂ। ਠੀਕ ਹੈ ਜੀ। ਅਤੇ ਤੁਸੀਂ ਦੇਖੋਗੇ ਜੀ 2014 ਦੇ ਵਿੱਚ ਸਾਡੇ ਕੋਲ ਜਿਹੜੀ ਡਿਟੇਲ ਸੀ ਉਹਦੇ ਵਿੱਚ 2000 ਕਰੋੜ ਦੇ ਹਥਿਆਰ ਅਸੀਂ ਬਾਹਰਲੇ ਦੇਸ਼ਾਂ ਨੂੰ ਵੇਚੇ ਸੀ, ਅਤੇ 2020 ਦੇ ਵਿੱਚ ਉਹ ਜਿਹੜੇ ਆ ਹਥਿਆਰਾਂ ਦੀ ਜਿਹੜੀ ਆ ਕੀਮਤ ਵੱਧ ਕੇ 17,000 ਕਰੋੜ ਹੋ ਗਈ ਆ। ਯਾਨੀ 2020 ਦੇ ਵਿੱਚ ਅਸੀਂ 17,000 ਕਰੋੜ ਦੇ ਹਥਿਆਰ ਆਪਣੇ ਦੇਸ਼ 'ਚ ਬਣਾ ਕੇ ਦੂਜੇ ਦੇਸ਼ਾਂ ਨੂੰ ਵੇਚ ਚੁੱਕੇ ਹਾਂ। ਇਹ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈਗੀ ਆ। ਇਹ ਪ੍ਰਾਪਤੀ ਤਾਂ ਹੀ ਹੋਈ ਆ ਕਿਉਂਕਿ ਦੇਸ਼ ਦੇ ਵਿੱਚ ਉਦਯੋਗਿਕ ਵਿਕਾਸ ਹੋਇਆ ਆ, ਉਦਯੋਗ ਬਣੇ ਆ, ਫੈਕਟਰੀਆਂ ਲੱਗੀਆਂ ਆ। ਅਗਲਾ ਪੁਆਇੰਟ ਹੈ ਆਤਮ ਨਿਰਭਰਤਾ। ਆਤਮ ਨਿਰਭਰਤਾ ਦਾ ਮਤਲਬ ਹੁੰਦਾ ਵੀ ਅਸੀਂ ਆਤਮ ਨਿਰਭਰ ਹਾਂ, ਅਸੀਂ ਬਾਹਰਲੇ ਦੇਸ਼ਾਂ ਤੋਂ ਜਾਂ ਕਿਸੇ ਹੋਰ ਤੋਂ ਕੋਈ ਹੈਲਪ ਲੈਣਾ ਨਹੀਂ, ਸਭ ਕੁਛ ਆਪ ਹੀ ਬਣਾਉਣਾ ਆ। ਹੁਣ ਬੱਚਿਓ ਵੈਸੇ ਤਾਂ ਸਾਨੂੰ ਬਹੁਤ ਕੁਛ ਮੰਗਵਾਉਣਾ ਪੈਂਦਾ ਬਾਹਰਲੇ ਦੇਸ਼ਾਂ ਤੋਂ, ਕਿਉਂਕਿ ਸਾਡੇ ਦੇਸ਼ 'ਚ ਸਾਰੀਆਂ ਚੀਜ਼ਾਂ ਮਿਲਦੀਆਂ ਨਹੀਂ ਅਤੇ ਜਾਂ ਬਣਦੀਆਂ ਨਹੀਂ। ਅਤੇ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰਦੇ ਪਏ, ਸਾਡਾ ਇਹ ਟਾਰਗੇਟ ਆ ਵੀ ਅਸੀਂ ਆਪਣੇ ਦੇਸ਼ ਦੀ ਇੰਡਸਟਰੀ ਨੂੰ ਇੰਨਾ ਕੁ ਵਧਾ ਲਈਏ ਵੀ ਅਸੀਂ ਆਤਮ ਨਿਰਭਰ ਹੋ ਸਕੀਏ, ਸਾਨੂੰ ਬਾਹਰਲੇ ਦੇਸ਼ਾਂ ਤੋਂ ਕੁਛ ਮੰਗਵਾਉਣਾ ਨਾ ਪਵੇ। ਠੀਕ ਹੈ ਜੀ। ਹੁਣ ਤੁਸੀਂ ਆਹ ਦੇਖੋ, ਇਹ ਸਾਡੇ ਦੇਸ਼ ਦਾ ਇੱਕ ਆਤਮ ਨਿਰਭਰ ਭਾਰਤ ਦਾ ਜਿਹੜਾ ਲੋਗੋ ਆ, ਇਹ ਸਰਕਾਰ ਨੇ ਜਿਹੜਾ ਸੋਚਿਆ ਆ। ਦੇਖੋ, ਭਾਵੇਂ ਹਥਿਆਰ ਆ, ਭਾਵੇਂ ਹਵਾਈ ਜਹਾਜ਼ ਆ, ਭਾਵੇਂ ਇੰਫਰਾਸਟਰਕਚਰ ਆ, ਭਾਵੇਂ ਸੈਟੇਲਾਈਟ ਆ, ਭਾਵੇਂ ਇੰਡਸਟਰੀ ਆ, ਇਹ ਸਾਰੀ ਚੀਜ਼ ਅਸੀਂ ਚਾਹੁੰਦੇ ਵੀ ਸਾਡੇ ਦੇਸ਼ 'ਚ ਹੀ ਬਣੇ। ਅਗਲਾ ਲਾਸਟ ਪੁਆਇੰਟ ਆ ਸਾਡੇ ਕੋਲ ਜਿਹੜਾ ਤੇਜ਼ ਆਪਾਂ ਗੱਲ ਕਰਦੇ ਪਏ ਹਾਂ ਵੀ ਸਾਨੂੰ ਉਦਯੋਗੀਕਰਨ ਦੀ ਲੋੜ ਕਿਉਂ ਆ, ਨੀਡ ਫਾਰ ਇੰਡਸਟਰੀਅਲਾਈਜੇਸ਼ਨ, ਰੈਪਿਡ ਸਪੀਡ 'ਚ ਕਿਉਂ ਲੋੜ ਹੈਗੀ, ਉਹਦੇ ਕੁਛ ਪੁਆਇੰਟ ਪੜ੍ਹਦੇ ਪਏ, ਉਹਨੂੰ ਤੁਹਾਨੂੰ ਸਮਝਾ ਰਹੇ ਹਾਂ। ਸਮਾਜਿਕ ਉਪਯੋਗੀ ਪਦਾਰਥਾਂ ਦਾ ਉਤਪਾਦਨ, ਪ੍ਰੋਡਕਸ਼ਨ ਆਫ ਸੋਸ਼ਲੀ ਯੂਜ਼ਫੁਲ ਗੁਡਸ। ਉਦਯੋਗਾਂ ਦੇ ਰਾਹੀਂ ਸਮਾਜ ਲਈ ਲੋੜੀਂਦੀਆਂ ਵਸਤੂਆਂ ਜਿਵੇਂ ਕੱਪੜਾ, ਸਾਈਕਲ, ਬਿਜਲੀ ਦਾ ਸਮਾਨ, ਕਾਗਜ਼, ਤੇਲ ਆਦਿ ਦਾ ਉਤਪਾਦਨ ਸੰਭਵ ਹੋ ਗਿਆ ਆ। ਇਹ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਦੇਖੋ, ਪਹਿਲਾਂ ਕੱਪੜਾ ਅਸੀਂ ਘਰਾਂ 'ਚ ਬਣਾਉਂਦੇ ਸੀ, ਖੱਡੀਆਂ ਜਿਹੀਆਂ ਲਾ ਕੇ, ਧਾਗਾ ਪਹਿਲਾਂ ਚਰਖੇ ਦੇ ਉੱਤੇ ਆਪਾਂ ਸੂਤ ਕੱਤਦੇ ਸੀ, ਸੂਤ ਕੱਤਣ ਤੋਂ ਬਾਅਦ ਧਾਗੇ ਦੇ ਗੋਲੇ ਬਣਾਉਂਦੇ ਸੀ, ਗੋਲੇ ਤੋਂ ਬਾਅਦ ਫਿਰ ਉਹਨੂੰ ਖੱਡੀ ਲਾ ਕੇ, ਖੱਡੀ ਦੇ ਵਿੱਚ ਅਸੀਂ ਫਿਰ ਹੱਥ ਦੇ ਨਾਲ ਉਹਨੂੰ ਕੱਪੜੇ ਨੂੰ ਤਿਆਰ ਕਰਦੇ ਸੀਗੇ। ਹੁਣ ਸਭ ਕੁਛ ਇੰਡਸਟਰੀ ਵਿੱਚ ਆਉਣ ਲੱਗ ਪਿਆ। ਹੌਲੀ ਹੌਲੀ ਜਿੰਨੀਆਂ ਵੀ ਛੋਟੀਆਂ ਮੋਟੀਆਂ ਚੀਜ਼ਾਂ ਸੀ ਉਹ ਸਾਨੂੰ ਫੈਕਟਰੀਆਂ ਵਿੱਚੋਂ ਬਣ ਕੇ ਆਉਣ ਲੱਗ ਪਿਆ। ਹਰੇਕ ਚੀਜ਼ ਸਾਡੇ ਕੋਲ ਆ ਰਹੀ ਆ, ਤਾਂ ਇਹ ਤਾਂ ਹੀ ਯੂਜ਼ਫੁਲ ਹੋ ਸਕਿਆ ਕਿਉਂਕਿ ਵਿਕਾਸ ਹੋ ਚੁੱਕਿਆ। ਦੇਖੋ, ਕੱਪੜੇ, ਸਾਈਕਲ, ਆਹ ਸਾਰੀਆਂ ਚੀਜ਼ਾਂ, ਪੇਪਰ ਤੱਕ ਜਿਹੜਾ ਸਾਨੂੰ ਪਹਿਲਾਂ ਕੀ ਹੁੰਦਾ ਸੀਗਾ, ਅਸੀਂ ਜਾਂ ਤਾਂ ਫੱਟਿਆਂ 'ਤੇ ਲਿਖਦੇ ਸੀ ਜਾਂ ਸਲੇਟਾਂ 'ਤੇ ਲਿਖਦੇ ਸੀ ਨਾ। ਇਹ ਪਹਿਲਾ ਪੁਆਇੰਟ ਸਾਡਾ ਜਿਹੜਾ ਪਹਿਲਾ ਸੈਕਸ਼ਨ ਹੈ ਉਹ ਪੂਰਾ ਹੋ ਗਿਆ। ਹੁਣ ਅਗਲੀ ਗੱਲ ਕਰਦੇ ਪਏ ਹਾਂ ਵੀ ਭਾਰਤ ਵਿੱਚ ਉਦਯੋਗੀਕਰਨ ਦਾ ਵਿਕਾਸ, ਵੀ ਭਾਰਤ ਵਿੱਚ ਕੀ ਗਰੋਥ ਚੱਲਦੀ ਪਈ ਹੈ ਇਹਦੀ ਉਦਯੋਗੀਕਰਨ ਦੀ। ਤਾਂ ਆਜ਼ਾਦੀ ਤੋਂ ਪਹਿਲਾਂ ਬੱਚਿਓ ਬਹੁਤ ਘੱਟ ਵਿਕਾਸ ਹੋਇਆ ਸੀ ਉਦਯੋਗਾਂ ਦਾ। ਤਾਂ ਜਿਹੜਾ ਇੰਗਲੈਂਡ ਸੀ, ਜਦੋਂ ਸਾਡੇ 'ਤੇ ਉਹਨੇ ਕਬਜ਼ਾ ਕੀਤਾ ਹੋਇਆ ਸੀਗਾ, ਤਾਂ ਉਹਨਾਂ ਬਹੁਤੀ ਇੰਡਸਟਰੀ ਨਹੀਂ ਲਾਈ ਸਾਡੇ ਦੇਸ਼ 'ਚ। ਉਹਨਾਂ ਕੀ ਕੀਤਾ, ਸਾਡੇ ਦੇਸ਼ ਤੋਂ ਜਿਹੜਾ ਕੱਚਾ ਮਾਲ ਸੀ, ਰਾਹ ਮਟੀਰੀਅਲ ਸੀ, ਉਹ ਸਾਰਾ ਚੱਕ ਕੇ ਉਹ ਜਹਾਜ਼ 'ਤੇ ਲੱਦ ਕੇ ਇੰਗਲੈਂਡ ਲੈ ਜਾਂਦੇ ਸੀ। ਇੰਗਲੈਂਡ ਦੇ ਫੈਕਟਰੀਆਂ ਦੇ ਵਿੱਚ ਬਣਾ ਕੇ, ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ 1760 ਤੋਂ ਲੈ ਕੇ 1870 ਦੀ ਗੱਲ ਆ ਵੀ ਇਹ ਟਾਈਮ ਸੀਗਾ ਇੰਡਸਟਰੀਅਲ ਰੈਵੋਲੂਸ਼ਨ ਦਾ। ਇੰਗਲੈਂਡ ਦੇ ਵਿੱਚ ਆਇਆ, ਇੰਗਲੈਂਡ ਜਿਹੜੀ ਉਸ ਵੇਲੇ ਬਹੁਤ ਵੱਡੀ ਇੰਡਸਟਰੀ ਲੱਗ ਚੁੱਕੀ ਸੀ, ਸਾਰਾ ਸਮਾਨ ਉੱਥੇ ਤਿਆਰ ਹੁੰਦਾ ਸੀ। ਉਹ ਤਿਆਰ ਕਰਕੇ ਫਿਰ ਉਹੀ ਸਮਾਨ ਸਾਡੇ ਦੇਸ਼ 'ਚ ਮਹਿੰਗੇ ਭਾਅ ਜਾ ਕੇ ਵੇਚਦੇ ਸੀ। ਤਾਂ ਬਹੁਤ ਘੱਟ ਵਿਕਾਸ ਹੋਇਆ ਆਜ਼ਾਦੀ ਤੋਂ ਪਹਿਲਾਂ। ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਮਸ਼ੀਨਾਂ, ਲੋਹਾ ਇਸਪਾਤ, ਬਿਜਲੀ ਦਾ ਸਮਾਨ, ਯਾਤਾਯਾਤ ਦੇ ਸਾਧਨ, ਇਹ ਬਹੁਤ ਘੱਟ ਸੀਗੇ। ਦੇਸ਼ ਦੇ ਵਿੱਚ ਸਿਰਫ ਉਪਭੋਗਤਾ ਵਸਤੂਆਂ ਜਿਵੇਂ ਕੱਪੜਾ, ਪਟਸਨ, ਖੰਡ, ਮਾਚਿਸ ਆਦਿ ਦੇ ਉਦਯੋਗ ਸੀਗੇ। ਛੋਟੇ ਅਤੇ ਲਘੂ ਉਦਯੋਗ ਵੀ ਇੰਨੇ ਵਿਕਸਿਤ ਨਹੀਂ ਸੀ। ਜਿਹੜਾ ਮਾੜਾ ਮੋਟਾ ਕੰਮ ਘਰਾਂ ਦੇ ਵਿੱਚ ਕਾਰੀਗਰ ਕਰਦੇ ਸੀ, ਉਹਦਾ ਵੀ ਸੱਤਿਆਨਾਸ਼ ਕਰ ਦਿੱਤਾ ਸੀ ਅੰਗਰੇਜ਼ਾਂ ਨੇ, ਕਿਉਂਕਿ ਉਹਨਾਂ ਨੇ ਬਾਹਰੋਂ ਜਿਹੜਾ ਸਮਾਨ ਲਿਆ ਕੇ ਮਸ਼ੀਨਾਂ ਦਾ ਬਣਿਆ ਹੋਇਆ ਵੇਚਣਾ ਸ਼ੁਰੂ ਕਰਤਾ, ਅਤੇ ਜਿਹੜੇ ਸਾਡੇ ਇੱਥੇ ਬਣਾਉਂਦੇ ਸੀਗੇ ਉਹਨਾਂ ਦਾ ਕੰਮ ਧੰਦਾ ਸਾਰਾ ਠੱਪ ਹੋ ਗਿਆ ਸੀਗਾ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਅਤੇ ਅਸੀਂ ਜਿਹੜਾ ਆ ਜਦੋਂ ਸੋਚਣਾ ਸ਼ੁਰੂ ਕੀਤਾ ਵੀ ਅਸੀਂ ਵੀ ਆਪਣਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਆ,
ਤਾਂ ਉਹਦੇ ਲਈ ਫਿਰ ਸਾਨੂੰ ਕਈ ਕੰਮ ਕਰਨੇ ਪਏ। ਉਹਦੇ ਵਿੱਚ ਪਹਿਲੀ ਗੱਲ ਹੈਗੀ ਹੈ ਮਜ਼ਬੂਤ ਉਦਯੋਗਿਕ ਢਾਂਚਾ, ਸਟਰੋਂਗ ਇੰਡਸਟਰੀਅਲ ਬੇਸ। ਹੁਣ ਇਹਦੇ ਵਿੱਚ ਤੁਸੀਂ ਦੇਖੋ ਵੀ ਆਹ ਦੇਖੋ ਇੰਨੀਆਂ ਵਸਤੂਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਬਹੁਤ ਸਾਰੀਆਂ ਨੇ, ਇਹ ਤਾਂ ਥੋੜ੍ਹੀਆਂ ਜਿਹੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ। ਜਦੋਂ ਆਪਾਂ ਇਹਨੂੰ ਡਿਟੇਲ 'ਚ ਦੇਖੋਗੇ ਤੁਸੀਂ ਤਾਂ ਦੇਸ਼ ਦੇ ਵਿੱਚ ਬੜੀਆਂ ਹੀ ਵਸਤੂਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ। ਅਤੇ ਜਦੋਂ ਅਸੀਂ ਇਹ ਗੱਲ ਕਰਾਂਗੇ ਵੀ ਪਹਿਲਾਂ ਕੀ ਹੁੰਦਾ ਸੀਗਾ, ਸਿਰਫ ਉਪਭੋਗਤਾ ਵਸਤੂਆਂ ਹੀ ਤਿਆਰ ਹੁੰਦੀਆਂ ਜਿਹੜੀ ਆਪਾਂ ਯੂਜ਼ ਕਰਦੇ, ਜਿਵੇਂ ਆਹ ਸਾਰੀਆਂ ਵਸਤੂਆਂ ਉਪਭੋਗਤਾ ਵਸਤੂ, ਇਹਨਾਂ ਨੂੰ ਅਸੀਂ ਵਰਤ ਲੈਂਦੇ ਹਾਂ ਅਤੇ ਖਤਮ ਹੋ ਜਾਂਦੀਆਂ, ਉਹਨੂੰ ਉਪਭੋਗਤਾ ਵਸਤੂਆਂ ਕਹਿੰਦੇ ਆ। 70% ਜਿਹੜਾ ਆ ਉਹ ਸਿਰਫ ਫੈਕਟਰੀਆਂ 'ਚ ਇਹ ਕੁਛ ਹੀ ਬਣਦਾ ਸੀਗਾ, ਬਾਕੀ ਕੁਛ ਨਹੀਂ ਬਣਦਾ ਸੀ। ਫਿਰ ਹੌਲੀ ਹੌਲੀ ਜਿਹੜੇ ਮੁੱਢਲੇ ਉਦਯੋਗ ਆ, ਜਿਵੇਂ ਇਸਪਾਤ, ਮਸ਼ੀਨਾਂ, ਬਿਜਲੀ, ਇੰਜੀਨੀਅਰਿੰਗ, ਇਹਨਾਂ ਦਾ ਉਤਪਾਦਨ ਕਰਨਾ ਸ਼ੁਰੂ ਕੀਤਾ, ਕਿਉਂਕਿ ਇਹ ਉਹ ਇੰਡਸਟਰੀ ਸੀ ਜਦੋਂ ਆਪਾਂ ਇਹ ਸਮਾਨ ਬਣਾਉਂਦੇ ਸੀ। ਇਸ ਸਮਾਨ ਤੋਂ ਫਿਰ ਅੱਗੇ ਅਸੀਂ ਜਿਹੜਾ ਆ ਹੋਰ ਮਸ਼ੀਨਾਂ ਲਾ ਕੇ, ਹੋਰ ਚੀਜ਼ਾਂ ਬਣਾ ਕੇ ਅਸੀਂ ਅਗਲੇ ਹੀ ਹੋਰ ਚੀਜ਼ ਕਿਸੇ ਦਾ ਉਤਪਾਦਨ ਕਰ ਸਕਦੇ ਸੀ। ਤਾਂ ਜੇਕਰ ਸਾਡੇ ਕੋਲ ਲੋਹਾ ਹੁੰਦਾ, ਸਾਡੇ ਕੋਲ ਮਸ਼ੀਨਾਂ ਹੁੰਦੀਆਂ, ਫਿਰ ਹੀ ਆਪਾਂ ਇੰਡਸਟਰੀ ਬਣਾ ਸਕਦੇ। ਜਿਹੜੀਆਂ ਮਸ਼ੀਨਾਂ ਅਸੀਂ ਬਾਹਰੋਂ ਮੰਗਾਈਆਂ ਜਾਂ ਥੋੜ੍ਹੀਆਂ ਬਹੁਤ ਆਪ ਬਣਾਈਆਂ, ਉਹਦੇ ਨਾਲ ਹੀ ਅਸੀਂ ਜਿਹੜਾ ਆਹ ਕੰਮ ਕਰਦੇ ਪਏ ਸੀਗੇ। ਜਦੋਂ ਦੇਸ਼ ਆਜ਼ਾਦ ਹੋਇਆ, ਹੌਲੀ ਹੌਲੀ ਅਸੀਂ ਇਸ ਲਾਇਕ ਹੋ ਗਏ ਕਿ ਅਸੀਂ ਮਸ਼ੀਨਾਂ ਆਪ ਬਣਾਉਣ ਲੱਗ ਪਏ। ਠੀਕ ਹੈ, ਲੋਹਾ, ਇਸਪਾਤ ਜਿਹੜਾ ਉਹ ਆਪ ਤਿਆਰ ਅਸੀਂ ਜ਼ਮੀਨ 'ਚੋਂ ਕੱਢ ਕੇ ਮਿਨਰਲਸ ਜਿਹੜੇ ਉਹ ਤਿਆਰ ਕਰਨ ਲੱਗ ਪਏ। ਤਾਂ ਸਾਡੀ ਇੰਡਸਟਰੀ ਜਿਹੜੀ ਆ ਉਹ ਇਸ ਵੇਲੇ ਜੇਕਰ ਆਪਾਂ ਦੇਖੀਏ, ਗੱਲ ਕਰੀਏ ਤਾਂ ਸੰਸਾਰ 'ਚ ਅਸੀਂ ਜੇਕਰ ਉਦਯੋਗੀਕਰਨ ਦੀ ਗੱਲ ਕਰੀਏ ਤਾਂ 10ਵੇਂ ਨੰਬਰ 'ਤੇ ਆ ਚੁੱਕੇ ਹਾਂ। ਯਾਨੀ ਅਸੀਂ 10ਵਾਂ ਦੇਸ਼ ਹੈ ਸਾਡਾ, ਜਿਹੜਾ 10ਵਾਂ ਦੇਸ਼ ਹੈ ਜਿਹੜਾ ਸੰਸਾਰ ਦੇ ਵਿੱਚ ਜਿਹੜਾ ਉਦਯੋਗਿਕ, ਜਿਹਦੇ ਵਿੱਚ ਸਭ ਤੋਂ ਵੱਧ ਉਦਯੋਗ ਲੱਗੇ ਹੋਏ ਨੇ। ਅਗਲੀ ਗੱਲ ਕਰਦੇ ਹਾਂ ਆਪਾਂ। ਆਹ ਦੇਖੋ ਫੈਕਟਰੀਆਂ, ਦੇਖੋ ਕਿੱਦਾਂ ਇਹਨਾਂ ਦਾ ਢਾਂਚਾ ਜਿਹੜਾ ਅਸੀਂ ਤਿਆਰ ਕੀਤਾ। ਅਗਲੀ ਗੱਲ ਹੈ ਉਦਯੋਗੀਕਰਨ। ਉਦਯੋਗੀਕਰਨ ਦਾ ਮਤਲਬ ਇਹ ਹੈ ਵੀ ਉਦਯੋਗੀਕਰਨ ਆਧੁਨਿਕੀਕਰਨ। ਆਧੁਨਿਕੀਕਰਨ ਦਾ ਮਤਲਬ ਵੀ ਅਸੀਂ ਨਵੀਆਂ ਤਕਨੀਕਾਂ ਦਾ ਯੂਜ਼ ਕੀਤਾ ਆ। ਪੁਰਾਣੇ ਸਿਸਟਮ ਜਿਹੜੇ ਸੀਗੇ, ਪੁਰਾਣੀਆਂ, ਹੁਣ ਜਿਉਂ ਹੁੰਦਾ, ਪਹਿਲਾਂ ਕੀ ਹੁੰਦਾ ਸੀਗਾ, ਮਸ਼ੀਨਾਂ ਨਾਲ ਕੰਮ ਹੁੰਦਾ ਸੀ, ਮਸ਼ੀਨਾਂ ਵੀ ਹੱਥਾਂ ਨਾਲ ਚਲਾਈਆਂ ਜਾਂਦੀਆਂ ਸੀਗੀਆਂ। ਫਿਰ ਬਿਜਲੀ ਦਾ ਇਸਤੇਮਾਲ ਹੋਣ ਲੱਗ ਪਿਆ। ਫਿਰ ਬਿਜਲੀ ਤੋਂ ਬਾਅਦ ਫਿਰ ਆਟੋਮੈਟਿਕ ਮਸ਼ੀਨਾਂ ਆ ਗਈਆਂ, ਸਿਰਫ ਤੁਸੀਂ ਬਟਨ ਨੱਪਣਾ, ਸਾਰਾ ਕੁਛ ਮਸ਼ੀਨਾਂ ਨੇ ਆਪ ਕਰੀ ਜਾਣਾ। ਤਾਂ ਉਹ ਜਿਉਂ ਤਕਨੀਕ ਵੱਧਦੀ ਜਾ ਰਹੀ ਹੈ, ਤਿਉਂ ਅਸੀਂ ਜਿਹੜਾ ਆ ਉਹਨਾਂ ਚੀਜ਼ਾਂ ਦਾ ਵਰਤੋਂ ਕਰਦੇ ਜਾ ਰਹੇ ਹਾਂ। ਤੁਸੀਂ ਦੇਖੋਗੇ ਬੱਚੋ, ਜੇਕਰ ਡਿਸਕਵਰੀ ਚੈਨਲ 'ਤੇ ਆਮ ਤੌਰ 'ਤੇ ਦਿਖਾਉਂਦੇ ਆ ਕਈ ਵਾਰੀ ਬਿਗ ਇੰਡਸਟਰੀ ਦੇ ਵਿੱਚ ਕਾਰਾਂ ਜਿਵੇਂ ਬਣਦੀਆਂ, ਕਾਰਾਂ 'ਚ ਛੋਟੇ ਛੋਟੇ ਪਾਰਟਸ ਬਹੁਤ ਸਾਰੇ ਲੱਗੇ ਹੁੰਦੇ। ਤਾਂ ਇੱਕ ਆਹ ਦੇਖੋ, ਇੱਕ ਪਿਆ ਜਿਹਾ ਰਸਤਾ ਬਣਿਆ ਹੋਇਆ, ਇਹਦੇ ਵਿੱਚ ਕਾਰ ਨੂੰ ਫਿੱਟ ਕਰ ਦਿੱਤਾ ਜਾਂਦਾ। ਉਹ ਕਾਰ ਅੱਗੇ ਆਈ ਜਾਂਦੀ ਹੈ ਅਤੇ ਮਸ਼ੀਨਾਂ ਆਟੋਮੈਟਿਕ ਜਿਹੜਾ ਸਾਰਾ ਕੁਛ ਇਹਨਾਂ ਦੇ ਵਿੱਚ ਫਿੱਟ ਹੁੰਦਾ ਜਾਂਦਾ ਹੈ। ਬੰਦਿਆਂ ਦੀ ਬਹੁਤੀ ਲੋੜ ਨਹੀਂ ਪੈਂਦੀ, ਆਪਣੇ ਆਪ ਸਾਰਾ ਕੁਛ ਜਿਹੜਾ ਜਿੱਥੋਂ ਪੇਜ ਚੱਕਣੇ, ਉਹ ਕੰਪਿਊਟਰਾਈਜ਼ ਮਸ਼ੀਨਾਂ ਬਣੀਆਂ ਹੋਈਆਂ, ਉਹ ਸਾਰੀਆਂ ਆਪਣੇ ਆਪ ਤਿਆਰ ਕਰੀ ਜਾਂਦੀਆਂ। ਆਹ ਦੇਖੋ ਕੰਪਿਊਟਰਾਈਜ਼ ਸਿਸਟਮ ਸਾਰਾ ਹੈਗਾ, ਬੰਦੇ ਇੱਕ ਜਗ੍ਹਾ 'ਤੇ ਬੈਠ ਕੇ ਸਾਰੀ ਚੀਜ਼ ਨੂੰ ਜਿਹੜਾ ਕੰਟਰੋਲ ਕਰਦੇ ਆ। ਅਗਲੀ ਚੀਜ਼ ਹੈ ਸਰਵਜਨਕ ਖੇਤਰਾਂ ਦਾ ਵਿਕਾਸ, ਡਿਵੈਲਪਮੈਂਟ ਆਫ ਪਬਲਿਕ ਸੈਕਟਰ। ਪਬਲਿਕ ਸੈਕਟਰ ਨੂੰ ਪਹਿਲਾਂ ਸਮਝ ਲਈਏ, ਪਬਲਿਕ ਸੈਕਟਰ ਕੀ ਹੁੰਦਾ। ਪਬਲਿਕ ਸੈਕਟਰ ਉਹ ਹੁੰਦਾ ਜਿਹਦੇ 'ਤੇ ਮਾਲਕਾਨਾ ਹੱਕ ਸਰਕਾਰ ਦਾ ਹੁੰਦਾ, ਜਿਹਦਾ ਓਨਰ ਗੌਰਮੈਂਟ ਹੁੰਦੀ ਆ। ਯਾਨੀ ਉਹ ਫੈਕਟਰੀ ਜੋ ਸਰਕਾਰ ਵੱਲੋਂ ਚਲਾਈ ਜਾਂਦੀ ਹੈ, ਉਹਨੂੰ ਅਸੀਂ ਪਬਲਿਕ ਸੈਕਟਰ ਕਹਿੰਦੇ ਹਾਂ। ਇਹਦੀ ਸਭ ਤੋਂ ਜ਼ਿਆਦਾ ਲੋੜ ਹੈਗੀ, ਕਿਉਂਕਿ ਪਬਲਿਕ ਸੈਕਟਰ ਦੇ ਵਿੱਚ ਸਾਨੂੰ ਰੁਜ਼ਗਾਰ ਵੀ ਮਿਲਦਾ, ਦੇਸ਼ ਨੂੰ ਰਾਸ਼ਟਰੀ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ ਆ। 1951 ਵਿੱਚ ਜੇ ਆਪਾਂ ਗੱਲ ਕਰੀਏ, ਸਾਡੇ ਕੋਲ ਜਿਹੜੀ ਡਿਟੇਲ ਹੈਗੀ ਹੈ, 1951 ਦੇ ਵਿੱਚ ਸਰਵਜਨਿਕ ਖੇਤਰ ਵਿੱਚ ਕੁੱਲ ਨਿਵੇਸ਼ 29 ਕਰੋੜ ਸੀਗਾ, ਜੋ 98 ਵਿੱਚ ਵੱਧ ਕੇ 2,02,020 ਕਰੋੜ ਰੁਪਇਆ ਹੋ ਗਿਆ। ਇਹ ਡਿਟੇਲ ਸਾਡੀ ਕਿਤਾਬ ਦੇ ਵਿੱਚ ਲਿਖੀ, ਪੰਜਾਬ ਬੋਰਡ ਦੀ ਜਿਹੜੀ ਕਿਤਾਬ ਆ। ਹੁਣ ਡਾਟਾ ਜਿਹੜਾ ਕਈ ਵਾਰੀ ਕਈ ਸਾਲਾਂ ਦਾ ਹੁੰਦਾ, ਇਸ ਵੇਲੇ ਜੋ ਸਾਡੇ ਕੋਲ ਡਾਟਾ ਸਾਡੀ ਬੁੱਕ ਦੇ ਵਿੱਚ ਆ ਉਹ 98 ਤੱਕ ਦਾ ਹੀ ਆ। ਯਾਨੀ 29 ਕਰੋੜ ਤੋਂ ਵੱਧ ਕੇ ਅਸੀਂ 2 ਲੱਖ ਕਰੋੜ 'ਤੇ ਪਹੁੰਚ ਚੁੱਕੇ ਸੀ 98 ਤੱਕ। ਸਰਵਜਨਿਕ ਖੇਤਰ ਦੇ ਵਿੱਚ ਇੰਨਾ ਪੈਸਾ ਸਰਕਾਰ ਜਿਹੜੀ ਆ ਉਹ ਲਾ ਚੁੱਕੀ ਆ, ਪਬਲਿਕ ਸੈਕਟਰ। ਹੁਣ ਤੁਸੀਂ ਦੇਖੋਗੇ, ਦੇਖੋ ਆਹ ਕਈ ਫੋਟੋਆਂ ਵੀ ਬਣੀਆਂ, ਪਬਲਿਕ ਸੈਕਟਰ ਲਿਖਿਆ ਹੋਇਆ, ਆਲੇ ਦੁਆਲੇ ਫੋਟੋਆਂ ਬਣੀਆਂ ਆ। ਠੀਕ ਹੈ, ਮਸ਼ੀਨਰੀ ਬਣੀ ਹੋਈ ਆ, ਇੱਦਾਂ ਬਿਲਡਿੰਗਾਂ ਬਣੀਆਂ ਹੋਈਆਂ, ਆਹ ਸਾਰਾ ਕੁਛ ਬਣਿਆ ਹੋਇਆ। ਇੱਥੋਂ ਸਾਨੂੰ ਕੀ ਪਤਾ ਲੱਗਦਾ, ਤੁਸੀਂ ਦੇਖੋ ਆਹ ਸਾਰਾ ਪਬਲਿਕ ਸੈਕਟਰ ਆ, ਆਹ ਸਾਰਾ ਪਬਲਿਕ ਸੈਕਟਰ ਆ। ਇਹ ਜੋ ਜਿਵੇਂ ਪੌਣ ਚੱਕੀ ਲੱਗੀ ਹੋਈ ਆ, ਦਰਖਤ ਆ, ਆਹ ਹੌਸਪੀਟਲ ਆ, ਲੋਕਾਂ ਲਈ ਸਮਾਜਿਕ ਹੈਲਥ ਕੇਅਰ ਹੈਗੀ ਆ, ਪੜ੍ਹਾਈ ਹੈਗੀ। ਇਹ ਸਾਰੀਆਂ ਗੱਲਾਂ 'ਤੇ ਪੈਸਾ ਕੌਣ ਖਰਚਦਾ ਆ? ਸਰਕਾਰ ਖਰਚ ਕਰਦੀ ਆ, ਕਿਉਂਕਿ ਸਰਕਾਰ ਦਾ ਮੋਟਿਵ ਹੁੰਦਾ ਵੀ ਲੋਕਾਂ ਦੀ ਤਰੱਕੀ ਕਰਨਾ, ਸਮਾਜ ਨੂੰ ਸਰਵਿਸਿਸ ਦੇਣਾ। ਅਤੇ ਇਸੇ ਕਰਕੇ ਜਿਹੜਾ ਆ ਇਹ ਪਬਲਿਕ ਸੈਕਟਰ ਦੇ ਵਿੱਚ ਕੰਮ ਜ਼ਿਆਦਾ ਹੁੰਦਾ ਆ।
ਉਹਦਾ ਪਰਪਸ ਇਹ ਨਹੀਂ ਹੁੰਦਾ ਵੀ ਲਾਭ ਕਮਾਉਣਾ, ਠੀਕ ਹੈ, ਇਹ ਸੋਚ ਕੇ ਤਾਂ ਚੱਲਦੇ ਵੀ ਸਾਨੂੰ ਪ੍ਰੋਫਿਟ ਵੀ ਹੋਵੇ, ਪਰ ਮੇਨ ਮੋਟਿਵ ਇਹ ਹੁੰਦਾ ਵੀ ਲੋਕ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਤਰੱਕੀ ਹੋਵੇ, ਉਹਨਾਂ ਦਾ ਲਿਵਿੰਗ ਸਟੈਂਡਰਡ ਵਧੇ। ਅਤੇ ਪ੍ਰਾਈਵੇਟ ਸੈਕਟਰ ਦਾ ਕੰਮ ਹੁੰਦਾ ਲਾਭ ਕਮਾਉਣਾ, ਉਹ ਉੱਥੇ ਹੀ ਪੈਸਾ ਲਾਉਂਦਾ ਆ ਜਿੱਥੇ ਉਹਨੂੰ ਲਾਭ ਹੁੰਦਾ ਹੈ। ਇਸ ਕਰਕੇ ਜਿਹੜਾ ਆ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ 'ਚ ਫਰਕ ਹੈ, ਉਹ ਆਪਾਂ ਦੇਖ ਲੈਂਦੇ ਕੀ ਆ। ਪਹਿਲਾ ਕੀ ਆ, ਪ੍ਰੋਵਾਈਡ ਪਬਲਿਕ ਗੁੱਡਸ। ਪਬਲਿਕ ਗੁੱਡਸ ਲੋਕਾਂ ਦੇ ਲੋੜੀਂਦਾ ਚੀਜ਼ਾਂ ਜਿਹੜੀਆਂ। ਪ੍ਰੋਫਿਟ ਇਨਸੈਂਟਿਵ ਟੂ ਬੀ ਐਫੀਸ਼ੀਐਂਟ, ਪ੍ਰੋਫਿਟ ਲਾਭ। ਪ੍ਰਾਈਵੇਟ ਸੈਕਟਰ ਦਾ ਮਤਲਬ ਹੁੰਦਾ ਵੀ ਅਸੀਂ ਲਾਭ ਲੈਣਾ ਆ, ਅਸੀਂ ਲੋਕਾਂ ਨੂੰ ਸਰਵਿਸਿਜ਼ ਨਹੀਂ ਦੇਣੀਆਂ। ਨਾਟ ਅਫੈਕਟਡ ਬਾਈ ਰਿਸੈਸ਼ਨ ਹੁੰਦਾ ਉਤਾਰ ਚੜਾਵ ਕਾਹਦਾ, ਕਈ ਵਾਰੀ ਪੈਸੇ ਰੇਟ ਵੱਧ ਜਾਂਦਾ ਘੱਟ ਜਾਂਦਾ, ਇੱਦਾਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਰੇਟ ਵਧੇ ਜਾਂ ਘਟੇ, ਲਾਭ ਹੋਵੇ ਜਾਂ ਘਾਟਾ ਪਵੇ, ਪਬਲਿਕ ਸੈਕਟਰ ਸਰਕਾਰੀ ਜਿਹੜਾ ਸਾਰਵਜਨਿਕ ਖੇਤਰ ਉਹਨੂੰ ਕੋਈ ਫਰਕ ਨਹੀਂ ਪੈਂਦਾ। ਐਂਟਰਪ੍ਰੀਨਿਓਰ ਕ੍ਰੀਏਟਡ ਜੋਬ ਵੇਅਰ ਨੀਡਿਡ, ਇੱਥੇ ਐਂਟਰਪ੍ਰੀਨਿਓਰ ਕਿਹਾ ਵੀ ਜਿਹੜੇ ਬੰਦੇ ਉਸ ਨੂੰ ਚਲਾਉਂਦੇ ਆ, ਫੈਕਟਰੀ ਨੂੰ, ਪ੍ਰਾਈਵੇਟ ਸੈਕਟਰ ਨੂੰ ਚਲਾਉਂਦੇ, ਉਹਨੂੰ ਐਂਟਰਪ੍ਰੀਨਿਓਰ ਕਿਹਾ ਗਿਆ ਹੈ। ਜਿੱਥੇ ਲੋੜ ਹੈਗੀ ਉੱਥੇ ਹੀ ਨੌਕਰੀ ਕੱਢਦੇ ਆ, ਜੇ ਬੰਦੇ ਦੀ ਲੋੜ ਹੈਗੀ ਫਿਰ ਹੀ ਕੱਢਣਗੇ, ਇੱਕ ਬੰਦੇ ਤੋਂ 10 ਬੰਦਿਆਂ ਦਾ ਕੰਮ ਕਰਾਉਣਗੇ। ਗੌਰਮੈਂਟ ਜੋਬਸ ਟੂ ਬੀ ਪ੍ਰੋਟੈਕਟ ਇਨਵਾਇਰਮੈਂਟ, ਵਾਤਾਵਰਨ ਨੂੰ ਜਿਹੜਾ ਆ ਖਰਾਬ ਨਹੀਂ ਕਰਨਾ ਹੈ। ਇਹਨਾਂ ਦਾ ਮਤਲਬ ਹੁੰਦਾ ਵੀ ਤੁਸੀਂ ਜਿੰਨੀਆਂ ਵੀ ਗੌਰਮੈਂਟ ਜੋਬਸ, ਜਿੰਨੀਆਂ ਵੀ ਨੌਕਰੀਆਂ ਕੱਢਣਗੇ, ਉਹਦਾ ਮਤਲਬ ਇਹ ਹੈ ਵੀ ਸਾਰਾ ਮਾਹੌਲ ਜਿਹੜਾ, ਇੱਕ ਤਾਂ ਵਾਤਾਵਰਨ ਹੋ ਗਿਆ, ਇੱਕ ਸਮਾਜ ਦਾ ਵਿਕਾਸ। ਲੈਸ ਬਿਊਰੋਕ੍ਰੇਸੀ, ਇਹਦੇ ਵਿੱਚ ਘੱਟ ਤੋਂ ਘੱਟ ਜਿਹੜੇ ਲੋਕ ਸਰਕਾਰੀ ਤੰਤਰ ਜਿਹੜਾ ਉਦੋਂ ਉਹ ਵਿੱਚ ਆਉਂਦਾ, ਅਤੇ ਇਹਦੇ 'ਚ ਕਰਪਸ਼ਨ ਦੇ ਚਾਂਸ ਜ਼ਿਆਦਾ ਹੁੰਦੇ, ਕਿਉਂਕਿ ਇਹ ਲੋਕ ਲਾਭ ਦੇ ਲਈ ਕਈ ਵਾਰੀ ਸਰਕਾਰੀ ਬੰਦਿਆਂ ਨੂੰ ਵੀ ਪੈਸਾ ਦੇ ਦਿੰਦੇ ਆ, ਆਪਣਾ ਲਾਭ ਕਮਾਉਣ ਦੇ ਲਈ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਬੈਨੀਫਿਟ ਜਿਹੜੇ ਆ ਸਰਕਾਰ ਦੇ ਥਰੂ ਲੈ ਲੈਂਦੇ ਆ। ਹੈਲਪ ਟੂ ਰਿਡਿਊਸ ਇਨਕੁਐਲਿਟੀ ਕੀ ਆ, ਅਸਮਾਨਤਾ, ਜਿਵੇਂ ਅਮੀਰ ਅਤੇ ਗਰੀਬ ਦਾ ਫਰਕ। ਪਬਲਿਕ ਸੈਕਟਰ ਦੇ ਵਿੱਚ ਸਰਕਾਰ ਜਿਹੜਾ ਆ ਸੀਟਾਂ ਰਾਖਵੀਆਂ ਰੱਖਦੀ ਵੀ ਇਹਨਾਂ ਲੋਕਾਂ ਨੂੰ, ਗਰੀਬ ਜਾਂ ਪਿਛੜੇ ਲੋਕਾਂ ਨੂੰ ਵੀ ਨੌਕਰੀ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਦੇ ਕੇ ਜਿਹੜੇ ਕਿਉਂਕਿ ਇਹ ਨਹੀਂ ਹੋਣਾ ਹੈਗਾ ਜੀ ਵੀ ਜਿਹੜਾ ਅਮੀਰ ਹੈ ਉਹ ਹੋਰ ਅਮੀਰ ਹੋਈ ਜਾਵੇ ਅਤੇ ਗਰੀਬ ਹੀ ਰਹਿ ਜਾਏ। ਇਸ ਕਰਕੇ ਸਰਕਾਰ ਉਹਨਾਂ ਲੋਕਾਂ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ, ਇਨਇਕੁਐਲਿਟੀ ਦੂਰ ਕਰਦੀ ਹੈ। ਡਜ਼ਨਟ ਰਿਕੁਆਇਰ ਟੈਕਸਿਸ ਟੂ ਫੰਡ, ਔਰ ਇਹ ਲੋਕ ਜਿਹੜੇ ਪ੍ਰਾਈਵੇਟ ਸੈਕਟਰ ਵਾਲੇ ਆ, ਇਹ ਵੱਧ ਤੋਂ ਵੱਧ ਜਿਹੜਾ ਆ ਇੱਕ ਟੈਕਸ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਅਤੇ ਨੌਕਰੀਆਂ ਦੇ ਵਿੱਚ ਇਹਨਾਂ ਦੀ ਕੋਈ ਰਿਜ਼ਰਵੇਸ਼ਨ ਨਹੀਂ ਹੁੰਦੀ। ਇਹ ਕੋਈ ਅਮੀਰ ਗਰੀਬ ਦਾ ਨਹੀਂ ਹਿਸਾਬ ਰੱਖਦੇ, ਇਹ ਦੇਖਦੇ ਵੀ ਬੰਦਾ ਕਿਹੜਾ ਇੰਟੈਲੀਜੈਂਟ ਉਹਨੂੰ ਹੀ ਆਪਣੇ ਕੋਲ ਰੱਖਦੇ ਆ। ਇਸ ਕਰਕੇ ਇਹ ਹੈਗਾ ਫਰਕ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦਾ। ਅਗਲਾ ਪੁਆਇੰਟ ਆ ਵੀ ਭਾਰਤ ਵਿੱਚ ਉਦਯੋਗੀਕਰਨ ਦਾ ਜਿਹੜਾ ਵਿਕਾਸ ਉਹਦੇ ਵਿੱਚ ਜਿਹੜਾ ਇੰਪੋਰਟੈਂਟ ਪੁਆਇੰਟ ਹੈਗਾ ਅਧੋਸੰਰਚਨਾ ਦਾ ਨਿਰਮਾਣ, ਬਿਲਡਿੰਗ ਅਪ ਆਫ ਇਨਫਰਾਸਟਰਕਚਰ। ਹੁਣ ਇਨਫਰਾਸਟਰਕਚਰ ਕੀ ਹੈ, ਪਹਿਲੀ ਗੱਲ ਤਾਂ ਇਹ ਸਾਨੂੰ ਪਤਾ ਹੋਵੇ, ਅਧੋਸੰਰਚਨਾ ਕਿਹਨੂੰ ਕਿ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਖ ਰਹੇ ਇਹਨੂੰ ਇਨਫਰਾਸਟਰਕਚਰ ਕਹਿੰਦੇ ਆ। ਅਧੋਸੰਰਚਨਾ ਵਰਡ ਜਿਹੜਾ ਹੈ ਯੂਜ਼ ਕੀਤਾ ਗਿਆ ਆ। ਹੁਣ ਇਹਦੇ ਵਿੱਚ ਦੇਖੋ, ਆਹ ਪੁਲ ਆ, ਹਵਾਈ ਜਹਾਜ਼ ਆ, ਹੌਸਪੀਟਲ ਆ, ਡੈਮ ਆ, ਸਕੂਲ ਆ, ਥੋੜ੍ਹੀਆਂ ਚੀਜ਼ਾਂ ਦਿੱਤੀਆਂ, ਬਹੁਤ ਸਾਰੀਆਂ ਹੋਰ ਵੀ ਹੈਗੀਆਂ, ਸੜਕਾਂ ਵੀ ਹੈਗੀਆਂ, ਰੇਲਵੇ ਵੀ ਹੈਗਾ ਆ। ਇਹਨਾਂ 'ਤੇ ਪੈਸਾ ਬੱਚਿਓ ਬਹੁਤ ਸਾਰਾ ਲੱਗਦਾ ਆ, ਔਰ ਇੰਨਾ ਪੈਸਾ ਜਿਹੜਾ ਆ ਉਹ ਸਿਰਫ ਸਰਕਾਰ ਹੀ ਲਾ ਸਕਦੀ ਆ, ਠੀਕ ਹੈ। ਪ੍ਰਾਈਵੇਟ ਸੈਕਟਰ ਵਾਲੇ ਲੋਕ ਇੰਨਾ ਪੈਸਾ, ਜੇਕਰ ਮੰਨ ਲਓ ਆਹ ਹੌਸਪੀਟਲ ਤਾਂ ਬਣਾ ਲੈਂਦੇ ਆ, ਤੁਸੀਂ ਦੇਖੋ ਸਰਕਾਰੀ ਹੌਸਪੀਟਲ ਜਾਓਗੇ ਅਤੇ ਪ੍ਰਾਈਵੇਟ ਹੌਸਪੀਟਲ ਜਾਓਗੇ, ਰੇਟਾਂ ਦਾ ਕਿੰਨਾ ਫਰਕ ਹੈਗਾ, ਕਿੰਨੇ ਪੈਸੇ ਜਿਹੜੇ ਆ ਉਹ ਲਏ ਜਾਂਦੇ ਟੈਸਟਾਂ ਦੇ ਜਾਂ ਕਿਸੇ ਹੋਰ ਚੀਜ਼ ਦੇ। ਹਾਂ, ਹੋ ਸਕਦਾ ਵੀ ਤੁਹਾਨੂੰ ਸਰਕਾਰੀ ਹੌਸਪੀਟਲ ਦੇ ਵਿੱਚ ਸਾਰੀਆਂ ਸੁਵਿਧਾਵਾਂ ਨਾ ਮਿਲਣ, ਪਰ ਫਿਰ ਵੀ ਜਿਹੜਾ ਜੋ ਰੇਟਸ ਹੈਗੇ ਆ, ਜਿਹੜੇ ਕੋਈ ਟੈਸਟ ਕਰਾਉਣਾ, ਜੇ ਕਿਸੇ ਨੇ ਐਕਸਰੇ ਕਰਾਉਣਾ, ਕਿਸੇ ਨੇ ECG ਕਰਾਉਣੀ, ਕਿਸੇ ਨੇ ਸਕੈਨਿੰਗ ਕਰਾਉਣੀ, ਉਹਦੇ ਰੇਟ ਬਹੁਤ ਘੱਟ ਹੁੰਦੇ, ਔਰ ਈਵਨ ਜਿਹੜੇ ਲੋਕ ਗਰੀਬ ਆ ਉਹਨਾਂ ਨੂੰ ਫ੍ਰੀ ਹੁੰਦੇ ਆ। ਅਤੇ ਇਹ ਸਾਰੀਆਂ ਚੀਜ਼ਾਂ ਕੌਣ ਬਣਾਉਂਦਾ ਹੈ, ਇਸ ਜਿਹੜਾ ਪਬਲਿਕ ਸੈਕਟਰ ਤੋਂ ਬਣਾਈ ਜਾਂਦੀਆਂ ਸਰਕਾਰ ਬਣਾਉਂਦੀ ਹੈ, ਠੀਕ ਹੈ ਜੀ। ਤਾਂ ਅਧੋਸੰਰਚਨਾ ਦਾ ਨਿਰਮਾਣ ਜਿਹੜਾ ਆ ਉਹ ਕਿਸੇ ਵੀ ਉਦਯੋਗ ਦੇ ਲਈ ਸਭ ਤੋਂ ਇੰਪੋਰਟੈਂਟ ਹੈਗਾ। ਇਹ ਜੇ ਹੁਣ ਪੁਲ ਹੋਊਗਾ ਤਾਂ ਹੀ ਜਿਹੜਾ ਇੱਕ ਜਗ੍ਹਾ 'ਤੇ ਸਮਾਨ ਬਣਿਆ ਜਾਂ ਪਿਆ ਹੋਇਆ ਫਸਲ ਬੀਜੀ ਹੋਈ ਉਹ ਤਾਂ ਦੂਜੀ ਥਾਂ 'ਤੇ ਜਾ ਸਕਦੀ ਹੈ। ਹੁਣ ਬਿਆਸ ਦਰਿਆ, ਸਤਲੁਜ ਦਰਿਆ, ਜਦੋਂ ਉੱਤੇ ਪੁਲ ਹੀ ਨਹੀਂ ਹੋਊਗਾ ਅਤੇ ਉਹ ਸਮਾਨ ਤਾਂ ਉੱਥੇ ਹੀ ਰਹਿ ਜਾਊ। ਮੰਨ ਲਓ ਸਾਡੇ ਏਰੀਏ ਦੇ ਵਿੱਚ ਕਣਕ ਵੱਧ ਹੋਈ ਆ ਅਤੇ ਕਣਕ ਅਸੀਂ ਦੂਜੇ ਏਰੀਏ 'ਚ ਭੇਜਣੀ ਆ, ਅਤੇ ਫਿਰ ਉਸ ਟਰਾਂਸਪੋਰਟ ਦੇ ਰਾਹੀਂ ਜਾਊਗੀ, ਰੇਲਵੇ ਦੇ ਥਰੂ ਜਾਊਗੀ, ਸੜਕਾਂ ਦੇ ਥਰੂ ਜਾਊਗੀ। ਜੇ ਸੜਕਾਂ ਹੀ ਨਹੀਂ ਹੋਣਗੀਆਂ ਤਾਂ ਕਿਵੇਂ ਜਾਊਗੀ, ਉਹ ਚੀਜ਼ ਪਈ ਉੱਥੇ ਖਰਾਬ ਹੋ ਜਾਊਗੀ। ਇਸ ਕਰਕੇ ਇਨਫਰਾਸਟਰਕਚਰ ਵੀ ਇੱਕ ਇੰਪੋਰਟੈਂਟ ਪਾਰਟ ਹੈਗਾ। ਆਹ ਦੇਖੋ ਕੁਛ ਹੋਰ ਚੀਜ਼ਾਂ ਵੀ ਆ, ਏਅਰਪੋਰਟ, ਵਾਟਰਵੇ, ਪਾਣੀ ਦੇ ਰਾਹੀਂ ਜਿਹੜਾ ਵੀ ਜਾਂਦਾ, ਸੋਲਰ ਸਿਸਟਮ ਹੈਗਾ, ਸੜਕਾਂ ਵੀ ਆ ਗਈਆਂ, ਹੈ ਨਾ। ਅਤੇ ਇਹ ਇੱਦਾਂ ਕਰਕੇ ਜਿਹੜਾ ਆਪਾਂ ਦੇਖ ਸਕਦੇ ਹਾਂ।
ਅਗਲੀ ਗੱਲ ਹੈ ਕਿ ਜਿਹੜੀ ਰਾਸ਼ਟਰੀ ਆਮਦਨ ਅਤੇ ਨਿਰਯਾਤ ਵਿੱਚ ਉਦਯੋਗਾਂ ਦਾ ਵਾਧਾ ਹੋਇਆ ਹਿੱਸਾ, ਇੰਕਰੀਜ਼ਿੰਗ ਸ਼ੇਅਰ ਆਫ ਇੰਡਸਟਰੀਜ਼ ਇਨ ਨੈਸ਼ਨਲ ਇਨਕਮ ਐਂਡ ਐਕਸਪੋਰਟ। ਨੈਸ਼ਨਲ ਇਨਕਮ ਦੀ ਗੱਲ ਪਹਿਲਾਂ ਕਰ ਲਈ ਹੈ ਵੀ ਦੇਸ਼ ਦੀ ਆਮਦਨ ਦੇ ਵਿੱਚ ਪਹਿਲਾਂ ਖੇਤੀ ਖੇਤਰ ਦਾ ਯੋਗਦਾਨ ਜ਼ਿਆਦਾ ਸੀਗਾ। ਹੁਣ ਜਦੋਂ ਤੋਂ ਇੰਡਸਟਰੀ ਬਣਨੀ ਸ਼ੁਰੂ ਹੋ ਗਈ ਹੈ ਤਾਂ ਇੰਡਸਟਰੀ ਦਾ ਯੋਗਦਾਨ ਵਧਣਾ ਸ਼ੁਰੂ ਹੋ ਗਿਆ, ਅਤੇ ਜਿਉਂ-ਜਿਉਂ ਇੰਡਸਟਰੀ ਵਧੀ ਜਾ ਰਹੀ ਹੈ ਤਿਉਂ-ਤਿਉਂ ਜਿਹੜਾ ਆ ਇਹਦੇ ਵਿੱਚ ਲੋਕ ਵੀ ਕੰਮ ਕਰਦੇ ਜਾ ਰਹੇ ਆ, ਹੋਰ ਫੈਕਟਰੀਆਂ ਲੱਗਦੀਆਂ ਜਾ ਰਹੀਆਂ, ਸਾਡੀ GDP ਵੀ ਜਿਹੜੀ ਵੱਧਦੀ ਜਾ ਰਹੀ ਆ। GDP ਦਿੱਤੀ ਹੋਈ ਹੈ, GDP ਪਹਿਲਾਂ ਤੁਹਾਨੂੰ ਦੱਸਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਿਵੇਂ ਹੁੰਦੀ ਆ ਕੈਲਕੂਲੇਟ, ਉਹ ਵੀ ਤੁਹਾਨੂੰ ਦੱਸਦੀ ਹੈ। ਹੁਣ ਐਗਰੀਕਲਚਰ ਦਾ ਯੋਗਦਾਨ ਦੇਖੋ ਇੰਨਾ 9.2% ਹੈ 2014 ਦੇ ਵਿੱਚ। 14 ਦੀ ਡਿਟੇਲ ਹੈਗੀ, ਇੰਡਸਟਰੀ ਦਾ 42.7% ਹੈ, ਸਰਵਿਸਿਜ਼ ਜਿਹੜੀਆਂ 48% ਹੈ। ਹੁਣ ਸਰਵਿਸਿਜ਼ ਸਮਝ ਲਓ, ਸਰਵਿਸਿਜ਼ ਕਿਹਨੂੰ ਕਿਹਾ ਹੈ, ਫਿਰ ਦੁਬਾਰਾ ਤੁਹਾਨੂੰ ਸਮਝਾ ਦੇਣਾ। ਸੇਵਾਵਾਂ ਕਿਹਨੂੰ ਕਹਿੰਦੇ ਆ? ਜਿਵੇਂ ਤੁਸੀਂ ਮੰਨ ਲਓ ਨਾਈ ਦੇ ਕੋਲ ਹੀ ਜਾਂਦੇ ਵਾਲ ਕਟਾਉਣ ਦੇ ਲਈ, ਅਤੇ ਨਾਈ ਤੁਹਾਡੇ ਕੋਲ ਵਾਲ ਕੱਟਣ ਦੇ 50 ਰੁਪਏ ਲੈਂਦਾ ਨਾ, ਉਹ ਸਰਵਿਸਿਜ਼ ਆ। ਤੁਸੀਂ ਟੀਚਰ ਦੇ ਕੋਲ ਪੜ੍ਹਨ ਜਾਂਦੇ ਹੋ, ਟਿਊਸ਼ਨ ਪੜ੍ਹਦੇ ਹੋ ਜਾਂ ਸਕੂਲ 'ਚ ਜਾਂਦੇ, ਉਹ ਸਰਵਿਸ ਆ, ਜਿਹਦੇ ਬਦਲੇ ਤੁਹਾਨੂੰ ਕੁਛ ਅਸਲ ਦੇ ਵਿੱਚ ਚੀਜ਼ ਨਹੀਂ, ਕੁਛ ਹੱਥ 'ਚ ਨਹੀਂ ਕੁਛ ਮਿਲਦਾ। ਜੇ ਦੁਕਾਨ 'ਤੇ ਗਏ ਤੁਸੀਂ ਲੇਜ਼ ਦਾ ਪੈਕਟ 20 ਰੁਪਏ ਦਾ ਲੈ ਲਿਆ, ਉਹ ਤਾਂ ਚੀਜ਼ ਮਿਲ ਗਈ ਨਾ ਤੁਹਾਡੇ ਹੱਥ 'ਚ ਹੈ ਨਾ। ਇੱਥੇ ਹੱਥ 'ਚ ਕੋਈ ਚੀਜ਼ ਨਹੀਂ ਆਉਂਦੀ, ਪਰ ਤੁਹਾਡੇ ਲਈ ਕੁਛ ਨਾ ਕੁਛ ਕੀਤਾ ਜਾਂਦਾ ਆ, ਉਹਨੂੰ ਅਸੀਂ ਸਰਵਿਸਿਜ਼ ਕਹਿੰਦੇ ਹਾਂ। ਇਹਨੂੰ ਯਾਦ ਰੱਖਿਓ ਇਸ ਚੀਜ਼ ਨੂੰ। ਹੁਣ ਕੁਛ ਡਿਟੇਲ ਹੋਰ ਵੀ ਹੈਗੀ, ਇੰਪੋਰਟ ਐਕਸਪੋਰਟ। ਇੰਪੋਰਟ ਮਤਲਬ ਮੰਗਵਾਉਣਾ, ਐਕਸਪੋਰਟ ਮਤਲਬ ਭੇਜਣਾ, ਆਯਾਤ ਅਤੇ ਨਿਰਯਾਤ, ਇਹ ਚੀਜ਼ਾਂ ਜਿਹੜੀਆਂ ਆਹ ਸਾਰੀ ਡਿਟੇਲ ਦਿੱਤੀ ਹੋਈ ਕਿਹੜੀਆਂ ਕਿਹੜੀਆਂ ਚੀਜ਼ਾਂ। ਦੇਖੋ ਅਸੀਂ ਇੰਪੋਰਟ ਮਤਲਬ ਮੰਗਾਇਆ 14 ਬਿਲੀਅਨ, ਬਿਲੀਅਨ ਦਾ ਤੁਹਾਨੂੰ ਪਹਿਲਾਂ ਦੱਸਿਆ ਸੀ, ਮਿਲੀਅਨ 'ਚ 10 ਲੱਖ ਹੁੰਦੇ, ਬਿਲੀਅਨ 'ਚ ਜਿਹੜਾ ਹੁੰਦਾ 100 ਕਰੋੜ ਹੁੰਦਾ। ਠੀਕ ਹੈ ਜੀ, 514 ਨੂੰ 100 ਕਰੋੜ ਨਾਲ ਗੁਣਾ ਕਰ ਦਾਂਗੇ, ਯਾਨੀ 51,400 ਕਰੋੜ ਦਾ ਸਮਾਨ ਜਿਹੜਾ ਅਸੀਂ ਬਾਹਰੋਂ ਮੰਗਾਇਆ, ਅਤੇ ਬਾਹਰ ਕਿੰਨਾ ਭੇਜਿਆ? 330 ਬਿਲੀਅਨ। 514 ਉਧਰ ਦਾ 330 ਬਿਲੀਅਨ ਆ, ਯਾਨੀ 33,000 ਦਾ ਭੇਜਿਆ। 51,000 ਦਾ ਅਸੀਂ ਮੰਗਾਇਆ, 51,000 ਕਰੋੜ ਦਾ ਮੰਗਾਇਆ, ਅਤੇ 33,000 ਕਰੋੜ ਦਾ ਅਸੀਂ ਭੇਜਿਆ। ਯਾਨੀ ਆਪਾਂ ਪੜ੍ਹਿਆ ਸੀਗਾ ਬੈਲੈਂਸ ਆਫ ਪੇਮੈਂਟ, ਭੁਗਤਾਨ ਸੰਤੁਲਨ। ਭੁਗਤਾਨ ਸੰਤੁਲਨ ਤਾਂ ਹੀ ਹੁੰਦਾ ਜੇਕਰ ਆਯਾਤ ਅਤੇ ਨਿਰਯਾਤ ਬਰਾਬਰ ਹੋਣ। ਇੱਥੇ ਕੀ ਸੀ, ਆਯਾਤ ਜਿਹੜਾ ਜ਼ਿਆਦਾ ਹੈ, ਨਿਰਯਾਤ ਘੱਟ ਆ। ਆਯਾਤ ਮਤਲਬ ਬਾਹਰੋਂ ਮੰਗਵਾਉਣਾ, ਨਿਰਯਾਤ ਮਤਲਬ ਬਾਹਰ ਭੇਜਣਾ, ਅਤੇ ਇਹ ਸਭ ਤੋਂ ਵੱਡੀ ਕਮੀ ਆ ਸਾਡੇ ਦੇਸ਼ ਦੇ ਵਿੱਚ ਵੀ ਅਸੀਂ ਜ਼ਿਆਦਾ ਸਮਾਨ ਜਿਹੜਾ ਬਾਹਰ ਨਹੀਂ ਭੇਜ ਪਾ ਰਹੇ ਦੂਜੇ ਦੇਸ਼ਾਂ ਨੂੰ। ਅਤੇ ਕੀ ਕੁਛ ਭੇਜਦੇ ਹਾਂ, ਦੇਖੋ 2018-19 ਦੀ ਡਿਟੇਲ ਸੀਗੀ, US ਡਾਲਰ ਦੇ ਵਿੱਚ ਹੈਗੀ ਆ, ਅਤੇ ਇਹ ਕੀ ਕੁਛ ਅਸੀਂ ਭੇਜਿਆ ਆ ਇਹਦੇ ਬਾਰੇ ਜਿਹੜਾ ਆ ਤੁਸੀਂ ਦੇਖ ਸਕਦੇ ਆ। ਆਹ ਦੇਖੋ ਮਸ਼ੀਨਰੀ ਆ, ਕੰਪਿਊਟਰ ਆ, ਇਹ ਨਹੀਂ, ਇਹ ਪਹਿਲਾਂ ਦੀ ਗੱਲ ਹੈਗੀ ਇੰਪੋਰਟ ਆ, ਬਾਹਰੋਂ ਜੋ ਮੰਗਾਇਆ। ਸਭ ਤੋਂ ਪਹਿਲਾਂ ਤਾਂ ਪੈਟਰੋਲ ਆ, ਦੇਖੋ ਬਣੀ ਹੋਈ ਫੋਟੋ ਬਣੀ ਹੋਈ ਆ। ਫਿਰ ਉਸ ਤੋਂ ਬਾਅਦ ਹੈਗਾ ਹੋਰ ਪ੍ਰੈਸ਼ੀਅਸ ਮੈਟਲਸ ਹੈਗੇ ਆ, ਫਿਰ ਇਲੈਕਟ੍ਰੀਸਿਟੀ ਦਾ ਸਮਾਨ ਆ, ਫਿਰ ਮਸ਼ੀਨਰੀ ਆ, ਫਿਰ ਔਰਗੈਨਿਕ ਕੈਮੀਕਲ ਹੈਗਾ, ਪਲਾਸਟਿਕ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੂਜੇ ਦੇਸ਼ਾਂ ਤੋਂ ਮੰਗਾਈਆਂ, ਅਤੇ ਜਿਹੜੀਆਂ ਅਸੀਂ ਭੇਜੀਆਂ ਆ ਉਹ ਵੀ ਦੇਖੋ, ਤੁਸੀਂ ਦੇਖੋਗੇ ਆ ਪੈਟਰੋਲ ਵੀ ਅਸੀਂ ਦੇ ਦਿੰਦੇ, ਕਿਹਨੂੰ ਦਿੰਦੇ ਆ? ਸਾਡੇ ਲਾਗੇ ਜਿਹੜੇ ਗੁਆਂਢੀ ਦੇਸ਼ ਆ, ਨੇਪਾਲ, ਭੂਟਾਨ, ਇਹ ਉਹ ਆਪਾਂ ਅੱਗੇ ਵੀ ਪੜ੍ਹ ਚੁੱਕੇ ਹਾਂ ਅਖਬਾਰ 'ਚ ਵੀ ਸਾਡੇ ਦੇਸ਼ 'ਚ ਪੈਟਰੋਲ ਮਹਿੰਗਾ, ਉਹਨਾਂ ਦੇਸ਼ਾਂ ਨੂੰ ਅਸੀਂ ਸਸਤੇ ਰੇਟ 'ਤੇ ਦਿੰਦੇ। ਪਤਾ ਨਹੀਂ ਸਰਕਾਰ ਦੀ ਕੀ ਪੋਲਿਸੀ ਹੈ। ਅਤੇ ਆਹ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਬਾਹਰ ਭੇਜਦੇ ਹਾਂ। ਵਹੀਕਲ ਵੀ ਹੈਗਾ, ਔਰਗੈਨਿਕ ਕੈਮੀਕਲ ਵੀ ਆ, ਫਾਰਮਾਸਿਊਟੀਕਲ ਵੀ ਆ, ਇਲੈਕਟ੍ਰੀਕਲ ਮਸ਼ੀਨਰੀ ਆ, ਆਇਰਨ ਸਟੀਲ ਵੀ ਆ, ਕਾਟਨ ਵੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜਦੇ ਹਾਂ। ਅਗਲੀ ਚੀਜ਼ ਹੈਗੀ ਵਿਦੇਸ਼ੀ ਸਹਿਯੋਗ ਵਿੱਚ ਵਾਧਾ, ਇੰਕਰੀਜ਼ ਇਨ ਫੋਰਨ ਕੋਲੈਬੋਰੇਸ਼ਨ। ਵਿਦੇਸ਼ੀ ਸਹਿਯੋਗ ਯਾਨੀ ਦੂਜੇ ਦੇਸ਼ਾਂ ਤੋਂ ਅਸੀਂ ਕੀ ਸਹਿਯੋਗ ਲੈਂਦੇ ਹਾਂ ਜਾਂ ਕੀ ਉਹਨਾਂ ਨੂੰ ਦਿੰਦੇ ਹਾਂ। ਹੁਣ ਕੁਛ ਐਗਜ਼ਾਮਪਲਸ ਹੈਗੀਆਂ ਵਿਦੇਸ਼ੀ ਸਹਿਯੋਗ ਦੀਆਂ, ਉਹਦੇ ਵਿੱਚ ਆ ਦੇਖੋ ING ਵਿਆਸਾ ਬੈਂਕ ਹੈ, ਟਾਟਾ ਡੋਕੋਮੋ, ਇਹ ਬੇਸ਼ੱਕ ਹੁਣ ਬੰਦ ਹੋ ਗਿਆ, ICI ਲੋਂਬਾਰਡ, ਸਿੱਕਿਮ ਮਨੀਪਾਲ ਯੂਨੀਵਰਸਿਟੀ। ਕਿਉਂ ਲਿਖੇ ਆ? ਹੋਰ ਵੀ ਕਈ ਕੁਛ ਹੈਗਾ, ਕਿਉਂਕਿ ਇਹ ਉਹ ਚੀਜ਼ਾਂ ਆ ਜਿਨ੍ਹਾਂ ਦੇ ਵਿੱਚ ਦੂਜੇ ਦੇਸ਼ਾਂ ਨੇ ਪੈਸਾ ਲਾਇਆ ਹੋਇਆ ਆ, ਯਾਨੀ ਇਹ ਸਾਡੇ ਦੇਸ਼ ਵੱਲੋਂ ਕੰਪਲੀਟਲੀ ਨਹੀਂ ਚਲਾਈ ਜਾਂਦੀਆਂ, ਕੁਛ ਹੋਰ ਦੇਸ਼ਾਂ ਨੇ ਇਹਨਾਂ ਵਿੱਚ ਪੈਸਾ ਲਾ ਕੇ ਸਾਡੇ, ਜਿਵੇਂ ਹੁਣ ਦੇਖੋ HDFC ਬੈਂਕ ਆ, ਉਹ ਅਮਰੀਕਾ ਦਾ ਬੈਂਕ ਹੈਗਾ ਨਾ। ਅਤੇ ਇੱਦਾਂ ਹੀ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ, ਜਿਵੇਂ ਤੁਸੀਂ ਦੇਖੋ ਕੋਕਾ ਕੋਲਾ ਆਪਾਂ ਕਹਿੰਦੇ ਸੀ ਪਹਿਲਾਂ ਨਾ, ਕੋਕ ਜਿਹੜੀ ਬਾਹਰਲੀ ਕੰਪਨੀ, ਕੋਲਾ ਇੰਡੀਆ ਦੀ ਕੰਪਨੀ, ਦੋਵਾਂ ਕੰਪਨੀਆਂ ਨੇ ਜੁੜ ਕੇ ਜਿਹੜੀ ਕੰਪਨੀ ਇੱਥੇ ਚਲਾਈ ਹੈ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਫੋਰਨ ਕੋਲੈਬੋਰੇਸ਼ਨ। ਅਤੇ ਕੁਛ ਫੀਚਰਸ ਵੀ ਦਿੱਤੇ ਹੋਏ ਆ ਫੋਰਨ ਕੋਲੈਬੋਰੇਸ਼ਨ ਦੇ, ਥੋੜ੍ਹੇ ਜਿਹੇ ਆਪਾਂ ਦੇਖਦੇ ਹਾਂ। ਟਾਈਪ ਆਫ ਪਾਰਟਨਰਸ਼ਿਪ, ਪਾਰਟਨਰਸ਼ਿਪ ਹੁੰਦਾ ਹਿੱਸੇਦਾਰੀ, ਜਿਵੇਂ 2 ਜਾਣੇ ਜਾਂ 10 ਜਾਣੇ ਮਿਲ ਕੇ ਕੋਈ ਚੀਜ਼ ਚਲਾਉਂਦੇ ਆ,
ਉਹਨੂੰ ਅਸੀਂ ਫੋਰਨ ਉਹਨੂੰ ਇਹ 'ਚ ਲੈ ਲੈਂਦੇ ਹਾਂ। ਰਿਕੁਆਇਰ ਐਂਡ ਅਪਰੂਵਲ ਆਫ ਗਵਰਨਮੈਂਟ, ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਚੱਲ ਸਕਦਾ। ਐਂਟੀਟੀ ਆਰ ਫਾਰਮ ਡਿਵੈਲਪਮੈਂਟ ਡਿਵੈਲਪਿੰਗ ਕੰਟਰੀ, ਇਹਦੇ 'ਚ ਕੀ ਹੁੰਦਾ ਵੀ ਜਿਹੜੇ ਦੂਜੇ ਦੇਸ਼ਾਂ ਤੋਂ ਕੰਪਨੀਆਂ ਆਉਂਦੀਆਂ ਉਹ ਡਿਵੈਲਪ ਦੇਸ਼ਾਂ 'ਚੋਂ ਆਉਂਦੀਆਂ, ਮਤਲਬ ਵਿਕਾਸ ਹੋ ਚੁੱਕਿਆ ਉਹਨਾਂ ਦਾ। ਸਾਡਾ ਦੇਸ਼ਾਂ ਦਾ ਵਿਕਾਸ ਹੋ ਰਿਹਾ, ਇਹ ਕਦ ਲਈ ਆਉਂਦੇ ਆ? ਇਹ ਦੂਜੇ ਦੇਸ਼ਾਂ 'ਚ ਪੈਸਾ ਲਾ ਕੇ ਪੈਸਾ ਕਮਾਉਣ ਦੇ ਲਈ ਆਉਂਦੇ ਆ। ਇਹ ਨਹੀਂ ਹੈਗਾ ਵੀ ਉਹਨਾਂ ਨੂੰ ਕੋਈ ਸਹੂਲਤ ਦੇਣ ਨੂੰ ਆਉਂਦੇ, ਪੈਸਾ ਕਮਾਉਣ ਦੇ ਲਈ ਆਉਂਦੇ ਆ। ਬੈਨੀਫਿਟ ਟੂ ਦਾ ਡਿਵੈਲਪ ਕੰਟਰੀ ਅਤੇ ਬੈਨੀਫਿਟ ਟੂ ਦਾ ਡਿਵੈਲਪਿੰਗ, ਦੋਵਾਂ ਨੂੰ ਫਾਇਦਾ ਹੁੰਦਾ। ਕਿਉਂਕਿ ਜਦੋਂ ਮੰਨ ਲਓ ਕਿਸੇ ਨੇ ਆ ਕੇ ਇੱਥੇ ਪੈਸਾ ਲਾ ਕੇ ਬਹੁਤ ਵੱਡੀ ਇੰਡਸਟਰੀ ਬਣਾਈ ਹੈ ਨਾ, ਹੁਣ ਜਿਵੇਂ ਮਾਰੂਤੀ ਸੁਜ਼ੂਕੀ ਆ, ਠੀਕ ਹੈ ਨਾ, ਮਾਰੂਤੀ ਅਤੇ ਸੁਜ਼ੂਕੀ, ਮਾਰੂਤੀ ਦੇ ਸਾਡੇ ਦੇਸ਼ ਦੀ ਕੰਪਨੀ ਆ, ਸੁਜ਼ੂਕੀ ਜਿਹੜੀ ਆ ਉਹ ਜਾਪਾਨ ਦੀ ਕੰਪਨੀ ਆ। ਹੁਣ ਜਾਪਾਨ ਦੀ ਕੰਪਨੀ ਨੇ ਸਾਡੇ ਦੇਸ਼ ਦੀ ਕੰਪਨੀ ਨਾਲ ਮਿਲ ਕੇ ਜਿਹੜਾ ਆ ਇੱਕ ਇੱਥੇ ਹੁਣ ਇੰਡਸਟਰੀ ਬਣਾ ਲਈ ਆ। ਹੁਣ ਉਹਦਾ ਫਾਇਦਾ ਕੀ ਹੁੰਦਾ? ਉਹਨਾਂ ਨੂੰ ਫਾਇਦਾ ਇਹ ਹੁੰਦਾ ਵੀ ਜਦੋਂ ਲਾਭ ਹੁੰਦਾ, ਚੀਜ਼ ਵਿਕਦੀ ਹੈ ਅਤੇ ਉਹ ਪੈਸਾ ਉਹਨਾਂ ਦੇ ਦੇਸ਼ 'ਚ ਜਾਪਾਨ 'ਚ ਜਾਂਦਾ। ਸਾਨੂੰ ਕੀ ਫਾਇਦਾ ਹੁੰਦਾ ਵੀ ਜਦੋਂ ਫੈਕਟਰੀ ਲੱਗਦੀ ਆ, ਫੈਕਟਰੀ ਬਣਦੀ ਆ, ਲੋਕ ਹਜ਼ਾਰਾਂ ਲੱਖਾਂ ਲੋਕ ਉੱਥੇ ਕੰਮ ਕਰਦੇ ਆ, ਨੌਕਰੀ ਮਿਲਦੀ ਹੈ, ਰੁਜ਼ਗਾਰ ਮਿਲਦਾ, ਉਹਨਾਂ ਨੂੰ ਆਮਦਨ ਦਾ ਸਾਧਨ ਮਿਲਦਾ, ਇਹ ਸਾਡੇ ਦੇਸ਼ਾਂ ਨੂੰ ਫਾਇਦਾ ਹੁੰਦਾ। ਐਸਟੈਬਲਿਸ਼ ਬਿਜ਼ਨਸ ਰਿਲੇਸ਼ਨਸ਼ਿਪ ਹੁੰਦੇ ਆ, ਕਿਉਂਕਿ ਅੱਜ ਅਸੀਂ ਉਹਨਾਂ ਨਾਲ ਕੀਤਾ, ਕੱਲ੍ਹ ਨੂੰ ਅਸੀਂ ਉਹਨਾਂ ਦੇ ਦੇਸ਼ 'ਚ ਜਾ ਕੇ ਵੀ ਕੋਈ ਨਾ ਕੋਈ ਕਰ ਸਕਦੇ ਹਾਂ, ਠੀਕ ਹੈ। ਇਨੀਸ਼ੀਏਸ਼ਨ ਆਫ ਫੋਰਨ ਕੋਲੈਬੋਰੇਸ਼ਨ, ਇੱਕ ਦੇਸ਼ ਨਾਲ ਕਰਦੇ ਹਾਂ, ਹੌਲੀ ਹੌਲੀ ਦੂਜੇ ਦੇਸ਼ਾਂ ਵੱਲ ਵੱਧਦੇ ਜਾਂਦੇ ਆ। ਬੈਟਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ, ਹੁਣ ਉਹ ਜਿਹੜੀਆਂ ਜਿਹੜੇ ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ, ਉਹਨਾਂ ਕੋਲ ਬਹੁਤ ਸਾਰਾ ਸਾਧਨ ਆ, ਬਹੁਤ ਸਾਰਾ ਪੈਸਾ, ਬਹੁਤ ਸਾਰੀਆਂ ਮਸ਼ੀਨਾਂ, ਉਹਨਾਂ ਕੋਲ ਨਵੀਂ ਨਵੀਂ ਤਕਨੀਕ ਆ, ਜਿਹਦੇ ਨਾਲ ਉਹ ਜਿਹੜੇ ਸਾਧਨ ਸਾਡੇ ਦੇਸ਼ਾਂ 'ਚ ਮੌਜੂਦ ਹੈ ਉਹਨਾਂ ਸਾਧਨਾਂ ਦਾ ਵਧੀਆ ਤੋਂ ਵਧੀਆ ਯੂਜ਼ ਕਰ ਸਕਦੇ ਆ। ਸਕੋਪ ਆਫ ਫੋਰਨ ਕੋਲੈਬੋਰੇਸ਼ਨ, ਸਕੋਪ ਮਤਲਬ ਕਿ ਵੱਧਦਾ ਜਾਂਦਾ ਸਾਡਾ, ਵੀ ਵੱਧ ਤੋਂ ਵੱਧ ਅਸੀਂ ਕਰ ਲੈਂਦੇ ਹਾਂ। ਹੋਰ ਕਈ ਕੁਛ ਹੈਗਾ, ਠੀਕ ਹੈ ਜੀ। ਅਗਲੀ ਗੱਲ ਕਰਦੇ ਹਾਂ, ਉਦਯੋਗਿਕ ਉਤਪਾਦਨ ਵਿੱਚ ਵਾਧਾ। ਹੁਣ ਜਦੋਂ ਫੈਕਟਰੀਆਂ ਵੱਧ ਤੋਂ ਵੱਧ ਲੱਗੂਗੀਆਂ ਤਾਂ ਨੈਚੁਰਲੀ ਆ ਵੀ ਚੀਜ਼ਾਂ ਵੱਧ ਪੈਦਾ ਹੋਣਗੀਆਂ। ਇੱਕ ਡਿਟੇਲ ਸਾਡੀ ਬੁੱਕ ਦੇ ਵਿੱਚ, ਉਹ 'ਚੋਂ ਮੈਂ ਚਾਰਟ ਚੱਕਿਆ। ਉਦਯੋਗ ਲਿਖੇ, ਫੈਕਟਰੀਆਂ ਲਿਖੀਆਂ, ਦੇਖੋ ਤਿਆਰ ਇਸਪਾਤ, ਕੋਲਾ, ਪੈਟਰੋਲ, ਸ਼ੁੱਧ ਤਾਂਬਾ, ਕਾਗਜ਼, ਸੀਮੈਂਟ, ਸਾਈਕਲ, ਟਰੈਕਟਰ। ਹੁਣ ਲੱਖ ਟਨ, ਮਤਲਬ ਕਿ 1 ਲੱਖ ਟਨ, 2 ਲੱਖ ਟਨ। ਹੁਣ 1951 ਦੇ ਵਿੱਚ ਆ ਦੇਖੋ 10 ਲੱਖ ਟਨ ਇਸਪਾਤ ਕਹਿੰਦੇ ਸਟੀਲ ਨੂੰ ਬਣਿਆ ਸੀ, ਜਿਹੜਾ ਕਿ 2006-07 ਵਿੱਚ 5020 ਲੱਖ ਟਨ ਹੋ ਗਿਆ, ਠੀਕ ਹੈ ਜੀ। ਆਪਾਂ ਸੌਖਾ ਉਦਾਹਰਨ ਦੇਖਦੇ ਹਾਂ, ਮੰਨ ਲਓ ਟਰੈਕਟਰ 'ਤੇ ਆਉਣੇ ਆ। ਟਰੈਕਟਰ ਜਿਹੜੇ ਹਜ਼ਾਰਾਂ 'ਚ ਗਿਣਤੀ ਸੀ ਪਹਿਲਾਂ, ਸਾਡੇ ਕੋਲ 1951 'ਚ ਕੋਈ ਟਰੈਕਟਰ ਨਹੀਂ ਤਿਆਰ ਹੁੰਦਾ, ਫੈਕਟਰੀ ਹੈ ਨਹੀਂ ਸੀ, ਠੀਕ ਹੈ। ਹੁਣ ਇਸ ਵੇਲੇ 311,000 ਟਰੈਕਟਰ 2006-07 ਦੇ ਵਿੱਚ ਅਸੀਂ ਜਿਹੜਾ ਆ ਤਿਆਰ ਕੀਤੇ ਸੀਗੇ। ਹੁਣ ਤਾਂ 20 ਚੱਲਦਾ ਪਿਆ, ਪਰ ਸਾਡੇ ਕੋਲ ਡਿਟੇਲ ਜਿਹੜੀ ਸੀ ਅਸੀਂ ਉਹੀ ਤੁਹਾਨੂੰ ਦਿਖਾ ਸਕਦੇ ਹਾਂ। ਇੱਦਾਂ ਥੱਲੇ ਸਕੂਟਰ, ਮੋਟਰਸਾਈਕਲ ਆ, ਉਹ ਸਾਡੇ ਕੋਲ 51 ਵਿੱਚ ਕੋਈ ਨਹੀਂ ਸੀ। ਇਸ ਵੇਲੇ 84,000 ਠੀਕ ਹੈ ਨਾ ਦੇ ਲਾਗੇ ਜਿਹੜੇ ਸਾਈਕਲ, ਸਕੂਟਰ ਦੇ ਮੋਟਰਸਾਈਕਲ ਅਸੀਂ 2006-07 ਦੇ ਵਿੱਚ ਤਿਆਰ ਕਰਦੇ ਪਏ ਹਾਂ। ਕਹਿਣ ਦਾ ਮਤਲਬ ਫੈਕਟਰੀਆਂ ਵਧਣਗੀਆਂ ਤਾਂ ਨੈਚੁਰਲੀ ਜਿਹੜਾ ਸਾਡਾ ਸਿਸਟਮ ਹੈ ਉਹ ਇੰਪਰੂਵ ਹੋਊਗਾ। ਹੁਣ ਅੱਗੇ ਦੇਖੋ ਇੰਡਸਟਰੀਅਲ ਪ੍ਰੋਡਕਸ਼ਨ ਗਰੋਥ ਰੇਟ ਕਿੰਨੀ ਹੈਗੀ 20 ਦੇ ਵਿੱਚ, ਇਹ 20 ਦੀ ਚਾਰਟ ਹੈਗਾ। ਅਤੇ ਆਹ ਥੱਲੇ ਸਾਲ ਹੋਰ ਸਾਰੇ ਲਿਖੇ ਹੋਏ ਦੇਖੋ, 82-83 ਵਿੱਚ 3% ਗਰੋਥ ਹੋਈ ਸੀ। 13% ਗਰੋਥ ਜਿਹੜੀ ਸਾਡੀ ਹੋ ਗਈ ਹੈ ਇਹ ਤਕਰੀਬਨ 95-96 ਦੇ ਵਿੱਚ। ਆ 15 ਮਿੰਟ 6% ਵੀ ਗਰੋਥ ਹੋਈ ਹੈ, 2007-08 ਦੇ ਵਿੱਚ ਹੋਈ ਆ। ਹੁਣ 12-13 ਦੇ ਵਿੱਚ ਮਾਈਨਸ 'ਚ ਵੀ ਗਰੋਥ ਹੋ ਗਈ ਹੈ, 1% ਅਸੀਂ ਪਿੱਛੇ ਚਲੇ ਗਏ। ਯਾਨੀ ਪਿਛਲੇ ਸਾਲ ਜਿੰਨੀ ਵੀ ਅਸੀਂ ਜਿਹੜੀ ਪ੍ਰੋਡਕਸ਼ਨ ਕੀਤੀ ਸੀ, ਉਸ ਪ੍ਰੋਡਕਸ਼ਨ ਤੋਂ ਅਸੀਂ ਕਿੰਨਾ ਅੱਗੇ ਵਧੇ, ਇਹਦਾ ਮਤਲਬ ਇਹ ਆ। ਜੇ ਨਹੀਂ ਵਧੇ ਤਾਂ ਥੱਲੇ ਨੂੰ ਕਿੰਨੀ ਵਾਰੀ, 2 ਵਾਰੀ ਥੱਲੇ ਨੂੰ ਅਸੀਂ ਆਏ ਹਾਂ। ਬਾਕੀ ਹਰ ਸਾਲ ਅਸੀਂ ਜਿਹੜਾ ਆਪਣੀ ਪ੍ਰੋਡਕਸ਼ਨ ਜਿਹੜੀ ਆ ਉਹ ਵਧਾਈ ਆ, ਘੱਟ ਨਹੀਂ ਹੋਈ ਆ, ਠੀਕ ਹੈ ਜੀ। ਹੁਣ ਅਗਲੀ ਗੱਲ ਆ ਵਰਤਮਾਨ ਉਦਯੋਗਿਕ ਢਾਂਚਾ, ਪ੍ਰੈਜੈਂਟ ਇੰਡਸਟਰੀਅਲ ਸਟਰਕਚਰ ਕੀ ਹੈਗਾ, ਜਿਹਦੀ ਗੱਲ ਅਸੀਂ ਹੁਣ ਕਰਨੀ ਆ। ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈਗਾ ਵੀ ਇਹ 'ਚ 3 ਚੀਜ਼ਾਂ ਆ, ਸਰਵਜਨਿਕ ਉਦਮ, ਸੰਯੁਕਤ ਉਦਮ ਅਤੇ ਨਿੱਜੀ ਉਦਮ। ਇੰਗਲਿਸ਼ ਉਹਨੂੰ ਕਹਿ ਦਿੰਦੇ ਆ ਪਬਲਿਕ ਸੈਕਟਰ, ਜੁਆਇੰਟ ਸੈਕਟਰ ਅਤੇ ਪ੍ਰਾਈਵੇਟ ਸੈਕਟਰ। ਕਿਵੇਂ ਆ? ਭਾਰਤ ਵਿੱਚ ਸਰਵਜਨਿਕ, ਸੰਯੁਕਤ ਅਤੇ ਨਿੱਜੀ ਉਦਮ ਪਾਏ ਜਾਂਦੇ ਹਨ। ਸਰਵਜਨਿਕ ਉਦਮ ਉਹ ਉਦਮ ਹਨ ਜਿਨ੍ਹਾਂ ਦੀ ਮਲਕੀਅਤ ਸਰਕਾਰ ਕਰਦੀ ਹੈ। ਸੰਯੁਕਤ ਉਦਮ ਉਹ ਉਦਮ ਹਨ ਜਿਨ੍ਹਾਂ ਸਰਕਾਰ ਅਤੇ ਨਿੱਜੀ ਖੇਤਰਾਂ ਦੋਨਾਂ ਦੀ ਸਾਂਝੀ ਮਲਕੀਅਤ ਹੁੰਦੀ। ਨਿੱਜੀ ਉਦਮ ਉਹ ਉਦਮ ਹਨ ਜਿਨ੍ਹਾਂ ਦੇ ਸਵਾਮੀ ਨਿੱਜੀ ਵਿਅਕਤੀ ਹੁੰਦੇ ਹਨ। ਸਮਝ ਲਓ ਗੱਲ ਕੀ ਆ। ਜਦੋਂ ਅਸੀਂ ਗੱਲ ਕਰਾਂਗੇ
ਪਬਲਿਕ ਸੈਕਟਰ ਦੀ, ਇਹ ਤਾਂ ਪਹਿਲਾਂ ਤੁਹਾਨੂੰ ਮੈਂ ਦੱਸ ਚੁੱਕਿਆ ਵੈਸੇ ਵੀ, ਜਾਂ ਸਰਵਜਨਕ ਉੱਦਮ ਦੀ। ਸਰਵਜਨਕ ਉੱਦਮ ਸਰਕਾਰ ਵੱਲੋਂ ਚਲਾਏ ਜਾਂਦੇ, ਉਹਨਾਂ ਦੇ ਮਾਲਕ ਸਰਕਾਰ ਹੁੰਦੀ ਹੈ। ਕਿਵੇਂ? ਜਿਵੇਂ ਸਾਡੇ ਕਪੂਰਥਲੇ ਵਿੱਚ ਰੇਲਵੇ ਕੋਚ ਫੈਕਟਰੀ ਆ, ਉਹ ਸਰਕਾਰ ਵੱਲੋਂ ਚਲਾਈ ਜਾਂਦੀ, ਲੱਖਾਂ ਲੋਕ ਕੰਮ ਕਰਦੇ ਆ, ਬਹੁਤ ਵੱਡੀ ਆ, ਤਾਂ ਉਹ ਇੱਕ ਪਬਲਿਕ ਸੈਕਟਰ ਦੀ ਜਿਹੜੀ ਇਕਾਈ ਹੈ, ਪਬਲਿਕ ਸੈਕਟਰ ਦੀ ਫੈਕਟਰੀ ਹੈ। ਹੁਣ ਜੁਆਇੰਟ ਸੈਕਟਰ ਦੇ ਵਿੱਚ ਕੀ ਹੈ? ਜੁਆਇੰਟ ਸੈਕਟਰ ਦੇ ਵਿੱਚ ਹੁੰਦਾ ਵੀ ਸਰਕਾਰ ਦਾ ਵੀ ਵਿੱਚ ਪੈਸਾ ਲੱਗਾ ਹੁੰਦਾ ਅਤੇ ਪ੍ਰਾਈਵੇਟ ਲੋਕਾਂ ਦਾ ਵੀ ਪੈਸਾ ਲੱਗਾ ਹੁੰਦਾ, ਉਹਨੂੰ ਅਸੀਂ ਜੁਆਇੰਟ ਸੈਕਟਰ ਕਹਿੰਦੇ ਹਾਂ। ਫਿਰ ਨਿੱਜੀ ਸੈਕਟਰ ਕਿਹੜਾ? ਜਿਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ, ਸਾਰਾ ਪੈਸਾ ਲੋਕਾਂ ਦਾ ਲੱਗਾ ਹੁੰਦਾ, ਇੱਕ ਜਾਂ ਲੱਗਾ ਹੋਊ, ਜਾਂ 2 ਦਾ ਲੱਗਾ ਹੋਊ, ਜਾਂ 10 ਦਾ ਲੱਗਾ ਹੋਊ। ਹੁਣ ਜਿਵੇਂ ਟਾਟਾ ਆ, ਅਡਾਨੀ ਆ, ਰਿਲਾਇੰਸ ਵਾਲਿਆਂ ਦਾ ਅੰਬਾਨੀ ਆ, ਇਹ ਸਾਰੇ ਜਿਹੜੇ ਆ ਆਪਣੇ ਲੈਵਲ ਦੇ ਉੱਤੇ ਹੀ ਫੈਕਟਰੀਆਂ ਚਲਾਉਂਦੇ ਆ, ਆਪਣੇ ਲੈਵਲ 'ਤੇ ਹੀ ਉਦਯੋਗ ਚਲਾਉਂਦੇ ਆ, ਉਹਨੂੰ ਅਸੀਂ ਕਹਿੰਦੇ ਆ ਨਿੱਜੀ ਉੱਦਮ ਜਾਂ ਪ੍ਰਾਈਵੇਟ ਸੈਕਟਰ। ਉਸ ਤੋਂ ਅੱਗੇ ਬੱਚੇ ਹੈ ਕਾਰਖਾਨਾ ਨਿਰਮਾਣ ਇਕਾਈਆਂ। ਕਾਰਖਾਨਾ ਨਿਰਮਾਣ ਇਕਾਈਆਂ 2 ਤਰ੍ਹਾਂ ਦੀਆਂ ਹੁੰਦੀਆਂ, ਇਹਦੇ 'ਚ ਆਪਾਂ ਫੇਰਾ ਕੰਪਨੀਆਂ ਅਤੇ MRTP ਕੰਪਨੀਜ਼, ਇਹ 2 ਤਰ੍ਹਾਂ ਦੀਆਂ। ਫੇਰਾ ਦੀ ਫੁੱਲ ਫਾਰਮ ਹੈਗੀ ਆ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ, FERA, ਠੀਕ ਹੈ। 29 ਦਸੰਬਰ 1999 ਤੋਂ ਇਹ ਜਿਹੜੀ ਸੀ ਇਹਦੀ ਸ਼ੁਰੂਆਤ ਹੋਈ ਸੀ। ਇਹਦੇ ਵਿੱਚ ਤਕਰੀਬਨ 3200 ਦੇ ਲਾਗੇ ਫੋਰਨ ਕੰਪਨੀਜ਼ ਨੇ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਕੰਮ ਕਰਦੀਆਂ ਪਈਆਂ ਨੇ, ਯਾਨੀ ਉਹਨਾਂ ਦਾ ਪੈਸਾ ਸਾਡੇ ਦੇਸ਼ 'ਚ ਲੱਗਾ ਹੋਇਆ, ਅਤੇ ਉਹ ਜਿਹੜਾ ਆ ਪੈਸਾ ਜਿਹੜਾ ਸਾਡੇ ਦੇਸ਼ 'ਚ ਇਸ ਕਰਕੇ ਲਾਉਂਦੀਆਂ ਤਾਂ ਕਿ ਉਹ ਕਮਾਈ ਕਰ ਸਕਣ। ਤਾਂ ਪਰ ਇਹਦੇ ਨਾਲ ਇਹ ਹੁੰਦਾ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ ਆ। ਸੋ ਇਹ ਫੇਰਾ ਐਕਟ ਹੈਗਾ 1999 'ਚ ਬਣਿਆ ਸੀ। ਉਸ ਤੋਂ ਬਾਅਦ ਹੈਗਾ MRTP ਐਕਟ 1969, ਇਹ ਹੈਗਾ ਮੋਨੋਪੋਲੀਜ਼ ਐਂਡ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ। ਇਹਦੇ ਵਿੱਚ ਇਹ ਕਾਹਦੇ ਲਈ ਬਣਾਇਆ ਗਿਆ ਸੀ? ਇਹ ਐਕਟ ਮਤਲਬ ਇਹ ਕਾਨੂੰਨ ਕਿਉਂ ਬਣਾਇਆ ਗਿਆ? ਇਹ ਇਸ ਕਰਕੇ ਬਣਾਇਆ ਗਿਆ ਕਿਉਂਕਿ ਕੁਛ ਐਸੀਆਂ ਕੰਪਨੀਆਂ ਸੀਗੀਆਂ ਜਿਹੜੀਆਂ ਰਲ ਕੇ ਫਿਰ ਮਤਲਬ ਕਿ ਆਪਸ ਵਿੱਚ ਰਲ ਕੇ ਪ੍ਰੋਡਕਟ ਤਿਆਰ ਕਰਦੀਆਂ ਸੀ, ਫਿਰ ਉਹਦਾ ਰੇਟ ਆਪਣੀ ਮਰਜ਼ੀ ਨਾਲ ਰੱਖਦੀਆਂ ਸੀ। ਜਾਂ ਜਿਵੇਂ ਇੱਕ ਚੀਜ਼ ਕੋਈ 3-4 ਕੰਪਨੀਆਂ ਬਣਾ ਰਹੀਆਂ, ਉਹਨਾਂ ਨੇ ਰਲ ਕੇ ਆਪਣਾ ਸਲਾਹ ਕਰ ਲੈਣੀ ਵੀ ਆਪਾਂ ਆਹ ਰੇਟ ਰੱਖਣਾ ਹੈ, ਉਸ ਤੋਂ ਘੱਟ ਨਹੀਂ ਰੱਖਣਾ, ਅਤੇ ਲੋਕਾਂ ਦੀ ਮਜਬੂਰੀ ਹੁੰਦੀ ਕਿਉਂਕਿ ਉਹਦਾ ਕੋਈ ਅਲਟਰਨੇਟਿਵ, ਉਹਦਾ ਕੋਈ ਬਦਲ ਉਹਨਾਂ ਕੋਲ ਨਹੀਂ ਹੁੰਦਾ ਸੀ, ਉਹਨਾਂ ਨੂੰ ਉਹ ਲੈਣਾ ਪੈਂਦਾ ਸੀ। ਇਸ ਕਰਕੇ 1969 ਦੇ ਵਿੱਚ ਇਹ MRTP ਐਕਟ ਜਿਹੜਾ ਸਰਕਾਰ ਵੱਲੋਂ ਲਾਗੂ ਕੀਤਾ ਗਿਆ। ਨੈਕਸਟ ਹੈਗਾ ਗੈਰ ਕਾਰਖਾਨਾ ਨਿਰਮਾਣ ਇਕਾਈਆਂ, ਨੋਨ ਫੈਕਟਰੀ ਮੈਨੂਫੈਕਚਰਿੰਗ ਯੂਨਿਟਸ। ਨਿਰਮਾਣ ਇਕਾਈਆਂ ਇਸ ਤਰ੍ਹਾਂ ਦੀਆਂ ਇਕਾਈਆਂ ਜਿਹੜੀਆਂ ਹੈਗੀਆਂ 2 ਤਰ੍ਹਾਂ ਦੀਆਂ ਹੈ, ਲਘੂ ਉਦਯੋਗ ਅਤੇ ਕੁਟੀਰ ਉਦਯੋਗ। ਇਹਦੇ ਬਾਰੇ ਅਕਸਰ ਤੁਸੀਂ ਜਾਣਿਆ ਹੋਊਗਾ। ਲਘੂ ਦਾ ਮਤਲਬ ਹੁੰਦਾ ਛੋਟਾ, ਕੁਟੀਰ ਦਾ ਮਤਲਬ ਹੁੰਦਾ ਘਰ ਨੂੰ ਕਹਿ ਦਿੰਦੇ, ਕੁਟੀਆ ਨੂੰ ਕਹਿ ਦਿੰਦੇ ਆ ਕੁਟੀਰ। ਡਿਟੇਲ 'ਚ ਦੇਖਦੇ ਹਾਂ ਕੁਟੀਰ ਉਦਯੋਗ ਕੀ ਆ। ਕੁਟੀਰ ਉਦਯੋਗ ਉਹ ਉਦਯੋਗ ਹਨ ਜੋ ਪੂਰਨ ਰੂਪ ਜਾਂ ਅੰਸ਼ਿਕ ਰੂਪ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਚਲਾਏ ਜਾਂਦੇ ਹਨ। ਯਾਨੀ ਕੁਟੀਰ ਉਦਯੋਗ ਉਹ ਉਦਯੋਗ ਜੋ ਇੱਕ ਪਰਿਵਾਰ ਦੇ ਮੈਂਬਰ ਹੀ ਜਿਹੜਾ ਆ ਉਹਨੂੰ ਚਲਾਉਂਦੇ ਆ। ਉਹਦੇ ਵਿੱਚ ਮਸ਼ੀਨਾਂ ਦਾ ਨਾਮ ਮਾਤਰ ਪ੍ਰਯੋਗ ਹੁੰਦਾ, ਬਿਜਲੀ ਵੀ ਬਹੁਤ ਘੱਟ ਇਸਤੇਮਾਲ ਹੁੰਦੀ। ਆਮ ਤੌਰ 'ਤੇ ਇਹ ਉਦਯੋਗ ਪਿੰਡਾਂ ਵਿੱਚ ਮਿਲਦੇ ਆ। ਛੋਟੀ ਮੋਟੀ ਇੰਡਸਟਰੀ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਕੁਟੀਰ ਉਦਯੋਗ ਦੇ ਵਿੱਚ ਆਉਂਦੀ ਆ। ਦੇਖੋ ਇਹ ਸਾਰੇ ਕੰਮ ਜਿਹੜਾ ਹੋ ਰਿਹਾ, ਜਿਵੇਂ ਮਿੱਟੀ ਦੇ ਬਰਤਨ ਬਣਾਉਣਾ ਜਾਂ ਛੋਟੀਆਂ ਮੋਟੀਆਂ ਕਲਾ ਨਾਲ ਰਿਲੇਟਡ ਚੀਜ਼ਾਂ ਬਣਾਉਣੀਆਂ, ਟੋਕਰੀਆਂ ਬਣਾਉਣਾ ਜਾਂ ਕੱਪੜਾ ਬਣਾਉਣਾ ਜਿਹੜਾ ਕੋਈ, ਠੀਕ ਹੈ। ਇਹ ਸਾਰਾ ਕੰਮ ਜਿਹੜਾ ਛੋਟੇ ਲੈਵਲ ਵਾਲਾ ਕੰਮ ਸਾਰਾ ਰੂਈ ਜਿਹੜੀ ਸੀ ਚਰਖੇ ਨਾਲ ਕੱਤਣਾ ਉਹਨੂੰ। ਅਤੇ ਇਹਨਾਂ ਦੀ ਕੀ ਇੰਪੋਰਟੈਂਸ ਹੈਗੀ? ਬੇਸ਼ੱਕ ਇਹ ਛੋਟੇ ਉਦਯੋਗ ਆ, ਬਹੁਤ ਛੋਟੇ ਲੈਵਲ 'ਤੇ, ਕਿਉਂਕਿ ਇੱਕ ਪਰਿਵਾਰ ਦੇ ਮੈਂਬਰ ਹੀ ਤਕਰੀਬਨ ਇਹਦੇ 'ਚ ਕੰਮ ਕਰਦੇ, ਬਹੁਤੇ ਜ਼ਿਆਦਾ ਮੈਂਬਰਾਂ ਦੀ ਇਹਨਾਂ 'ਚ ਲੋੜ ਨਹੀਂ ਹੁੰਦੀ, ਨਾ ਹੀ ਕੋਈ ਜ਼ਿਆਦਾ ਕੱਚਾ ਮਾਲ ਦੂਰੋਂ ਨੇੜੋਂ ਲਿਆਉਣਾ ਪੈਂਦਾ। ਲੋਕਲ ਏਰੀਏ ਦੇ ਵਿੱਚੋਂ ਜੋ ਕੁਛ ਮਿਲਦਾ ਉਹਦੇ ਨਾਲ ਹੀ ਇਹ ਚੀਜ਼ਾਂ ਤਿਆਰ ਹੁੰਦੀਆਂ ਆ। ਤਾਂ ਇਹਦੀ ਕੀ ਇੰਪੋਰਟੈਂਸ ਹੈਗੀ? ਕੁਟੀਰ ਉਦਯੋਗਾਂ ਦੇ ਫਲਸਰੂਪ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲਦਾ। ਹੁਣ ਕੀ ਆ, ਪਿੰਡ ਸਾਰੇ ਖੇਤੀ 'ਤੇ ਨਿਰਭਰ ਕਰਦੇ, ਖੇਤ 'ਤੇ ਜਿੱਦਾਂ ਕੰਮ ਹੁੰਦਾ, ਸਾਨੂੰ ਜਾਂ ਤਾਂ ਫਸਲ ਬੀਜਣ ਵੇਲੇ ਹੁੰਦਾ ਜਾਂ ਫਸਲ ਵੱਢਣ ਵੇਲੇ, ਵਿੱਚ ਕੰਮ ਬਹੁਤ ਘੱਟ ਹੁੰਦਾ। ਤਾਂ ਸਾਰਾ ਸਮਾਂ ਲੋਕ ਜਿਹੜੇ ਵਿਹਲੇ ਹੁੰਦੇ ਆ ਅਤੇ ਛੋਟੇ ਮੋਟੇ ਇੱਦਾਂ ਦੇ ਕੰਮ ਕਰਕੇ ਉਹ ਆਪਣੀ ਰੁਜ਼ਗਾਰ ਨੂੰ ਵਧਾ ਸਕਦੇ ਆ। ਇਹਨਾਂ ਦੁਆਰਾ ਕਲਾਤਮਕ ਮਹਿੰਗੀਆਂ ਚੀਜ਼ਾਂ ਦਾ ਉਤਪਾਦਨ ਹੁੰਦਾ ਹੈ, ਅਤੇ ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰ ਵੱਲ ਨੂੰ ਜਾਂਦੇ ਉਹ ਵੀ ਪ੍ਰਵਿਰਤੀ ਘੱਟ ਜਾਂਦੀ, ਕਿਉਂਕਿ ਘਰ 'ਚ ਹੀ ਕੰਮ ਮਿਲ ਜਾਂਦਾ, ਇਸ ਕਰਕੇ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਹੁੰਦੀ। ਪਤਨ ਦੇ ਕਾਰਨ, ਪਤਨ ਮਤਲਬ ਵੀ ਕਿਉਂ ਇਹ ਖਤਮ ਹੋ ਰਹੇ ਆ, ਘੱਟ ਕਿਉਂ ਰਹੇ ਆ? ਤਾਂ ਮੁੱਖ ਪਤਨ ਦੇ ਕਾਰਨ ਇਹ ਆ ਵੀ ਆਧੁਨਿਕ ਉਦਯੋਗਾਂ ਦੇ ਸਸਤੇ ਉਤਪਾਦਨ ਦਾ ਕੁਟੀਰ ਉਦਯੋਗਾਂ ਦਾ ਉਤਪਾਦਨ ਮੁਕਾਬਲਾ ਨਹੀਂ ਕਰ ਸਕਦਾ। ਹੁਣ ਜਿਹੜਾ ਕੰਮ ਅਸੀਂ ਹੱਥ ਨਾਲ ਕਰਨਾ, ਮੰਨ ਲਓ
ਤੁਸੀਂ ਦੇਖੋ ਕਲਾ ਨਾਲ ਸੰਬੰਧਿਤ ਕੁਛ ਚੀਜ਼ਾਂ ਹੈਗੀਆਂ, ਛੋਟੀਆਂ ਮੋਟੀਆਂ ਮੂਰਤੀਆਂ ਆ ਜਾਂ ਸਜਾਵਟ ਦਾ ਸਮਾਨ ਆ, ਉਹ ਲੋਕ ਹੱਥਾਂ ਨਾਲ ਬਣਾਉਂਦੇ ਆ। ਟੋਕਰੀਆਂ ਹੱਥਾਂ ਨਾਲ ਬਣਾਉਂਦੇ ਪਏ ਆ, ਠੀਕ ਹੈ, ਕੱਪੜਾ ਜਿਹੜਾ ਉਹ ਹੱਥਾਂ ਨਾਲ ਬਣਾਉਂਦਾ ਪਿਆ। ਪਰ ਜਦੋਂ ਜਿਹੜੀ ਚੀਜ਼ ਮਸ਼ੀਨ ਨਾਲ ਬਣ ਕੇ ਆਉਣੀ ਉਹ ਸਾਫ਼ ਸੁਥਰੀ ਸੋਹਣੀ ਦੇਖਣ ਨੂੰ ਬਣਨ, ਨਾਲੇ ਸਸਤੀ ਮਿਲਣੀ। ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਵੱਡੇ ਉਦਯੋਗਾਂ ਦਾ ਮੁਕਾਬਲਾ ਇਹ ਛੋਟੇ ਉਦਯੋਗ ਨਹੀਂ ਕਰ ਪਾ ਰਹੇ ਆ। ਇਹਨਾਂ ਨੂੰ ਉਚਿਤ ਮਾਤਰਾ ਵਿੱਚ ਸਸਤਾ ਵਿੱਤ ਨਹੀਂ ਮਿਲਦਾ। ਵਿੱਤ ਮਤਲਬ ਪੈਸਾ, ਲੋਨ ਨਹੀਂ ਮਿਲਦਾ, ਕਿਉਂਕਿ ਕੰਮ ਕਰਨ ਦੇ ਲਈ ਪੈਸਾ ਚਾਹੀਦਾ। ਪਹਿਲਾਂ ਆਪਾਂ ਚੀਜ਼ ਤਿਆਰ ਕਰਾਂਗੇ, ਉੱਤੇ ਪੈਸਾ ਲਾ ਕੇ ਚੀਜ਼ ਤਿਆਰ ਕਰਾਂਗੇ ਨਾ, ਫਿਰ ਹੀ ਜਾ ਕੇ ਬਾਜ਼ਾਰ 'ਚ ਵਿਕੂਗੀ, ਫਿਰ ਸਾਡੇ ਕੋਲ ਪੈਸੇ ਆਉਣਗੇ। ਹੁਣ ਸਾਡੇ ਕੋਲ ਜੇ ਪੈਸਾ ਹੀ ਨਹੀਂ ਹੈਗਾ ਤਾਂ ਅਸੀਂ ਕਿੱਥੋਂ ਸਮਾਨ ਲਿਆਵਾਂਗੇ, ਕਿੱਥੋਂ ਉਹਨੂੰ ਬਣਾਵਾਂਗੇ ਅਤੇ ਕਿੱਦਾਂ ਅਸੀਂ ਉਹਨੂੰ ਬਾਜ਼ਾਰ ਦੇ ਵਿੱਚ ਲੈ ਕੇ ਵੇਚਣ ਜਾਵਾਂਗੇ। ਅਤੇ ਇਹਨਾਂ ਨੂੰ ਜਿਹੜਾ ਆ ਬੈਂਕ ਵੀ ਲੋਨ ਨਹੀਂ ਦਿੰਦੇ, ਕਿਉਂਕਿ ਇਹ ਇੱਕ ਪਰਿਵਾਰ ਵੱਲੋਂ ਚਲਾਏ ਜਾਂਦੇ। ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹੁੰਦੇ ਤਾਂ ਕਿ ਕੋਈ ਗਰੰਟੀ ਰੱਖੀ ਜਾ ਸਕੇ। ਤੀਸਰਾ ਆ ਪੇਂਡੂ ਦਸਤਕਾਰਾਂ ਨੂੰ ਆਧੁਨਿਕ ਵਪਾਰਕ ਉੱਨਤਾਂ ਖੋਜਾਂ, ਡਿਜ਼ਾਈਨਾਂ, ਵਿਕਰੀ ਅਤੇ ਵਿਗਿਆਪਨ ਤਕਨੀਕਾਂ ਦਾ ਗਿਆਨ ਨਹੀਂ ਹੁੰਦਾ। ਹੁਣ ਤੁਸੀਂ ਦੇਖੋ TV ਦੇ 'ਤੇ ਕਿੰਨੀ ਐਡ ਆਉਂਦੀ ਹੈ ਨਾ, ਮਿੰਟ ਕੁ ਬਾਅਦ ਐਡ ਆ ਜਾਂਦੀ। ਕੋਈ ਫਿਲਮ ਆਉਂਦੀ ਹੋਵੇ, ਕੋਈ ਪ੍ਰੋਗਰਾਮਾਂ ਦੇ ਵਿੱਚ ਐਡ ਆਉਂਦੀ। ਕਿਉਂ ਆਉਂਦੀ? ਉਹ ਲੋਕਾਂ ਨੂੰ ਭਰਮਾਉਂਦੇ ਆ ਤਾਂ ਕਿ ਲੋਕ ਉਹਨਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਉਹ ਖਰੀਦਣ। ਪਰ ਇਹ ਲੋਕ ਜਿਹੜੇ ਇਹ ਘਰਾਂ 'ਚ ਬਣਾ ਕੇ ਆਪਣੀ ਚੀਜ਼ਾਂ ਰੱਖੀ ਜਾਂਦੇ, ਜਾਂ ਕੋਈ ਮੇਲਾ ਲੱਗਦਾ ਜਾਂ ਕੋਈ ਛੋਟਾ ਮੋਟਾ ਬਾਜ਼ਾਰ ਹੁੰਦਾ ਉਹਦੇ ਵਿੱਚ ਜਾ ਕੇ ਵੇਚ ਕੇ ਆਉਂਦੇ। ਇਹਨਾਂ ਦਾ ਸਮਾਨ ਵੇਚਣ ਦਾ ਇਹਨਾਂ ਕੋਲ ਕੋਈ ਪ੍ਰੋਪਰ ਰਸਤਾ ਨਹੀਂ ਹੁੰਦਾ, ਅਤੇ ਨਾ ਹੀ ਇਹਨਾਂ ਕੋਲ ਕੋਈ ਖੋਜਬੀਨ ਕਰਨ ਦਾ ਕੋਈ ਢੰਗ ਹੁੰਦਾ ਵੀ ਕਿਵੇਂ ਅਸੀਂ ਚੀਜ਼ ਨੂੰ ਅਸੀਂ ਆਪਣਾ ਵਧੀਆ ਬਣਾ ਸਕਦੇ ਜਾਂ ਕੀ ਕਰ ਸਕਦੇ। ਇਹ ਤਰੀਕੇ ਜਿਹੜੇ ਇਹਨਾਂ ਲੋਕਾਂ ਕੋਲ ਨਹੀਂ ਹੁੰਦੇ ਆ। ਹੁਣ ਅਗਲੀ ਗੱਲ ਹੈਗੀ ਆ ਉਪਾਅ। ਜੇਕਰ ਇਹ ਉਦਯੋਗ ਜਿਹੜੇ ਹੈਗੇ ਆ ਇਹ ਪਿੱਛੇ ਨੂੰ ਜਾ ਰਹੇ ਆ ਤਾਂ ਕੀ ਉਪਾਅ ਹੈਗੇ? ਸਰਕਾਰ ਕੀ ਕਰ ਸਕਦੀ ਹੈ ਜਾਂ ਅਸੀਂ ਕੀ ਕਰ ਸਕਦੇ ਤਾਂ ਕਿ ਇਹ ਉਦਯੋਗ ਬਣੇ ਰਹਿਣ? ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜੋ ਉਦਯੋਗਾਂ ਦੀ ਵਿਸ਼ੇਸ਼ ਲੋੜਾਂ ਦੀ ਦੇਖਭਾਲ ਕਰਦਾ ਹੈ। ਇਹਨਾਂ ਦੀ ਵਿਕਰੀ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ, ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ। ਸਰਕਾਰ ਵੱਲੋਂ ਕਈ ਸਕੀਮਾਂ ਚਲਾਈ ਜਾਂਦੀਆਂ ਤਾਂ ਕਿ ਇਹ ਉਦਯੋਗ ਬਣੇ ਰਹਿਣ। ਇਹਨਾਂ ਨੂੰ ਡਿਜ਼ਾਈਨਾਂ, ਉਤਪਾਦਨ ਅਤੇ ਵਿਕਰੀ ਸੰਬੰਧੀ ਸਲਾਹ ਦੇਣ ਲਈ ਸੰਸਥਾਵਾਂ ਵੀ ਨਿਯੁਕਤੀਆਂ ਕੀਤੀਆਂ ਗਈਆਂ। ਇਹ ਸਰਕਾਰ ਨੇ ਪ੍ਰਬੰਧ ਕੀਤਾ ਹੋਇਆ। ਪਹਿਲਾਂ ਸੀ ਕੁਟੀਰ ਉਦਯੋਗ। ਯਾਦ ਰੱਖਿਓ, ਕੁਟੀਰ ਉਦਯੋਗ ਅਤੇ ਲਘੂ ਉਦਯੋਗ 'ਚ ਵੀ ਫਰਕ ਹੈਗਾ, ਉਹ ਅੱਗੇ ਆਪਾਂ ਦੇਖਾਂਗੇ। ਹੁਣ ਲਘੂ ਉਦਯੋਗ ਜਾਂ ਛੋਟੇ ਆਕਾਰ ਦੇ ਉਦਯੋਗ, ਸਮਾਲ ਸਕੇਲ ਇੰਡਸਟਰੀਜ਼। ਇਹਦੇ 'ਚ ਕੀ ਆ? ਤੁਸੀਂ ਦੇਖੋ ਇਹਦੇ 'ਚ ਜਿਹੜੀ ਗੱਲ ਕੀਤੀ ਆ, ਮੁੱਖ ਗੱਲ ਜਿਹੜੀ ਆ, ਬਾਕੀ ਸਾਰੀਆਂ ਗੱਲਾਂ ਦੀ ਬਜਾਏ ਆਹ ਚੀਜ਼ ਯਾਦ ਰੱਖਣੀ ਤੁਸੀਂ, 3 ਕਰੋੜ ਰੁਪਏ। ਮਤਲਬ ਕੋਈ ਵੀ ਫੈਕਟਰੀ ਜਾਂ ਕੋਈ ਵੀ ਉਦਯੋਗ ਜਿਹਦੇ ਵਿੱਚ ਘੱਟੋ ਘੱਟ 3 ਕਰੋੜ ਰੁਪਏ ਦੀ ਫਿਕਸਡ ਪੂੰਜੀ ਲੱਗੀ ਹੋਈ। ਫਿਕਸ ਪੂੰਜੀ ਦਾ ਮਤਲਬ ਹੁੰਦਾ ਮਸ਼ੀਨਾਂ ਵਗੈਰਾ ਜਾਂ ਬਿਲਡਿੰਗ ਜਾਂ ਸਾਰਾ ਕੁਛ। ਉਹ ਜੇ 3 ਕਰੋੜ ਰੁਪਏ ਤੱਕ ਦੀ ਲਾਗਤ ਉਹਦੇ 'ਤੇ ਲੱਗੀ ਆ ਅਤੇ ਉਹਨੂੰ ਅਸੀਂ ਕੁਟੀਰ ਉਦਯੋਗ ਨਹੀਂ ਕਹਿਣਾ, ਉਹਨੂੰ ਅਸੀਂ ਲਘੂ ਉਦਯੋਗ ਕਹਿਣਾ। ਇਹ ਇੱਕ ਜਿਹੜੀ ਆ ਪਰਿਭਾਸ਼ਾ ਜਿਹੜੀ ਸਰਕਾਰ ਨੇ ਜਿਹੜੀ ਨਿਯੁਕਤ ਕੀਤੀ ਆ। ਤਾਂ ਹੁਣ ਤੁਸੀਂ ਦੇਖੋ 1996-97 ਸਾਡੇ ਕੋਲ 27,24,000 ਲਘੂ ਉਦਯੋਗ ਸਨ। 2003-04 'ਚ ਇਹਨਾਂ ਦੀ ਗਿਣਤੀ 115,22,000 ਹੋ ਗਈ, ਅਤੇ ਪੰਜਾਬ ਵਿੱਚ 1,88,000 ਜਿਹੜੇ ਲਘੂ ਉਦਯੋਗ ਹੈਗੇ ਸਾਡੇ ਕੋਲ, ਠੀਕ ਹੈ। ਅਤੇ 415 ਵੱਡੇ ਅਤੇ ਮੱਧਮ ਪੱਧਰ ਦੇ ਉਦਯੋਗ ਹਨ। ਹੁਣ ਆ ਲਘੂ ਉਦਯੋਗ। ਹੁਣ ਥੋੜ੍ਹਾ ਜਿਹਾ ਇਹਨਾਂ ਦਾ ਕੀ ਹੈ, ਇਹਦੇ ਵਿੱਚ ਇੱਕ ਸਟਰਕਚਰ ਵੀ ਹੁੰਦਾ, ਮਸ਼ੀਨਾਂ ਵੀ ਥੋੜ੍ਹੀਆਂ ਬਹੁਤ ਲੱਗਦੀਆਂ, ਅਤੇ ਘਰ ਦੇ ਮੈਂਬਰਾਂ ਤੋਂ ਇਲਾਵਾ ਕੁਛ ਬੰਦੇ ਜਿਹੜੇ ਆ ਦੂਜੇ ਬਾਹਰੋਂ ਵੀ ਕੰਮ ਕਰਨ ਨੂੰ ਇੱਥੇ ਆਉਂਦੇ ਆ, ਉਹ ਲਘੂ ਉਦਯੋਗ ਆ। ਜਦਕਿ ਕੁਟੀਰ ਉਦਯੋਗ ਦੇ ਵਿੱਚ ਬਾਹਰੋਂ ਬੰਦੇ ਕੰਮ ਕਰਨ ਨਹੀਂ ਆਉਂਦੇ। ਇਹਨਾਂ ਦਾ ਕੋਈ ਲੈਵਲ ਬਹੁਤਾ ਵੱਡਾ ਨਹੀਂ ਹੁੰਦਾ, ਫਿਰ ਵੀ ਜਿਹੜਾ ਆ ਇਹ ਛੋਟੇ ਏਰੀਏ ਦੇ ਵਿੱਚ ਥੋੜ੍ਹਾ ਪੈਸਾ ਲਾ ਕੇ ਜਿਹੜਾ ਇਹ ਉਦਯੋਗ ਚਲਾਏ ਜਾ ਸਕਦੇ ਹਨ, ਠੀਕ ਹੈ। ਤਾਂ ਇਹਨਾਂ ਨੂੰ ਅਸੀਂ ਲਘੂ ਉਦਯੋਗ ਕਹਿੰਦੇ ਹਾਂ। ਦੇਖੋ ਛੋਟੇ ਮੋਟੇ ਕਈ ਕੰਮ ਹੋ ਰਹੇ ਇਹਦੇ ਵਿੱਚ। ਇਹ ਸਾਰੇ ਕੰਮ ਇਹਨਾਂ ਉਦਯੋਗਾਂ ਦੇ ਵਿੱਚ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਇਹਨਾਂ 'ਚ ਬਣਦੀਆਂ ਆ। ਹੁਣ ਲਘੂ ਅਤੇ ਕੁਟੀਰ ਉਦਯੋਗਾਂ 'ਚ ਅੰਤਰ ਕੀ ਆ? ਦੇਖੋ ਦਿੱਤਾ ਹੋਇਆ ਇੰਗਲਿਸ਼ ਦੇ ਵਿੱਚ ਆ, ਨਾਲ ਮੈਂ ਤੁਹਾਨੂੰ ਪੰਜਾਬੀ 'ਚ ਦੱਸੀ ਜਾਊਂਗਾ, ਤੁਸੀਂ ਇਸ ਗੱਲ ਨੂੰ ਸਮਝ ਲਿਓ। ਪਹਿਲੀ ਗੱਲ ਮੈਂ ਦੱਸੀ ਆ, ਕਾਟੇਜ ਇੰਡਸਟਰੀ ਜਿਹੜੀ ਆ ਇਹਦਾ ਮਤਲਬ ਹੈਗਾ ਕੁਟੀਰ ਉਦਯੋਗ। ਸਮਾਲ ਸਕੇਲ ਮਤਲਬ ਲਘੂ ਉਦਯੋਗ, ਇਹਨੂੰ ਯਾਦ ਰੱਖ ਲਿਓ ਤੁਸੀਂ। ਹੁਣ ਕਾਟੇਜ ਉਦਯੋਗ 'ਚ ਦੀਜ਼ ਆਰ ਮੋਸਟਲੀ ਬੇਸਡ ਆਊਟ ਆਫ ਵਿਲੇਜ। ਇਹ ਮਤਲਬ ਪਿੰਡਾਂ ਦੇ ਵਿੱਚ ਹੁੰਦੇ ਆ ਜ਼ਿਆਦਾਤਰ। ਅਤੇ ਆਹ ਜਿਹੜੇ ਹੈਗੇ ਆ ਲਘੂ ਉਦਯੋਗ, ਇਹ ਪਿੰਡਾਂ 'ਚ ਵੀ ਹੋ ਸਕਦੇ, ਸ਼ਹਿਰਾਂ 'ਚ ਵੀ ਹੋ ਸਕਦੇ ਆ। ਰਨ ਬਾਏ ਫੈਮਿਲੀ, ਪਰਿਵਾਰ ਵੱਲੋਂ ਚਲਾਏ ਜਾਂਦੇ। ਇਹਦੇ ਵਿੱਚ ਪਰਿਵਾਰ ਤੋਂ ਇਲਾਵਾ ਕੁਛ ਲੇਬਰ ਵੀ ਹੁੰਦੇ ਆ, ਕੁਛ ਮਜ਼ਦੂਰ ਵੀ ਲਏ ਜਾਂਦੇ ਆ। ਇਹ ਸਿੰਪਲ ਟੈਕਨੀਕ ਹੁੰਦੀ ਆ, ਪਾਵਰ ਦਾ ਇਸਤੇਮਾਲ ਨਹੀਂ ਹੁੰਦਾ, ਬਿਜਲੀ ਦਾ ਇਸਤੇਮਾਲ ਨਹੀਂ ਹੁੰਦਾ। ਇਹਦੇ ਵਿੱਚ ਕੁਛ ਮਸ਼ੀਨਾਂ ਵੀ ਹੁੰਦੀਆਂ ਆ, ਬਿਜਲੀ ਦਾ ਇਸਤੇਮਾਲ ਵੀ ਹੁੰਦਾ ਆ, ਠੀਕ ਹੈ। ਇਹ ਜਿਹੜੇ ਹੈਗੇ ਆ ਆਮ ਤੌਰ 'ਤੇ ਪਰੰਪਰਾਵਾਦੀ ਹੁੰਦੇ ਆ, ਯਾਨੀ ਜਿਹੜੇ ਬੰਦਿਆਂ ਦੇ ਪਹਿਲਾਂ ਮਾਂ ਪਿਓ ਜਾਂ ਦਾਦਾ ਦਾਦੀ ਕੋਈ ਕਲਾ ਦੇ ਪ੍ਰਤੀ ਕੋਈ ਇੱਦਾਂ ਦਾ ਕੰਮ ਕਰਦੇ ਆ ਰਹੇ ਆ, ਉਹੀ ਬੰਦੇ ਗਾਂਹ ਤੋਂ ਗਾਂਹ ਕੰਮ ਸਿੱਖ ਕੇ ਇਸ ਕੰਮ ਨੂੰ ਅੱਗੇ ਕਰਦੇ ਆ। ਇਹ ਜਿਹੜਾ ਕੰਮ ਹੈਗਾ, ਇਹ ਜਿਹੜਾ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਤਕਨੀਕ ਦੇ ਆਧਾਰ 'ਤੇ ਕੋਈ ਵੀ ਬੰਦਾ ਸ਼ੁਰੂ ਕਰ ਸਕਦਾ ਆ, ਠੀਕ ਹੈ ਨਾ।
ਫਿਰ ਹੈਗਾ ਐਂਸਿਲਰੀ ਗੁੱਡਸ ਵੀ ਤਿਆਰ ਕਰਦੀਆਂ MCMZ ਵਾਸਤੇ। ਫਿਰ ਇਹਦੇ ਵਿੱਚ ਐਂਸਿਲਰੀ ਗੁੱਡ ਜਿਹੜੀਆਂ ਵੱਡੀਆਂ ਫਰਮਾਂ ਲਈ ਤਿਆਰ ਕੀਤਾ। ਐਂਸਿਲਰੀ ਗੁੱਡਸ ਕੀ ਹੁੰਦੀ ਆ? ਸਹਾਇਕ, ਜਿਵੇਂ ਹੁਣ ਇੱਕ ਕਾਰ ਬਣਦੀ, ਕਾਰ ਦੇ ਵਿੱਚ ਇੱਕ ਨਟ ਤੋਂ ਲੈ ਕੇ ਟਾਇਰ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਲੱਗਦੀਆਂ, ਠੀਕ ਹੈ ਨਾ। ਤਾਂ ਉਹਨੂੰ ਅਸੀਂ ਐਂਸਿਲਰੀ ਗੁੱਡਸ ਕਹਿੰਦੇ, ਕਿਉਂਕਿ ਇਸ ਕਾਰ ਦਾ ਮੇਨ ਸਮਾਨ ਜਿਹੜਾ ਉਹ ਫੈਕਟਰੀ 'ਚ ਮੇਨ 'ਚ ਤਿਆਰ ਹੁੰਦਾ, ਜਿਵੇਂ ਮਰੂਤੀ ਵਾਲਿਆਂ ਦਾ ਉੱਥੇ ਤਿਆਰ ਹੁੰਦਾ ਹੋਊਗਾ। ਬਾਕੀ ਛੋਟਾ ਮੋਟਾ ਨਟ ਤੋਂ ਲੈ ਕੇ ਕੋਈ ਰਬੜ ਆ, ਕੋਈ ਵਾਸ਼ਲ ਆ, ਕੋਈ ਹਾਰਨ ਆ, ਉਹ ਬਾਹਰੋਂ ਤਿਆਰ ਹੋ ਕੇ ਆਉਂਦਾ ਅਤੇ ਉਹ ਚੀਜ਼ਾਂ ਸਿਰਫ ਉੱਥੇ ਫਿੱਟ ਹੁੰਦੀਆਂ। ਉਹਨਾਂ ਉਦਯੋਗਾਂ ਨੂੰ ਅਸੀਂ ਐਂਸਿਲਰੀ ਉਦਯੋਗ ਕਹਿੰਦੇ ਹਾਂ, ਸਹਾਇਕ ਉਦਯੋਗ ਕਹਿੰਦੇ ਹਾਂ। ਹੁਣ MSME ਲਿਖਿਆ ਸੀ, ਦੇਖੋ ਆਹ ਵਰਡ ਲਿਖਿਆ MSME। ਇਹਦੀ ਪਰਿਭਾਸ਼ਾ ਵੀ, ਇਹਦੀ ਵੀ ਫੁੱਲ ਫਾਰਮ ਦੇਖੋ ਕੀ ਲਿਖਿਆ, ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਿਸ, ਇਹਨੂੰ ਸ਼ਾਰਟ ਫਾਰਮ 'ਚ ਲਿਖਿਆ ਹੋਇਆ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਿਸ। ਕਈ ਵਾਰੀ ਪੁੱਛੀ ਜਾ ਸਕਦੀ ਹੈ ਤੁਹਾਨੂੰ ਕੀ ਹੁੰਦਾ। ਫਿਰ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਕੀ ਹੈਗਾ? ਪਹਿਲੀ ਗੱਲ ਹੈ ਰੁਜ਼ਗਾਰ ਵਿੱਚ ਵਾਧਾ, ਛੋਟੇ ਪੱਧਰ 'ਤੇ ਹੁੰਦੇ, ਪੈਸਾ ਘੱਟ ਲੱਗਦਾ ਆ, ਠੀਕ ਹੈ, ਅਤੇ ਲੋਕ ਆਲੇ ਦੁਆਲੇ ਜਿਹੜੇ ਲੋਕਲ ਏਰੀਏ ਦੇ ਲੋਕ, ਉਹਨਾਂ ਨੂੰ ਕੰਮ ਮਿਲ ਜਾਂਦਾ। ਧਨ ਦੀ ਸਮਾਨ ਵੰਡ, ਹੁਣ ਵੱਡੇ ਉਦਯੋਗਾਂ 'ਚ ਬਹੁਤ ਪੈਸਾ ਲੱਗਦਾ ਹੈ। ਹੁਣ ਮੰਨ ਲਓ ਤੁਸੀਂ, ਆਪਾਂ ਜਿਸ ਏਰੀਏ 'ਚ ਰਹਿੰਦੇ, ਇੱਕ ਬਹੁਤ ਵੱਡੀ ਫੈਕਟਰੀ ਸਾਡੇ ਕੋਲ ਹੈਗੀ ਹਮੀਰਾ ਮਿੱਲ, ਬੜਾ ਪੈਸਾ ਲੱਗਾ ਉੱਥੇ, ਬਹੁਤ ਲੋਕ ਕੰਮ ਕਰਦੇ ਆ, ਪਰ ਉੱਥੇ ਕੰਮ ਕਰਨ ਵਾਸਤੇ ਲੋਕਾਂ ਨੂੰ ਦੂਰੋਂ ਦੂਰੋਂ ਆਉਣਾ ਪੈਂਦਾ ਹੈ। ਜਿਹੜੇ ਛੋਟੇ ਉਦਯੋਗ ਆ, ਕੁਟੀਰ ਉਦਯੋਗ ਆ, ਉਹ ਪਿੰਡ ਦੇ ਵਿੱਚ ਹੋਣ ਕਰਕੇ ਪਿੰਡ ਦੇ ਲੋਕ ਹੀ ਵਿੱਚ ਕੰਮ ਕਰ ਸਕਦੇ ਆ। ਅਤੇ ਧਨ ਦੀ ਸਮਾਨ ਵੰਡ ਦਾ ਮਤਲਬ ਇਹ ਆ ਵੀ ਇੱਕ ਵੱਡਾ ਉਦਯੋਗ, ਜੇਕਰ ਇੱਕ ਜੇ ਹੁਣ ਹਮੀਰਾ ਮਿੱਲ ਹੈਗੀ ਸਾਡੇ ਕੋਲ ਲੱਗੀ ਹੋਈ ਨਾ, ਜਿਹੜੀ ਹੈਗੀ ਆ, ਅਤੇ ਉਹ ਅਸੀਂ ਦੇਖਾਂਗੇ ਵੀ ਉਸ ਤੋਂ ਇਲਾਵਾ ਛੋਟੇ ਛੋਟੇ ਉਦਯੋਗ ਪਿੰਡਾਂ ਦੇ ਵਿੱਚ ਕਈ ਹੈਗੇ। ਉਹ ਜਦੋਂ ਸਾਰਿਆਂ ਨੂੰ ਆਪਾਂ ਕੈਲਕੂਲੇਟ ਕਰਾਂਗੇ ਤਾਂ ਹੋ ਸਕਦਾ ਉਹਦਾ ਮੁਕਾਬਲਾ ਉਹ ਕਰਦੇ ਹੁਣ, ਵੀ ਜਿੰਨਾ ਪੈਸਾ ਉਹਦੇ 'ਚ ਲੱਗਾ, ਕਮਾਇਆ ਜਾ ਰਿਹਾ, ਲੋਕਾਂ ਨੂੰ ਰੁਜ਼ਗਾਰ ਮਿਲਦਾ, ਉਹਨਾਂ ਛੋਟੇ ਉਦਯੋਗਾਂ ਅਤੇ ਕੁਟੀਰ ਉਦਯੋਗਾਂ 'ਚ ਵੀ ਮਿਲਦਾ ਹੋਊਗਾ। ਵਿਕੇਂਦਰੀਕਰਨ, ਡੀਸੈਂਟਰਲਾਈਜੇਸ਼ਨ ਹੁੰਦਾ ਵੀ ਕਿਸੇ ਇੱਕ ਏਰੀਏ ਦੀ ਤਰੱਕੀ ਨਾ ਹੋਵੇ, ਸਾਰੇ ਏਰੀਏ ਦੇ ਵਿੱਚ ਜਿਹੜੇ ਸਾਰੇ, ਕਿਉਂਕਿ ਬਹੁਤ ਵੱਡਾ ਦੇਸ਼ ਹੈ ਭਾਰਤ, ਅਤੇ ਕੁਛ ਜਗ੍ਹਾ ਦੇ ਉੱਤੇ ਕੁਛ ਜਿਹੜਾ ਖਾਸ ਕਿਸ ਤਰ੍ਹਾਂ ਦਾ ਕੱਚਾ ਮਾਲ ਮਿਲਦਾ, ਅਤੇ ਬਹੁਤੇ ਉਦਯੋਗ ਉੱਥੇ ਲੱਗਦੇ ਆ। ਪਰ ਜਿਹੜੇ ਛੋਟੇ ਉਦਯੋਗ ਅਤੇ ਲਘੂ ਉਦਯੋਗ, ਉਹ ਕਿਸੇ ਵੀ ਖੇਤਰ 'ਚ ਲਾਏ ਜਾ ਸਕਦੇ ਬਿਨਾਂ ਪੈਸੇ ਤੋਂ, ਥੋੜ੍ਹੇ ਪੈਸੇ ਤੋਂ। ਤਾਂ ਉਹ ਜਿਹੜਾ ਆ ਸਾਰੇ ਲੋਕਾਂ ਨੂੰ ਜਿਹੜਾ ਆ ਅਲੱਗ ਅਲੱਗ ਥਾਂ ਦਾ, ਅਲੱਗ ਅਲੱਗ ਏਰੀਏ ਦਾ ਵਿਕਾਸ ਇਹਦੇ 'ਚ ਹੋ ਸਕਦਾ ਆ। ਉਤਪਾਦਨ ਵਿੱਚ ਵਾਧਾ, ਜਦੋਂ ਵੱਧ ਉਦਯੋਗ ਹੋਣਗੇ ਤਾਂ ਉਤਪਾਦਨ ਨੈਚੁਰਲੀ ਵਧੂਗਾ। ਐਕਸਪੋਰਟ, ਬਾਹਰਲੇ ਦੇਸ਼ਾਂ ਨੂੰ ਅਸੀਂ ਭੇਜ ਸਕਦੇ ਹਾਂ, ਕਿਉਂਕਿ ਜਿੰਨਾ ਵੱਧ ਸਮਾਨ ਤਿਆਰ ਹੋਊਗਾ, ਜਿੰਨੀ ਕੁ ਸਾਨੂੰ ਲੋੜ ਓਨੀ ਅਸੀਂ ਰੱਖਾਂਗੇ, ਬਾਕੀ ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜ ਦਾਂਗੇ। ਇਹ ਇਹਨਾਂ ਦਾ ਮਹੱਤਵ ਆ। ਅੱਗੇ ਹੋਰ ਵੀ ਕੁਛ ਹੈਗਾ, ਸਥਾਨਕ ਸਾਧਨਾਂ ਦਾ ਪ੍ਰਯੋਗ। ਸਥਾਨਕ ਸਾਧਨ ਵੀ, ਜੇਕਰ ਮੰਨ ਲਓ ਕੋਈ ਉਦਯੋਗ ਜਿਹੜਾ ਭਲੱਥ ਵਿੱਚ ਲੱਗਾ ਹੈ ਨਾ, ਤਾਂ ਉਹਨੇ ਭਲੱਥ ਦੇ ਆਲੇ ਦੁਆਲੇ ਜਿਹੜੇ ਸਾਧਨ, ਜਿਹੜੀ ਚੀਜ਼ਾਂ ਦੀ ਲੋੜ ਹੈਗੀ ਆ, ਉਹ ਚੀਜ਼ ਉੱਥੋਂ ਉਹਨਾਂ ਨੇ ਲੈ ਆਉਣੀ। ਇੱਕ ਤਾਂ ਹੋਣਾ ਵੀ ਜਿਨ੍ਹਾਂ ਲੋਕਾਂ ਤੋਂ ਚੀਜ਼ ਖਰੀਦਣੀ, ਰਾ ਮਟੀਰੀਅਲ ਲੈਣਾ, ਕੱਚਾ ਮਾਲ ਲੈਣਾ, ਉਹਨਾਂ ਨੂੰ ਵੀ ਆਮਦਨ ਹੋਣੀ ਆ। ਫਿਰ ਇੱਥੇ ਸਮਾਨ ਤਿਆਰ ਹੋਣਾ, ਇੱਥੋਂ ਹੀ ਵਿਕਣਾ, ਫਿਰ ਜਿਹੜਾ ਆ ਇਹ ਇੱਕ ਇਨਕਮ ਸਰਕਲ ਜਿਹੜਾ ਇੱਥੇ ਕ੍ਰੀਏਟ ਹੋ ਜਾਂਦਾ ਹੈ। ਖੇਤੀ ਉੱਤੇ ਜਨਸੰਖਿਆ ਦਾ ਦਬਾਅ ਘੱਟ, ਹੁਣ ਪਹਿਲਾਂ ਗੱਲ ਦੱਸ ਦਿੱਤੀ ਤੁਹਾਨੂੰ ਵੀ ਜ਼ਿਆਦਾਤਰ ਲੋਕ ਖੇਤੀ 'ਤੇ ਲੱਗੇ ਹੋਏ ਆ, ਬਹੁਤਾ ਸਮਾਂ ਵਿਹਲਾ ਰਹਿੰਦੇ ਆ, ਅਤੇ ਜਿਹੜਾ ਵਿਹਲਾ ਸਮਾਂ ਆ ਉਹ ਇਹਨਾਂ ਕੰਮਾਂ ਵਿੱਚ ਲਾ ਕੇ ਜਿਹੜਾ ਆ ਕੁਛ ਲੋਕਾਂ ਨੂੰ ਖੇਤੀ ਵੱਲ ਰੱਖਿਆ ਜਾ ਸਕਦਾ, ਬਾਕੀ ਲੋਕ ਜਿਹੜੇ ਕਰਦੇ ਆ ਉਹ ਲਘੂ ਜਾਂ ਕੁਟੀਰ ਉਦਯੋਗਾਂ ਦੇ ਵਿੱਚ ਕੰਮ ਕਰ ਸਕਦੇ ਆ। ਇਸ ਤਰ੍ਹਾਂ ਜਨਸੰਖਿਆ ਦਾ ਦਬਾਅ ਜਿਹੜਾ ਘੱਟ ਹੋ ਸਕਦਾ। ਭਾਰਤ ਵਰਗੇ ਅਲਪ ਵਿਕਸਿਤ ਦੇਸ਼ ਲਈ ਉਪਯੋਗੀ। ਹੁਣ ਅਲਪ ਵਿਕਸਿਤ ਕੀ ਆ? ਅੰਡਰ ਡਿਵੈਲਪ, ਵੀ ਸਾਡਾ ਦੇਸ਼ ਜਿਹੜਾ ਹਾਲੇ ਡਿਵੈਲਪ ਨਹੀਂ ਹੈਗਾ, ਵਿਕਸਿਤ ਨਹੀਂ ਹੈਗਾ। ਅਸੀਂ ਵਿਕਾਸ ਕਰ ਰਹੇ ਹਾਂ, ਸਾਡੀ ਇਕੋਨਮੀ ਵਿਕਾਸ ਕਰ ਰਹੀ ਆ। ਜਿਵੇਂ ਅਮੈਰੀਕਾ ਹੈਗਾ ਆ, ਚੀਨ ਹੈਗਾ ਆ, ਇੰਗਲੈਂਡ ਆ, ਫਰਾਂਸ ਆ, ਜਰਮਨੀ, ਇਹ ਦੇਸ਼ ਜਿਹੜੇ ਵਿਕਸਿਤ ਦੇਸ਼, ਇਹਨਾਂ ਨੇ ਵਿਕਾਸ ਕਰ ਲਿਆ ਆ, ਇਹਨਾਂ ਨੇ ਤਰੱਕੀ ਕਰ ਲਈ, ਅਸੀਂ ਕਰ ਰਹੇ ਹਾਂ, ਤਾਂ ਇਹਨਾਂ ਨੂੰ ਅਲਪ ਵਿਕਸਿਤ ਕਿਹਾ ਗਿਆ ਆ। ਤਾਂ ਸਾਡੇ ਦੇਸ਼ਾਂ ਲਈ ਇਹ ਜ਼ਰੂਰੀ ਆ, ਕਿਉਂਕਿ ਇੱਕ ਤਾਂ ਜਨਸੰਖਿਆ ਬਹੁਤ ਜ਼ਿਆਦਾ, ਦੂਜਾ ਜਿਹੜਾ ਰੁਜ਼ਗਾਰ ਦੇ ਸਾਧਨ ਘੱਟ ਹੈ ਅਤੇ ਇਹਦੇ ਨਾਲ ਕ੍ਰੀਏਟ ਕੀਤੇ ਜਾ ਸਕਦੇ। ਫਿਰ ਕਲਾਤਮਕ ਵਸਤੂਆਂ ਜਿਹੜੀਆਂ ਬਣਾਈਆਂ ਜਾ ਸਕਦੀਆਂ। ਵਿਅਕਤੀਗਤ ਰੁਚੀ, ਕਈ ਵਾਰੀ ਬੰਦਿਆਂ ਨੂੰ ਕੁਛ ਖਾਸ ਟੇਸਟ ਹੁੰਦਾ, ਜਿਵੇਂ ਕੋਈ ਬੰਦੇ ਪੇਂਟਿੰਗ ਦਾ ਸ਼ੌਕੀਨ ਹੈਗਾ ਨਾ, ਅਤੇ ਉਹ ਘਰ ਦੇ ਵਿੱਚ ਹੀ ਪੇਂਟਿੰਗ ਬਣਾ ਕੇ ਮੁੜ ਕੇ ਜਿਹੜਾ ਉਹਨੂੰ ਬਾਜ਼ਾਰ ਦੇ ਵਿੱਚ ਉਹਨੂੰ ਵੇਚ ਸਕਦਾ ਆ। ਵੱਡੇ ਉਦਯੋਗਾਂ ਦੇ ਪੂਰਕ, ਅਤੇ ਯਾਨੀ ਵੱਡੇ ਉਦਯੋਗਾਂ ਦੇ ਨਾਲ ਨਾਲ ਚੱਲਦੇ ਆ। ਵੱਡੇ ਉਦਯੋਗਾਂ ਦਾ ਬਹੁਤ ਸਾਰਾ ਸਮਾਨ ਇਹਨਾਂ ਦੇ ਵਿੱਚ ਤਿਆਰ ਹੁੰਦਾ ਆ। ਵਿਦੇਸ਼ਾਂ ਦਾ ਅਨੁਭਵ, ਵਿਦੇਸ਼ਾਂ ਦੇ ਵਿੱਚ, ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਆ 1760 ਤੋਂ ਲੈ ਕੇ 1850 ਤੱਕ ਜਿਹੜੀ ਉਦਯੋਗਿਕ ਕ੍ਰਾਂਤੀ ਆ ਚੁੱਕੀ ਆ ਇੰਗਲੈਂਡ ਦੇ ਵਿੱਚ, ਅਤੇ ਪਹਿਲਾਂ ਜਿਹੜਾ ਸਾਰਾ ਹੀ ਇੰਡਸਟਰੀਲਾਈਜੇਸ਼ਨ ਸੀਗੀ ਉਹ ਬਾਹਰਲੇ ਦੇਸ਼ਾਂ ਦੇ ਵਿੱਚੋਂ ਹੀ ਭਾਰਤ ਵਿੱਚ ਹੌਲੀ ਹੌਲੀ, ਕਿਉਂਕਿ ਇੱਕ ਤਾਂ ਭਾਰਤ ਜਿਹੜਾ ਅੰਗਰੇਜ਼ਾਂ ਦੇ ਅਧੀਨ ਰਿਹਾ, ਇਸ ਕਰਕੇ ਵੀ ਥੋੜ੍ਹਾ ਪਛੜ ਗਿਆ ਸੀ,
ਤੇ ਉਹਨਾਂ ਦੇਸ਼ਾਂ ਦੇ ਵੱਲ ਦੇਖ ਕੇ ਅਸੀਂ ਵੀ ਜਿਹੜਾ ਆ ਤਰੱਕੀ ਕਰ ਰਹੇ ਹਾਂ ਇਹਨਾਂ ਉਦਯੋਗਾਂ ਦੇ ਰਾਹੀਂ। ਹੁਣ ਇਹਨਾਂ ਉਦਯੋਗਾਂ ਦੀਆਂ ਸਮੱਸਿਆਵਾਂ ਕੀ ਆ? ਸਮੱਸਿਆਵਾਂ ਜਿਹੜੀਆਂ ਹੈਗੀਆਂ, ਪਹਿਲਾਂ ਤਾਂ ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ। ਸ਼ਕਤੀ ਬਿਜਲੀ ਨੂੰ ਕਿਹਾ ਗਿਆ ਹੈ। ਕੱਚਾ ਮਾਲ ਮਿਲਦਾ ਨਹੀਂ ਗਾ, ਠੀਕ ਹੈ ਨਾ। ਜੇਕਰ ਅਸੀਂ ਕੁਛ ਸਮਾਨ ਕੋਈ ਵੀ ਤਿਆਰ ਕਰਨਾ ਆ ਲੋਕਲ ਏਰੀਏ ਦੇ ਵਿੱਚ, ਸਾਨੂੰ ਕਈ ਵਾਰੀ ਤਾਂ ਮਿਲਦਾ ਨਹੀਂ ਗਾ, ਕਿਉਂਕਿ ਜਿਹੜੇ ਵੱਡੇ ਉਦਯੋਗ ਵਾਲੇ ਆ ਉਹਨਾਂ ਕੋਲ ਪੈਸਾ ਜ਼ਿਆਦਾ ਹੁੰਦਾ। ਹੁਣ ਅੰਬਾਨੀ ਆ, ਟਾਟਾ ਆ, ਜੇਕਰ ਉਹਨਾਂ ਨੇ ਇਸ ਖੇਤਰ ਦੇ ਵਿੱਚ ਪੈਰ ਰੱਖ ਲਿਆ, ਜਿਹੜੇ ਖੇਤਰ ਦੇ ਵਿੱਚ ਜਿਹੜਾ ਸਮਾਨ ਤੁਸੀਂ ਤਿਆਰ ਕਰਦੇ ਪਏ ਤਾਂ ਉਹ ਸਾਰਾ ਕੱਚਾ ਮਾਲ ਉਹ ਆਪ ਖਿੱਚ ਕੇ ਲੈ ਜਾਂਦੇ ਆ, ਔਰ ਵਧੀਆ ਕਿਸਮ ਦਾ ਉਹਨਾਂ ਕੋਲ ਚੱਲ ਜਾਂਦਾ। ਜਿਹੜਾ ਘਟੀਆ ਕਿਸਮ ਦਾ ਕੱਚਾ ਮਾਲ ਇਹਨਾਂ ਲੋਕਾਂ ਨੂੰ ਮਿਲਦਾ ਹੈ। ਬਿਜਲੀ ਦੀ ਸਮੱਸਿਆ, ਬਿਜਲੀ ਨਹੀਂ ਮਿਲਦੀ। ਆਮ ਤੌਰ 'ਤੇ ਲਾਈਟ ਦੀ ਸਮੱਸਿਆ ਰਹਿੰਦੀ ਹੈ। ਫਿਰ ਜਨਰੇਟਰ ਦੇ ਨਾਲ ਜੇਕਰ ਕੰਮ ਕਰਨਾ ਹੋਵੇ ਤਾਂ ਉਹ ਜਿਹੜੀ ਵੀ ਚੀਜ਼ ਤਿਆਰ ਕੀਤੀ ਜਾਂਦੀ ਉਹਦੀ ਕੀਮਤ ਵੱਧ ਜਾਂਦੀ ਹੈ। ਵਿੱਤ ਦੀ ਸਮੱਸਿਆ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਪੈਸਾ ਨਹੀਂ ਮਿਲਦਾ। ਉਤਪਾਦਨ ਦੇ ਪੁਰਾਣੇ ਤਰੀਕੇ ਹੀ ਆ, ਕਿਉਂਕਿ ਨਾ ਇਹ ਖੋਜ ਕਰਦੇ, ਨਾ ਇਹ ਨਵੀਆਂ ਮਸ਼ੀਨਾਂ ਲੈ ਕੇ ਆਉਂਦੇ ਆ। ਇਹ ਪੁਰਾਣੀ ਸਿਸਟਮ ਦੇ ਬਹੁਤੇ ਪੜ੍ਹੇ ਲਿਖੇ ਲੋਕ ਨਹੀਂ ਹੁੰਦੇ, ਪਰਿਵਾਰ ਤੇ ਪਰਿਵਾਰ ਗਾਂ ਤੋਂ ਕੰਮ ਚਲਾਈ ਜਾਂਦੇ ਅਤੇ ਪੁਰਾਣੇ ਸਿਸਟਮ ਨਾਲ ਹੀ ਕੰਮ ਚੱਲਦਾ ਆ। ਵਿਕਰੀ ਸੰਬੰਧੀ ਕਠਿਨਾਈਆਂ, ਮਤਲਬ ਸਮਾਨ ਜੋ ਬਣਦਾ ਆ ਜਿਨ੍ਹਾਂ ਕੋਲ ਪਿਆ ਰਹਿੰਦਾ ਉਹ ਵੇਚਦਾ ਵੀ ਨਹੀਂ ਗਾ। ਸਰਕਾਰ ਜਿਹੜਾ ਬਹੁਤਾ ਧਿਆਨ ਇਹਨਾਂ ਵੱਲ ਨਹੀਂ ਦਿੰਦੀ, ਕਿਉਂਕਿ ਉਹਨਾਂ ਦਾ ਧਿਆਨ ਵੱਡੇ ਉਦਯੋਗਾਂ ਵੱਲ ਹੁੰਦਾ, ਕਿਉਂਕਿ ਵੱਡੇ ਉਦਯੋਗ ਦੇ ਜਿਹੜੇ ਲੋਕ ਆ ਉਹਨਾਂ ਕੋਲ ਪੈਸਾ ਬਹੁਤ ਹੁੰਦਾ ਹੈ। ਜਦੋਂ ਵੀ ਸਰਕਾਰ ਨੂੰ ਲੋੜ ਪੈਂਦੀ ਆ ਤਾਂ ਉਹ ਉਹਨਾਂ ਤੋਂ ਪੈਸਾ ਲੈ ਕੇ ਆਪਣਾ ਕੰਮ ਚਲਾਉਂਦੇ ਆ। ਵੋਟਾਂ ਦੇ ਵਿੱਚ ਵੀ ਉਹਨਾਂ ਦਾ ਪੈਸਾ ਲੱਗਦਾ ਹੈ, ਇਸ ਕਰਕੇ ਵੱਡੇ ਉਦਯੋਗਾਂ ਵੱਲ ਉਹ ਜ਼ਿਆਦਾ ਖਿਆਲ ਰੱਖਦੇ ਆ। ਨਿਯਮ ਅਤੇ ਕਾਨੂੰਨ ਵੀ ਉਹਨਾਂ ਦੇ ਅਨੁਸਾਰ ਹੀ ਬਣਾਏ ਜਾਂਦੇ ਆ। ਅਤੇ ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ, ਕੰਪੀਟੀਸ਼ਨ ਕਰਨਾ ਪੈਂਦਾ, ਠੀਕ ਹੈ। ਮੰਨ ਲਓ ਕੋਈ ਕੱਪੜਾ ਜਿਹੜਾ ਘਰ 'ਚ ਤਿਆਰ ਹੋ ਰਿਹਾ ਅਤੇ ਇੱਕ ਕੱਪੜਾ ਮਸ਼ੀਨਾਂ ਦੇ ਵਿੱਚ, ਵੱਡੀਆਂ ਮਸ਼ੀਨਾਂ ਵਿੱਚ ਡਿਜ਼ਾਇਨਡ ਕੱਪੜਾ ਤਿਆਰ ਹੋ ਕੇ ਆਉਂਦਾ ਅਤੇ ਆਪਾਂ ਕਿਹੜਾ ਲੈਂਦੇ, ਆਪਾਂ ਉਹ ਲੈਂਦੇ, ਆਪਾਂ ਘਰ ਦਾ ਤਿਆਰ ਹੋਇਆ ਸਮਾਨ ਨਹੀਂ ਲੈਂਦੇ। ਹੁਣ ਦੇਖਦੇ ਹਾਂ ਆਪਾਂ ਵੀ ਬੂਟ ਜਿਹੜੇ ਆ, ਸ਼ੂਜ਼ ਆ ਜਿਹੜੇ, ਉਹ ਪਿੰਡਾਂ ਦੇ ਵਿੱਚ ਜਿਹੜੇ ਮੋਚੀ ਆ, ਜਿਹੜੇ ਪਰਿਵਾਰਕ ਤੌਰ 'ਤੇ ਪਿੱਛੋਂ ਕੰਮ ਕਰਦੇ ਆ ਰਹੇ, ਉਹ ਬਣਾ ਵੀ ਰਹੇ ਆ, ਪਰ ਅਸੀਂ ਉਹ ਨਹੀਂ ਲੈ ਰਹੇ। ਅਸੀਂ ਬਾਜ਼ਾਰੋਂ ਜਾ ਕੇ ਡਿਜ਼ਾਈਨ ਵੰਨ ਸਵੰਨੇ ਜਿਹੜੇ ਬੂਟ ਉਹ ਲੈਣਾ ਪਸੰਦ ਕਰਦੇ ਹਾਂ। ਅਤੇ ਇਸ ਕਰਕੇ ਇਹਨਾਂ ਨੂੰ ਉਹਨਾਂ ਦੇ ਨਾਲ ਵੀ ਕੰਪੀਟੀਸ਼ਨ ਕਰਨਾ ਪੈਂਦਾ। ਹੁਣ ਸੁਧਾਰ ਕਿਵੇਂ ਹੋ ਸਕਦਾ? ਸੁਧਾਰ ਇਵੇਂ ਹੋ ਸਕਦਾ ਵੀ ਸੁਰੱਖਿਅਤ ਉਤਪਾਦਨ ਪ੍ਰੋਗਰਾਮ। ਪਹਿਲੀ ਗੱਲ ਤਾਂ ਆ ਵੀ ਸਰਕਾਰ ਨੂੰ ਚਾਹੀਦਾ ਵੀ ਕੁਛ ਚੀਜ਼ਾਂ ਨਿਸ਼ਚਿਤ ਕਰ ਦੇਣ ਵੀ ਉਹਨਾਂ ਦਾ ਉਤਪਾਦਨ ਵੱਡੇ ਉਦਯੋਗ ਨਹੀਂ ਕਰਨਗੇ, ਇਹ ਛੋਟੇ ਉਦਯੋਗ ਹੀ ਕਰਨਗੇ। ਸਰਕਾਰ ਖਰੀਦ ਕਰੇ, ਆਪ ਖਰੀਦ ਕਰੇ। ਜੇਕਰ ਇਹਨਾਂ ਦਾ ਸਮਾਨ ਨਹੀਂ ਵਿਕਦਾ ਤਾਂ ਸਰਕਾਰ ਖਰੀਦੇ, ਵਿੱਤੀ ਸਹਾਇਤਾ ਦੇਵੇ ਇਹਨਾਂ ਨੂੰ, ਸਮੇਂ 'ਤੇ ਇਹਨਾਂ ਨੂੰ ਜਿਹੜਾ ਲੋਨ ਦੀ ਫੈਸਿਲਿਟੀ ਦੇਵੇ, ਇਹਨਾਂ ਨੂੰ ਜਿਹੜਾ ਅਨੁਦਾਨ ਦੇਵੇ। ਵਿਕਰੀ ਸੰਬੰਧੀ ਸਹੂਲਤਾਂ ਵੀ ਮਾਰਕੀਟ ਕਮੇਟੀ ਜਿਹੜੀਆਂ ਇਹਨਾਂ ਦੀ ਬਣਾਈ ਜਾਵੇ। ਇਹਨਾਂ ਦਾ ਸਮਾਨ ਇਹਨਾਂ ਦੀ ਫੈਕਟਰੀ 'ਚੋਂ, ਇਹਨਾਂ ਦੇ ਉਦਯੋਗਾਂ 'ਚੋਂ ਹੀ ਖਰੀਦ ਲਿਆ ਜਾਵੇ ਤਾਂ ਕਿ ਇਹਨਾਂ ਨੂੰ ਮੁਸ਼ਕਲ ਨਾ ਆਵੇ। ਤਕਨੀਕੀ ਸਹਾਇਤਾ, ਕਿਉਂਕਿ ਇਹਨਾਂ ਨੂੰ ਤਕਨੀਕ ਦੀ ਜਾਣਕਾਰੀ ਨਹੀਂ ਹੁੰਦੀ। ਲਘੂ ਅਤੇ ਕੁਟੀਰ ਉਦਯੋਗਾਂ ਦੇ ਜਿਹੜੇ ਮਾਲਕ ਉਹਨਾਂ ਨੂੰ ਤਕਨੀਕ ਦੀ ਜਾਣਕਾਰੀ ਨਹੀਂ ਹੁੰਦੀ, ਇਹਨਾਂ ਨੂੰ ਵੀ ਉਸ ਬਾਰੇ ਗਿਆਨ ਦਿੱਤਾ ਜਾਵੇ। ਡਿਸਟ੍ਰਿਕਟ ਇੰਡਸਟਰੀ ਸੈਂਟਰ ਬਣਾਇਆ ਜਾਵੇ, ਕੋਈ ਮੁਸ਼ਕਲ ਹੈਗੀ ਤਾਂ ਉੱਥੇ ਗੱਲ ਕੀਤੀ ਜਾਵੇ। ਉਦਯੋਗਿਕ ਬਸਤੀਆਂ ਬਣਾਈਆਂ ਜਾਣ, ਜਿੱਥੇ ਵੀ ਉਦਯੋਗ ਹੈਗਾ ਉਹਦੇ ਆਲੇ ਦੁਆਲੇ ਜਿਹੜਾ ਆ ਇੱਦਾਂ ਦਾ ਸਟਰਕਚਰ ਬਣਾਇਆ ਜਾਵੇ ਕਿ ਵੱਧ ਤੋਂ ਵੱਧ ਉਦਯੋਗ ਲੱਗ ਜਾਣ ਅਤੇ ਲੋਕ ਜਿਹੜੇ ਹੈਗੇ ਆ ਕਿਉਂਕਿ ਇੱਕ ਏਰੀਏ 'ਚ ਜੇਕਰ ਬਹੁਤ ਸਾਰੀਆਂ ਫੈਕਟਰੀਆਂ ਲੱਗੀਆਂ, ਹੁਣ ਸਰਕਾਰ ਨੂੰ ਖਰੀਦਣਾ ਜਾਂ ਸਮਾਨ ਲੈ ਕੇ ਜਾਣਾ, ਲਿਆਉਣਾ, ਜਿਹੜਾ ਵੇਚਣਾ, ਉਹ ਵੀ ਸੌਖਾ ਹੋ ਜਾਂਦਾ ਹੈ। ਹੋਰ ਵੀ ਰਿਆਇਤਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹੈ। ਸੋ ਇਹ ਸੀ ਲਘੂ ਅਤੇ ਕੁਟੀਰ ਉਦਯੋਗ ਦੀ ਗੱਲ ਆਪਾਂ ਕੀਤੀ ਸੀ। ਹੁਣ ਅਗਲੀ ਗੱਲ ਹੈਗੀ ਵੱਡੇ ਪੈਮਾਨੇ ਦੇ ਉਦਯੋਗ। ਉਹ ਉਦਯੋਗ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪੈਸਾ ਲੱਗਦਾ ਆ, ਠੀਕ ਹੈ ਨਾ। ਵੱਡੇ ਉਦਯੋਗ ਜਿਹੜੇ ਹੈਗੇ ਆ, ਵੱਡੀ ਇੰਡਸਟਰੀਜ਼ ਹੈਗੀ ਆ, ਜਿਵੇਂ ਟਾਟਾ ਆਇਰਨ ਐਂਡ ਸਟੀਲ ਕੰਪਨੀ ਜਿਹੜੀ ਆ ਭਾਰਤ ਦੀ ਸਭ ਤੋਂ ਪੁਰਾਣੀ ਆਇਰਨ ਅਤੇ ਲੋਹਾ ਅਤੇ ਇਸਪਾਤ ਬਣਾਉਣ ਵਾਲੀ ਫੈਕਟਰੀ ਹੈਗੀ ਆ। ਜਾਂ ਆਪਾਂ ਜੇ ਆਪਣੇ ਕਪੂਰਥਲੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਰੇਲਵੇ ਕੋਚ ਫੈਕਟਰੀ ਬਹੁਤ ਵੱਡੀ ਫੈਕਟਰੀ ਹੈਗੀ। ਇਹਨੂੰ ਅਸੀਂ ਵੱਡੇ ਪੈਮਾਨੇ ਦੇ ਉਦਯੋਗ ਕਹਿ ਸਕਦੇ। ਹਮੀਰਾ ਮਿੱਲ ਨੂੰ ਵੀ ਵੱਡੇ ਪੈਮਾਨੇ ਦੇ ਕਹਿ ਸਕਦੇ, ਬੇਸ਼ੱਕ ਇੰਨਾ ਵੱਡਾ ਨਹੀਂ ਹੈਗਾ ਪਰ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ। ਹੁਣ ਇਹਨਾਂ ਨੂੰ ਕਿੱਦਾਂ ਵੰਡ ਸਕਦੇ ਹਾਂ? ਦੇਖੋ, ਮੁੱਢਲੇ ਉਦਯੋਗ, ਬੇਸਿਕ ਇੰਡਸਟਰੀ, ਪੂੰਜੀਗਤ ਵਸਤੂ ਉਦਯੋਗ, ਮੱਧਵਰਤੀ ਉਦਯੋਗ, ਉਪਭੋਗਤਾ ਵਸਤੂ ਉਦਯੋਗ, ਠੀਕ ਹੈ ਜੀ। ਪਹਿਲੀ ਗੱਲ ਹੈਗੀ ਆ, ਅਸੀਂ ਗੱਲ ਕਰਦੇ ਸੀ ਪਹਿਲਾਂ ਤਾਂ ਗੱਲ ਕੀਤੀ ਆ ਵੀ ਲਾਰਜ ਸਕੇਲ ਇੰਡਸਟਰੀ। ਦੇਖੋ ਆ ਕਿੰਨਾ ਇਨਫਰਾਸਟਰਕਚਰ ਹੈਗਾ, ਕਿੱਡੇ ਵੱਡੇ ਟੈਂਕ, ਕੀ ਕੁਛ ਬਣਿਆ। ਇਹ ਹੈ ਵੱਡੇ ਪੈਮਾਨੇ ਦੇ ਉਦਯੋਗ, ਠੀਕ ਹੈ ਜੀ। ਆਹ ਰੇਲ ਕੋਚ ਫੈਕਟਰੀ ਆ, ਕਿੱਡਾ ਵੱਡਾ ਏਰੀਆ ਕਵਰ ਕੀਤਾ। ਉੱਪਰੋਂ ਇਹਦੀ ਜਿਹੜੀ ਫੋਟੋ ਲਈ ਗਈ ਹੈ, ਹਜ਼ਾਰਾਂ ਏਕੜ ਦੇ ਵਿੱਚ ਜਗ੍ਹਾ ਹੈਗੀ ਆ, ਲੱਖਾਂ ਲੋਕ ਇੱਥੇ ਕੰਮ ਕਰਦੇ। ਇਹ ਵੀ ਵੱਡੇ ਪੈਮਾਨੇ ਦਾ ਉਦਯੋਗ ਆ, ਠੀਕ ਹੈ ਜੀ। ਹੁਣ ਜਿਹੜੀ ਅਗਲੀ ਗੱਲ ਕੀਤੀ ਸੀਗੀ ਵੀ ਇਹਦੇ ਵਿੱਚ ਕਿਹੜੇ ਉਦਯੋਗ ਆਉਂਦੇ, ਜਿਵੇਂ ਮੁੱਢਲਾ ਉਦਯੋਗ ਆਉਂਦਾ। ਮੁੱਢਲੇ ਉਦਯੋਗ ਦੀ ਗੱਲ ਕੀਤੀ। ਹੁਣ ਮੁੱਢਲਾ ਉਦਯੋਗ ਕਿਹਨੂੰ ਕਹਿੰਦੇ ਆ? ਮੁੱਢਲਾ ਉਦਯੋਗ ਉਹ ਹੁੰਦਾ ਜੋ ਖੇਤੀ ਅਤੇ ਉਦਯੋਗਾਂ ਲਈ ਲੋੜੀਂਦੀਆਂ ਚੀਜ਼ਾਂ ਤਿਆਰ ਕਰਦਾ, ਜਿਵੇਂ ਲੋਹਾ, ਇਸਪਾਤ, ਕੋਇਲਾ, ਰਸਾਇਣਿਕ ਖਾਦਾਂ, ਐਲੂਮੀਨੀਅਮ, ਬਿਜਲੀ।
ਹੁਣ ਜਿਹੜੀ ਬਿਜਲੀ ਜਿਹੜਾ ਉਦਯੋਗ ਤਿਆਰ ਕਰਦਾ ਆ, ਜਿੱਥੇ ਬਿਜਲੀ ਤਿਆਰ ਹੁੰਦੀ ਆ ਉਹਨੂੰ ਅਸੀਂ ਬੇਸਿਕ ਇੰਡਸਟਰੀ ਜਾਂ ਮੁੱਢਲਾ ਉਦਯੋਗ ਕਹਾਂਗੇ। ਜਿੱਥੇ ਲੋਹਾ ਤਿਆਰ ਕੀਤਾ ਜਾਂਦਾ, ਜਿੱਥੇ ਐਲੂਮੀਨੀਅਮ ਤਿਆਰ ਕੀਤਾ ਜਾਂਦਾ ਆ, ਕਿਉਂਕਿ ਲੋਹੇ ਤੋਂ ਅੱਗੇ ਮਸ਼ੀਨਾਂ ਬਣਦੀਆਂ, ਇਹਨੂੰ ਅਸੀਂ ਬੇਸਿਕ ਇੰਡਸਟਰੀ ਕਹਿੰਦੇ। ਇਹ ਗੱਲ ਫਰਕ ਦੇਖ ਲਿਓ ਤੁਸੀਂ। ਦੇਖਿਆ ਆਹ ਦੇਖੋ, ਆਹ ਕੱਚਾ ਮਾਲ ਆਪਾਂ ਨੂੰ ਮਿਲਿਆ, ਯਾਨੀ ਜ਼ਮੀਨ ਦੇ ਵਿੱਚੋਂ ਖਣਿਜਾਂ ਦੇ ਰੂਪ ਵਿੱਚ ਅਸੀਂ ਕੱਚਾ ਮਾਲ ਲਿਆ, ਉਹਨੂੰ ਅਸੀਂ ਬੇਸਿਕ ਇੰਡਸਟਰੀ ਦੇ ਵਿੱਚ ਮੁੱਢਲੇ ਉਦਯੋਗ 'ਚੋਂ ਲਾ ਕੇ ਫਿਰ ਅਸੀਂ ਸਟੀਲ ਤਿਆਰ ਕੀਤਾ। ਠੀਕ ਹੈ ਨਾ, ਸਟੀਲ ਦੀ ਇੱਕ ਸ਼ੇਪ ਬਣਾਤੀ ਅਤੇ ਉਸ ਸਟੀਲ ਨੂੰ ਅੱਗੇ ਅਸੀਂ ਲੈ ਕੇ ਗਏ ਹਾਂ। ਠੀਕ ਹੈ ਜੀ, ਉਹਨੂੰ ਅਸੀਂ ਲੈ ਕੇ ਗਏ ਹਾਂ ਅੱਗੇ। ਦੇਖੋ ਯੂਜ਼ ਸਟੀਲ ਐਂਡ ਮੈਨੀ ਅਦਰ ਥਿੰਗਸ ਇਹਨੂੰ ਆਹ ਜਿਹੜਾ ਸਟੀਲ ਜਿਹੜਾ ਇਹ ਫਿਰ ਅੱਗੇ ਕੱਚੇ ਮਾਲ ਦੇ ਤੌਰ 'ਤੇ ਇੱਕ ਫੈਕਟਰੀ ਦੇ ਵਿੱਚ ਆਇਆ, ਜਿਹਨੂੰ ਅਸੀਂ ਇੰਟਰਮੀਡੀਏਟ ਇੰਡਸਟਰੀ ਕਹਿੰਦੇ ਹਾਂ। ਇਹ ਕੀ ਹੁੰਦੀ ਆ? ਇਹ ਉਹ ਇੰਡਸਟਰੀ ਹੁੰਦੀ ਜਿਹੜੀ ਇੱਕ ਚੀਜ਼ ਨੂੰ ਤਿਆਰ ਨਹੀਂ ਕਰਦੀ ਕੰਪਲੀਟਲੀ, ਉਹਨੂੰ ਫਿਨਿਸ਼ ਗੁੱਡ ਨਹੀਂ ਤਿਆਰ ਕਰਦੀ। ਹੁਣ ਮੈਂ ਕਾਰ ਦੀ ਉਦਾਹਰਨ ਤੁਹਾਨੂੰ ਪਹਿਲਾਂ ਦਿੱਤੀ ਸੀ। ਹੁਣ ਕਾਰ ਦਾ ਜੇਕਰ ਕੋਈ ਫੈਕਟਰੀ ਕਾਰ ਦਾ ਟਾਇਰ ਤਿਆਰ ਕਰਦੀ ਆ ਤਾਂ ਉਹ ਇੰਟਰਮੀਡੀਏਟ ਇੰਡਸਟਰੀ ਹੈ। ਜੇ ਕੋਈ ਕਾਰ ਦਾ ਸਟੀਅਰਿੰਗ ਤਿਆਰ ਕਰਦੀ ਆ, ਉਹ ਇੰਟਰਮੀਡੀਏਟ ਇੰਡਸਟਰੀ ਹੈ। ਜੇ ਕਾਰ ਦੀ ਕਿਤੇ ਸੀਟ ਬਣਦੀ ਆ, ਜੇ ਕਾਰ ਦੇ ਕਿਤੇ ਨਟ ਬੋਲਟ ਬਣਦੇ, ਉਹ ਇੰਟਰਮੀਡੀਏਟ ਇੰਡਸਟਰੀ ਆ। ਉਹਨੂੰ ਅਸੀਂ ਮੱਧਵਰਤੀ ਵਸਤੂ ਉਦਯੋਗ ਕਹਿੰਦੇ ਆ, ਕਿਉਂਕਿ ਉਹ ਤਿਆਰ ਚੀਜ਼ ਜਿਹੜੀ ਅੱਗੇ ਫਿਰ ਕਿਸੇ ਹੋਰ ਫੈਕਟਰੀ 'ਚ ਜਾ ਕੇ ਫਿਰ ਜਿਹੜੀ ਕਿਸੇ ਚੀਜ਼ 'ਚ ਲੱਗ ਕੇ ਫਿਰ ਕੰਪਲੀਟ ਇੱਕ ਚੀਜ਼ ਤਿਆਰ ਕਰਦੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਆ, ਜਦੋਂ ਇਹਦੇ ਵਿੱਚ ਬਣਿਆ ਸਮਾਨ ਅਸੀਂ ਇੱਥੇ ਲੈ ਗਏ ਕੈਪੀਟਲ ਇੰਡਸਟਰੀ ਦੇ ਵਿੱਚ, ਉੱਥੇ ਅਸੀਂ ਸਾਰਾ ਸਮਾਨ ਫਿੱਟ ਕੀਤਾ, ਫਿਰ ਜਾ ਕੇ ਜਿਹੜੀ ਚੀਜ਼ ਬਣੀ ਉਹਨੂੰ ਅਸੀਂ ਕੈਪੀਟਲ ਇੰਡਸਟਰੀ ਕਹਿੰਦੇ। ਕੈਪੀਟਲ ਗੁੱਡ ਇੰਡਸਟਰੀ ਉਹਨੂੰ ਕਹਿੰਦੇ, ਪੂੰਜੀਗਤ ਵਸਤੂ ਉਦਯੋਗ ਕਹਿੰਦੇ। ਜਿਵੇਂ ਇੱਕ ਟਰੈਕਟਰ ਆ, ਇੱਕ ਟਰੱਕ ਆ, ਠੀਕ ਹੈ, ਇੱਕ ਪੱਖਾ ਹੀ ਮੰਨ ਲਓ ਤੁਸੀਂ। ਹੁਣ ਪੱਖੇ ਦੇ ਵਿੱਚ ਕੀ ਆ, ਤੁਹਾਡਾ ਲੋਹਾ ਵੀ ਲੱਗਦਾ ਆ, ਵਿੱਚ ਤਾਂਬਾ ਵੀ ਲੱਗਦਾ ਆ, ਵਿੱਚ ਪੱਤੀਆਂ ਜਿਹੀਆਂ ਵੀ ਲੱਗਦੀਆਂ, ਤਾਰਾਂ ਵੀ ਲੱਗਦੀਆਂ, ਕੰਡੈਂਸਰ ਵੀ ਲੱਗਦਾ। ਇਹ ਚੀਜ਼ਾਂ ਸਾਰੀਆਂ ਇੱਕ ਜਗ੍ਹਾ 'ਤੇ ਨਹੀਂ ਬਣਦੀਆਂ, ਇਹ ਕਿਤੋਂ ਹੋਰ ਪਾਸਿਓਂ ਤਿਆਰ ਹੋ ਕੇ ਆਉਂਦੀਆਂ। ਇੱਕ ਥਾਂ 'ਤੇ ਜਿਹੜਾ ਇਹਦਾ ਢਾਂਚਾ ਇਕੱਠਾ ਕਰਕੇ ਤਿਆਰ ਕੀਤਾ ਜਾਂਦਾ ਹੈ, ਉਹਨੂੰ ਅਸੀਂ ਕੈਪੀਟਲ ਗੁੱਡ ਇੰਡਸਟਰੀ ਕਹਿੰਦੇ ਹਾਂ। ਠੀਕ ਹੈ ਜੀ, ਕੋਈ ਔਖਾ ਕੰਮ ਨਹੀਂ ਹੈਗਾ। ਧਿਆਨ ਨਾਲ ਇਸ ਚੀਜ਼ ਨੂੰ ਸਮਝੋਗੇ ਤੁਹਾਨੂੰ ਸਾਰਾ ਸਮਝ ਲੱਗ ਜਾਏਗਾ। ਹੁਣ ਇੱਕ ਹੋਰ ਹੈਗਾ ਇਹਦੇ ਵਿੱਚ ਕੰਜ਼ਿਊਮਰ ਗੁੱਡ ਇੰਡਸਟਰੀਜ਼, ਉਪਭੋਗਤਾ ਵਸਤੂ ਉਦਯੋਗ। ਜਿਹੜੀਆਂ ਚੀਜ਼ਾਂ ਆਪਾਂ ਵਰਤੋਂ ਲਈ ਯੂਜ਼ ਕਰਦੇ ਹਾਂ, ਖੰਡ, ਤੇਲ, ਘਿਓ, ਚਮਚ, ਪਲੇਟ, ਠੀਕ ਹੈ, ਟੇਬਲ, ਕੁਰਸੀ, ਇਹ ਸਾਰੀਆਂ ਸਾਡੀਆਂ ਚੀਜ਼ਾਂ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਉਪਭੋਗਤਾ ਕੌਣ ਹੈ? ਅਸੀਂ ਹਾਂ। ਜਿਹੜੀਆਂ ਅਸੀਂ ਕੋਈ ਵੀ ਵਸਤੂ ਯੂਜ਼ ਕਰਦੇ ਹਾਂ ਜਿਹੜੀ ਕੰਪਲੀਟ ਤਿਆਰ ਹੋ ਕੇ ਆਉਂਦੀ, ਉਹਨੂੰ ਅਸੀਂ ਕੰਜ਼ਿਊਮਰ ਗੁੱਡ ਇੰਡਸਟਰੀ ਦੇ ਵਿੱਚ ਲੈਂਦੇ ਹਾਂ। ਅਤੇ ਇਹ ਸਾਰੇ ਵੱਡੇ ਉਦਯੋਗ ਦੇ ਹਿੱਸੇ ਆ। ਇਹ 4 ਹਿੱਸੇ ਆ: ਮੁੱਢਲੇ ਉਦਯੋਗ, ਪੂੰਜੀਗਤ ਵਸਤੂ ਉਦਯੋਗ, ਮੱਧਵਰਤੀ ਉਦਯੋਗ ਅਤੇ ਉਪਭੋਗਤਾ ਵਸਤੂ ਉਦਯੋਗ। ਇਹਨੂੰ ਧਿਆਨ ਨਾਲ ਸਮਝ ਲਿਓ ਤੁਸੀਂ। ਠੀਕ ਹੈ, ਹੁਣ ਅੱਗੇ ਇਹਨਾਂ ਦੀ ਇੰਪੋਰਟੈਂਸ ਕੀ ਆ ਵੱਡੇ ਉਦਯੋਗਾਂ ਦੀ? ਜਿਵੇਂ ਆਪਾਂ ਲਘੂ ਅਤੇ ਕੁਟੀਰ ਉਦਯੋਗਾਂ ਦੀ ਇੰਪੋਰਟੈਂਸ ਦੇਖੀ ਸੀ, ਉੱਦਾਂ ਵੱਡੇ ਉਦਯੋਗਾਂ ਦੀ ਇੰਪੋਰਟੈਂਸ ਕੀ ਆ? ਤਾਂ ਪਹਿਲੀ ਹੈਗਾ ਪੂੰਜੀਗਤ ਅਤੇ ਮੁੱਢਲੀਆਂ ਵਸਤੂਆਂ ਦਾ ਉਤਪਾਦਨ। ਪੂੰਜੀਗਤ ਅਤੇ ਮੁੱਢਲੀਆਂ ਵਸਤੂਆਂ ਦਾ ਉਤਪਾਦਨ। ਪੂੰਜੀਗਤ ਵਸਤੂਆਂ ਅਤੇ ਮੁੱਢਲੀਆਂ ਵਸਤੂਆਂ ਦੀ ਪਹਿਲਾਂ ਗੱਲ ਕਰ ਲਈ ਤੁਹਾਨੂੰ। ਲੋਹਾ, ਇਸਪਾਤ, ਰਸਾਇਣਿਕ ਖਾਦਾਂ, ਠੀਕ ਹੈ, ਇਹ ਪੂੰਜੀਗਤ ਵਸਤੂਆਂ ਆ। ਮੁੱਢਲੀਆਂ ਵਸਤੂਆਂ ਅਤੇ ਪੂੰਜੀਗਤ ਵਸਤੂਆਂ ਕੌਣ ਤਿਆਰ ਕਰਦਾ? ਇਹ ਤਿਆਰ ਕਰਦੇ ਆ। ਹੁਣ ਜੇਕਰ ਮੰਨ ਲਓ ਅਸੀਂ ਜ਼ਮੀਨ ਤੋਂ ਲੋਹਾ ਕੱਢਣਾ ਆ, ਪਹਿਲਾਂ ਅਸੀਂ ਜ਼ਮੀਨ ਨੂੰ ਪੱਟਾਂਗੇ, ਉਹਦੇ ਵਿੱਚੋਂ ਚੱਟਾਨਾਂ ਨੂੰ ਤੋੜਾਂਗੇ, ਮਿੱਟੀ ਨੂੰ ਇਕੱਠੀ ਕਰਾਂਗੇ, ਲੈ ਕੇ ਜਾਵਾਂਗੇ, ਉਹਨੂੰ ਫਿਰ ਰਿਫਾਈਨ ਕਰਾਂਗੇ, ਉਹਨੂੰ ਵੱਖੋ ਵੱਖ ਕਰਾਂਗੇ, ਫਿਰ ਲੋਹਾ ਤਿਆਰ ਕਰਾਂਗੇ। ਇਹ ਜਿਹੜਾ ਕੰਮ ਆ ਛੋਟੇ ਉਦਯੋਗ, ਕੁਟੀਰ ਉਦਯੋਗ ਨਹੀਂ ਕਰ ਸਕਦੇ। ਇਹ ਕੌਣ ਕਰ ਸਕਦੇ ਆ? ਇਹ ਵੱਡੇ ਉਦਯੋਗ ਹੀ ਕਰ ਸਕਦੇ ਆ। ਆਹ ਦੇਖੋ, ਆਹ ਸਾਰੀਆਂ ਕੰਜ਼ਿਊਮਰ ਗੁੱਡਸ ਹੈਗੀਆਂ ਜਿਹੜੀਆਂ ਆਪਾਂ ਯੂਜ਼ ਕਰ ਸਕਦੇ। ਆਹ ਕੈਪੀਟਲ ਗੁੱਡਸ ਹੈਗੀਆਂ। ਠੀਕ ਹੈ, ਇਹ 'ਚ ਮਸ਼ੀਨਰੀ ਵੀ ਆ ਜਾਂਦੀ ਹੈ, ਟਰੈਕਟਰ ਵੀ ਆ ਜਾਂਦਾ, ਸਾਰਾ ਕੁਛ ਆ ਜਾਂਦਾ ਹੈ। ਇਹ ਇਹਨਾਂ ਦੇ ਵਿੱਚ ਫਰਕ ਹੈਗਾ। ਅਗਲੀ ਚੀਜ਼ ਹੈਗੀ ਆਰਥਿਕ ਆਧਾਰਿਕ ਸੰਰਚਨਾ, ਇਕਨੋਮਿਕਸ ਇਨਫਰਾਸਟਰਕਚਰ। ਹੁਣ ਜੇਕਰ ਅਸੀਂ ਸੜਕ ਬਣਾਉਣੀ, ਤੁਸੀਂ ਦੇਖੋ ਕਿ ਸੜਕ ਬਣਦੀ ਤੁਹਾਡੇ ਆਲੇ ਦੁਆਲੇ ਅਤੇ ਕਿੰਨੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ, ਵੱਡੀਆਂ ਛੋਟੀਆਂ ਸਾਰੀਆਂ ਮਸ਼ੀਨਾਂ, ਸਾਰਾ ਕੁਛ ਜਿਹੜਾ ਆ ਇਹ ਛੋਟੇ ਲੈਵਲ ਦੇ ਉਦਯੋਗ ਨਹੀਂ ਕਰ ਸਕਦੇ, ਇਹ ਵੱਡੇ ਉਦਯੋਗਾਂ 'ਚ ਹੋ ਸਕਦਾ। ਹੁਣ ਏਅਰਪੋਰਟ ਆ, ਜਾਂ ਇਹ ਸਮੁੰਦਰ ਵਾਲੇ ਪੋਰਟ ਹੈਗੇ, ਜਾਂ ਬਿਜਲੀ ਆ, ਜਾਂ ਰੇਲਵੇ ਆ, ਜਾਂ ਪਾਣੀ ਦੀ ਸੁਵਿਧਾ ਹੈਗੀ ਆ, ਜਾਂ ਹੋਸਪਿਟਲ, ਐਜੂਕੇਸ਼ਨ ਹੈਗੀ ਆ। ਇਹ ਸਾਰੀਆਂ ਚੀਜ਼ਾਂ ਕੌਣ ਤਿਆਰ ਕਰ ਸਕਦਾ? ਇਹ ਸਿਰਫ ਵੱਡੇ ਉਦਯੋਗਾਂ ਦੇ ਵਿੱਚ ਹੀ ਹੋ ਸਕਦਾ। ਇੰਪੋਰਟੈਂਸ ਇਹੀ ਤਾਂ ਹੈ। ਖੋਜ ਅਤੇ ਤਕਨੀਕ। ਹੁਣ ਅਕਸਰ ਅਸੀਂ ਦੇਖਦੇ ਹਾਂ ਵੱਡੇ ਉਦਯੋਗਾਂ ਦੇ ਵਿੱਚ, ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਕਾਰ ਹੀ ਆ ਸਾਡੇ ਕੋਲ ਨਾ, ਜਿਵੇਂ ਹੁਣ ਮਰੂਤੀ ਦੀ ਆਪਾਂ ਕਾਰ ਲੈ ਕੇ ਚੱਲਦੇ ਹਾਂ, ਸਵਿਫਟ ਦੀ ਗੱਲ ਕਰਦੇ ਹਾਂ। ਸਵਿਫਟ ਜਿਹੜੀ ਹੈ ਇਸ ਸਾਲ ਸਾਨੂੰ ਉਹਦਾ ਸਟਰਕਚਰ ਹੋਰ ਤਰ੍ਹਾਂ ਲੱਗਦਾ, ਉਹਦੀਆਂ ਲਾਈਟਾਂ ਬਦਲੀਆਂ ਹੁੰਦੀਆਂ, ਉਹਦਾ ਇੰਟੀਰੀਅਰ ਚੇਂਜ ਹੁੰਦਾ। ਅਗਲੇ ਸਾਲ ਉਹ ਨਵਾਂ ਮਾਡਲ ਆ ਜਾਂਦਾ, ਉਸ ਤੋਂ ਅਗਲੇ ਸਾਲ ਹੋਰ ਨਵਾਂ ਮਾਡਲ ਆ ਜਾਂਦਾ। ਕਿਵੇਂ ਆਉਂਦਾ? ਕਿਉਂਕਿ ਇਸ ਖੇਤਰ ਦੇ ਵਿੱਚ ਵੱਡੇ ਉਦਯੋਗ ਖੋਜ ਵੀ ਕਰਦੇ ਆ ਅਤੇ ਨਵੀਂ ਸੋਧ ਕਰਕੇ ਐਡ ਕਰਕੇ ਚੀਜ਼ ਸਮਾਨ ਬਾਜ਼ਾਰ 'ਚ ਵੇਚਦੇ। ਜਿਵੇਂ ਮੋਬਾਈਲ ਹੀ ਆ, ਮੋਬਾਈਲ 'ਚ ਜਿਵੇਂ ਪਹਿਲਾਂ 2G ਸੀ, ਫਿਰ 3G ਸੀ, ਫਿਰ 4G ਸੀ, ਹੁਣ 5G ਵੀ ਆ ਗਿਆ।
ਤੇ ਇਹ ਕੌਣ ਕਰਦਾ? ਇਹ ਨਵੀਆਂ ਖੋਜਾਂ ਜਿਹੜੀਆਂ ਵੱਡੇ ਉਦਯੋਗਾਂ ਦੇ ਵਿੱਚ ਹੀ ਬੱਚਿਓ ਹੁੰਦੀਆਂ, ਇਸ ਗੱਲ ਨੂੰ ਯਾਦ ਰੱਖਿਓ। ਫਿਰ ਉਤਪਾਦਕਤਾ 'ਚ ਵਾਧਾ, ਪ੍ਰੋਡਕਸ਼ਨ, ਤਿਆਰ ਕਰਨਾ ਸਮਾਨ। ਉਹ 'ਚ ਸਮਾਨ ਹੁਣ ਕੋਈ ਵੀ ਸਮਾਨ ਜੇਕਰ ਤਿਆਰ ਹੁੰਦਾ ਹੈ, ਠੀਕ ਹੈ, ਜੇਕਰ ਸਮਾਨ ਤਿਆਰ ਹੋਊਗਾ ਵੱਧ ਤੋਂ ਵੱਧ ਬਾਜ਼ਾਰ 'ਚ ਜਾਊਗਾ ਅਤੇ ਜਿਹੜੇ ਲੋਕ ਕੰਮ ਕਰਦੇ ਉਹਨਾਂ ਦੀ ਮਜ਼ਦੂਰੀ ਵੀ ਵਧੂਗੀ, ਪ੍ਰਾਈਸ ਘੱਟ ਹੋਊਗੀ। ਜਿੰਨਾ ਸਮਾਨ ਵੱਧ ਤਿਆਰ ਹੋਊਗਾ ਉਨਾ ਉਹਦੀ ਕੀਮਤ ਘੱਟ ਹੋਊਗੀ, ਜੇ ਘੱਟ ਹੋਊਗਾ ਸਮਾਨ ਤਾਂ ਉਹਦੀ ਕੀਮਤ ਵੱਧ ਹੋਊਗੀ। ਜੇ ਸਮਾਨ ਜ਼ਿਆਦਾ ਹੋਊਗਾ, ਜ਼ਿਆਦਾ ਵਿਕੂਗਾ ਤਾਂ ਜ਼ਿਆਦਾ ਲਾਭ ਹੋਊਗਾ, ਜ਼ਿਆਦਾ ਲਾਭ ਹੋਊਗਾ ਤਾਂ ਦੇਸ਼ ਨੂੰ ਵੀ ਬਹੁਤ ਲਾਭ ਹੋਊਗਾ। ਠੀਕ ਹੈ ਜੀ। ਸਹਾਇਕ ਉਦਯੋਗਾਂ ਦੀ ਸਥਾਪਨਾ, ਐਂਸਿਲਰੀ ਇੰਡਸਟਰੀਜ਼, ਵਰਡ ਯਾਦ ਰੱਖਿਓ ਜਿਹੜੇ ਇੰਗਲਿਸ਼ ਵਾਲੇ ਬੱਚੇ, ਐਂਸਿਲਰੀ ਇੰਡਸਟਰੀਜ਼, ਸਹਾਇਕ ਉਦਯੋਗ। ਸਹਾਇਕ ਉਦਯੋਗ ਜਿਹੜੇ, ਹਾਂ ਦੇਖੋ ਕਾਰ ਦੀ ਗੱਲ ਕਰਦੇ ਸੀ ਆਪਾਂ, ਇੰਨਾ ਸਮਾਨ ਕਾਰ ਦੇ ਵਿੱਚ ਲੱਗਦਾ ਆ। ਇਹ ਸਾਰਾ ਕਾਰ ਵਾਲੀ ਫੈਕਟਰੀ ਦੇ ਵਿੱਚ ਤਿਆਰ ਨਹੀਂ ਹੁੰਦਾ, ਇਹ ਅਲੱਗ-ਅਲੱਗ ਜਗ੍ਹਾ ਦੇ ਵਿੱਚੋਂ ਤਿਆਰ ਹੋ ਕੇ ਆਉਂਦਾ ਆ, ਉੱਥੇ ਜਾ ਕੇ ਇਹਨੂੰ ਅਸੈਂਬਲ ਕਰਦੇ, ਇਹਨੂੰ ਇਕੱਠਾ ਕਰਦੇ ਆ। ਇਹਨਾਂ ਉਦਯੋਗਾਂ ਨੂੰ ਆਪਾਂ ਅਸੈਂਬਲੀ ਉਦਯੋਗ ਕਹਿੰਦੇ। ਇਹ ਸਿਰਫ ਕਾਰ ਦੀ ਉਦਾਹਰਨ ਦਿੱਤੀ, ਬਾਕੀ ਜਿਹੜੀਆਂ ਚੀਜ਼ਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਧਰੋਂ ਉੱਧਰੋਂ ਤਿਆਰ ਹੁੰਦੀਆਂ। ਹਰੇਕ ਚੀਜ਼ ਦੀ ਗੱਲ ਕਰ ਸਕਦੇ, ਟੀ ਵੀ ਦੀ ਗੱਲ ਕਰ ਲਓ ਤੁਸੀਂ, ਹੈ ਨਾ, ਪੱਖੇ ਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ, ਹੋਰ ਵੀ ਫਰਿੱਜ ਦੀ ਗੱਲ ਕਰ ਲਓ, AC ਦੀ ਗੱਲ ਕਰ ਲਓ, ਸਾਰੀਆਂ ਚੀਜ਼ਾਂ ਇਸ ਹਿਸਾਬ ਦੇ ਨਾਲ ਤਿਆਰ ਹੁੰਦੀਆਂ। ਹੁਣ ਅਗਲੀ ਗੱਲ ਹੈ ਦੇਸ਼ ਦੇ ਉਦਯੋਗੀ ਵਿਕਾਸ ਦੀ ਧੀਮੀ ਗਤੀ ਦੇ ਕਾਰਨ। ਧੀਮੀ ਮਤਲਬ ਸਲੋ ਕਿਉਂ? ਸਾਡੇ ਦੇਸ਼ ਦਾ ਵਿਕਾਸ ਜਿਹੜਾ ਹੋ ਰਿਹਾ ਆ, ਇਹ ਨਹੀਂ ਵੀ ਨਹੀਂ ਹੋ ਰਿਹਾ, ਹੋ ਰਿਹਾ, ਪਰ ਕਿਉਂ ਸਲੋ ਹੋ ਰਿਹਾ ਆ? ਕਾਰਨ ਕੀ ਆ? ਤਾਂ ਸਾਡੇ ਦੇਸ਼ ਦਾ ਇਸ ਵੇਲੇ ਸੰਸਾਰ 'ਚ 10ਵਾਂ ਸਥਾਨ ਆ ਉਦਯੋਗਿਕ ਦੇਸ਼ਾਂ ਦੇ ਵਿੱਚ। ਠੀਕ ਹੈ, ਆਪਾਂ ਮੇਨ ਜੇਕਰ ਦੇਸ਼ਾਂ ਦੀ ਗਿਣਤੀ ਕਰੀਏ ਤਾਂ 200 ਦੇ ਲਾਗੇ ਦੇਸ਼ ਆ ਸੰਸਾਰ ਦੇ ਵਿੱਚ ਜਿਹੜੇ ਠੀਕ ਠਾਕ, ਜਿਵੇਂ ਵੱਡੇ ਜਿਹੜੇ ਛੋਟੇ ਮੋਟੇ ਤਾਂ ਚੱਲ ਬਹੁਤ ਸਾਰੇ ਹੋਰ ਵੀ ਹੋਣਗੇ, ਅਤੇ 200 ਦੇ ਵਿੱਚੋਂ 10ਵਾਂ ਸਥਾਨ ਜਿਹੜਾ ਵਧੀਆ ਹੁੰਦਾ, ਮਾੜਾ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਇਹ ਕਹਿੰਦੇ ਵੀ ਸਾਡਾ ਦੇਸ਼ ਦਾ ਉਦਯੋਗਿਕ ਵਿਕਾਸ ਬਹੁਤ ਘੱਟ ਆ। ਅਤੇ ਉਹਦੇ ਕਈ ਕਾਰਨ ਹੈਗੇ ਆ, ਉਹਨਾਂ ਦੀ ਗੱਲ ਵੀ ਆਪਾਂ ਅੱਗੇ ਕਰਦੇ ਹਾਂ। ਪਹਿਲਾ ਕਾਰਨ ਹੈਗਾ ਫੋਰਨ ਰੂਲ, ਵੀ ਵਿਦੇਸ਼ੀ ਰਾਜ ਰਿਹਾ ਸਾਡੇ ਉੱਤੇ। ਇੰਗਲੈਂਡ ਨੇ 150 ਸਾਲ ਰਾਜ ਕੀਤਾ, ਸਾਨੂੰ ਲੁੱਟਿਆ। ਜਿੰਨਾ ਸਾਡਾ ਦੇਸ਼ ਦਾ ਕੱਚਾ ਮਾਲ ਸੀ ਸਾਰਾ ਬਾਹਰ ਲੈ ਜਾਂਦੇ ਸੀ, ਬਾਹਰੋਂ ਤਿਆਰ ਮਾਲ ਲੈ ਕੇ ਸਾਡੇ ਕੋਲ ਵੇਚਦੇ ਸੀ। ਸਾਡੇ ਦੇਸ਼ ਦੀ ਜਿੰਨੀ ਇੰਡਸਟਰੀ ਸੀ ਸਾਰਿਆਂ ਦਾ ਇਹਨਾਂ ਨੇ ਬੇੜਾ ਕਰਕੇ ਇਹਨਾਂ ਨੇ ਕੀਤਾ। ਠੀਕ ਹੈ ਜੀ, ਸਭ ਤੋਂ ਮੁੱਖ ਕਾਰਨ ਇਹ ਰਿਹਾ ਹੈ। ਦੂਜਾ ਕਾਰਨ ਹੈਗਾ ਸਕਾਰਸਿਟੀ। ਸਕਾਰਸਿਟੀ ਹੁੰਦੀ ਵੀ ਘੱਟ ਚੀਜ਼ ਹੋਣਾ, ਉਪਲਬਧਤਾ ਘੱਟ ਹੋਣੀ ਕਿਸੇ ਚੀਜ਼ ਦੀ। ਠੀਕ ਹੈ, ਕਿਹਦੀ ਘੱਟ ਹੋ ਸਕਦੀ ਆ? ਦੇਖੋ, ਮਜ਼ਦੂਰ ਹੈਗੇ ਆ ਪਰ ਕੁਸ਼ਲ ਨਹੀਂ ਹੈਗੇ, ਸਿੱਖੇ ਨਹੀਂ ਹੈਗੇ। ਪੈਸੇ ਦੀ ਵੀ ਘਾਟ ਹੈਗੀ ਆ। ਕੱਚਾ ਮਾਲ ਜੇ ਹੈਗਾ ਆ ਦੇਸ਼ 'ਚ ਬਹੁਤ ਹੈ ਕੱਚਾ ਮਾਲ, ਪਰ ਉਹ ਸਾਡੇ ਕੋਲ ਹਾਲੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਅਵੇਲੇਬਲ ਨਹੀਂ ਹੈਗਾ। ਅਤੇ ਜੇਕਰ ਇਹ ਸਾਰੀਆਂ ਚੀਜ਼ਾਂ ਨਹੀਂ ਹੋਣਗੀਆਂ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਸਭ ਤੋਂ ਵੱਧ ਹੈ ਕੈਪੀਟਲ ਦੀ, ਪੂੰਜੀ ਦੀ ਗੱਲ। ਜੇਕਰ ਪੂੰਜੀ ਜਾਂ ਧਨ ਜਾਂ ਨਹੀਂ ਹੋਊਗਾ ਤਾਂ ਉਹਦੇ ਤੋਂ ਬਿਨਾਂ ਸਾਡਾ ਦੇਸ਼ ਤਰੱਕੀ ਨਹੀਂ ਕਰ ਸਕਦਾ। ਹੈਗਾ ਆ, ਪਰ ਜਦੋਂ ਕਈ ਵਾਰੀ ਲੋੜ ਹੁੰਦੀ ਆ ਅਤੇ ਐਸੇ ਪ੍ਰੋਸੀਜਰ ਹੈਗੇ ਵੀ ਸਾਨੂੰ ਜਿਹੜਾ ਉਦਯੋਗ ਚਲਾਉਣ ਵਾਲੇ ਮਾਲਕ ਨੂੰ, ਜਿਹੜਾ ਫੈਕਟਰੀ ਚਲਾਉਣ ਵਾਲੇ ਮਾਲਕ ਨੂੰ ਸਮੇਂ 'ਤੇ ਪੈਸਾ ਨਹੀਂ ਮਿਲਦਾ, ਅਤੇ ਉਹਦਾ ਜਿਹੜਾ ਕੋਈ ਆਰਡਰ ਆਇਆ ਹੋਇਆ ਵੀ ਸਮਾਨ ਤਿਆਰ ਕਰਨ ਦਾ, ਉਹਦੇ ਕੋਲ ਤਿਆਰ ਨਹੀਂ ਹੁੰਦਾ। ਅਤੇ ਇਸ ਤਰ੍ਹਾਂ ਕਰਕੇ ਕਈ ਵਾਰੀ ਬਿਜਲੀ ਨਹੀਂ ਮਿਲਦੀ, ਕਈ ਵਾਰੀ ਕੋਈ ਹੋਰ ਹਾਲਾਤ ਐਸੇ ਖਰਾਬ ਹੋ ਜਾਂਦੇ, ਜਿਵੇਂ ਹੁਣ ਕਰੋਨਾ ਕਰਕੇ ਸਾਰੀਆਂ ਫੈਕਟਰੀਆਂ ਪਿੱਛੇ ਬੰਦ ਰਹੀਆਂ। ਤਾਂ ਇਹਨਾਂ 'ਚੋਂ ਉੱਭਰਨਾ ਬੜਾ ਔਖਾ ਹੋ ਜਾਂਦਾ। ਜੇਕਰ ਸਰਕਾਰ ਸਹੂਲਤ ਨਾ ਦੇਵੇ ਤਾਂ ਮੁਸ਼ਕਿਲ ਹੋ ਜਾਂਦੀ ਆ। ਫਿਰ ਅਗਲੀ ਗੱਲ ਕਿ ਸਕਿਲਡ ਕੰਸਟਰਕਸ਼ਨ ਵਰਕਰ। ਸਕਿਲਡ ਵਰਕਰ ਨਹੀਂ ਹੈਗੇ ਸਾਡੇ ਕੋਲ। ਸਕਿਲਡ ਮਤਲਬ ਸਿੱਖੇ ਹੋਏ। ਸਾਡੇ ਕੋਲ ਪਹਿਲਾਂ ਬੰਦਾ ਆਉਂਦਾ ਆ, ਉਹਨੂੰ ਅਸੀਂ ਸਿਖਾਉਂਦੇ ਹਾਂ 2 ਸਾਲ ਲਾ ਕੇ, ਫਿਰ ਉਹ ਅੱਗੇ ਕੰਮ ਕਰਦਾ। 2 ਸਾਲ ਜਦੋਂ ਅਸੀਂ ਸਿਖਾਇਆ ਹੁੰਦਾ ਉਸ ਤੋਂ ਬਾਅਦ ਤਕਨੀਕ ਹੀ ਨਵੀਂ ਆ ਜਾਂਦੀ ਹੈ, ਫਿਰ ਉਹ ਪਾਬੰਦਾ ਪਿੱਛੇ ਰਹਿ ਜਾਂਦਾ। ਇਸ ਕਰਕੇ ਇਹ ਵੀ ਸਭ ਤੋਂ ਵੱਡੀ ਘਾਟ ਹੈਗੀ ਆ ਸਕਿਲਡ ਵਰਕਰਸ ਦੀ। ਸਸਤੇ ਸ਼ਕਤੀ ਸਾਧਨਾਂ ਦੀ ਘਾਟ। ਹੁਣ ਬਿਜਲੀ ਜਿਹੜੀ ਆ ਸਾਨੂੰ ਕਈ ਤਰੀਕੇ ਨਾਲ ਤਿਆਰ ਹੁੰਦੀ ਹੈ, ਸੂਰਜ ਨਾਲ, ਹਵਾ ਨਾਲ, ਪਾਣੀ ਨਾਲ, ਬਾਇਓਮਾਸ ਨਾਲ, ਠੀਕ ਹੈ, ਜ਼ਮੀਨ ਦੇ ਵਿੱਚੋਂ ਵੀ ਤਿਆਰ ਕਰਦੇ ਹਾਂ, ਪਰ ਇਹ ਸਾਧਨ ਮਹਿੰਗੇ ਹੈਗੇ ਆ। ਬਿਜਲੀ ਬਹੁਤ ਮਹਿੰਗੀ। ਹੁਣ ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ, ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਘਰਾਂ 'ਚ ਲੋਕਾਂ ਨੂੰ 8 ਰੁਪਏ ਯੂਨਿਟ ਮਿਲਦੀ ਪਈ ਆ, ਔਰ ਜਿਹੜੀ ਉਦਯੋਗਾਂ ਦੀ ਬਿਜਲੀ ਹੁੰਦੀ ਉਹ ਹੋਰ ਵੀ ਮਹਿੰਗੀ ਆ। ਤਾਂ ਜੇ ਇੱਥੇ ਸਾਰਾ ਦਿਨ ਮਸ਼ੀਨਾਂ ਚੱਲਣੀਆਂ, ਇੰਨਾ ਖਰਚਾ ਹੁੰਦਾ। ਜਦੋਂ ਜੇਕਰ ਬਿਜਲੀ ਮਹਿੰਗੀ ਹੋਊਗੀ ਤਾਂ ਜਿਹੜੀ ਚੀਜ਼ ਉੱਥੇ ਤਿਆਰ ਹੋ ਰਹੀ ਆ, ਕਿਉਂਕਿ ਹਰੇਕ ਛੋਟੀ ਛੋਟੀ ਚੀਜ਼ ਜਿਹੜੀ ਆ ਉਹਦਾ ਰੇਟ ਜਦੋਂ ਆਪਾਂ ਕੋਈ ਜੋੜਦੇ ਹਾਂ, ਜੋੜ ਕੇ ਫਿਰ ਜਦੋਂ ਇੱਕ ਚੀਜ਼ ਅਸੀਂ ਫੈਕਟਰੀ ਤਿਆਰ ਕਰਦੇ ਹਾਂ, ਸਾਰਾ ਹਿਸਾਬ ਲਾਉਂਦੇ ਵੀ ਇੰਨਾ ਖਰਚਾ ਸਾਡਾ ਇੱਥੇ ਆ ਗਿਆ। ਅਤੇ ਬਿਜਲੀ ਮਹਿੰਗੀ ਹੋਊਗੀ ਤਾਂ ਖਰਚਾ ਵਧੂਗਾ ਹੀ। ਜੇ ਖਰਚਾ ਵਧੂਗਾ ਤਾਂ ਕੀਮਤ ਜ਼ਿਆਦਾ ਹੋਊਗੀ ਕਿਸੇ ਚੀਜ਼ ਦੀ, ਅਤੇ ਜਦੋਂ ਬਾਜ਼ਾਰ 'ਚ ਵਿਕਣ ਆਊਗੀ ਤਾਂ ਲੋਕ ਸੋਚਣਗੇ ਵੀ ਲਈਏ ਕਿ ਨਾ ਲਈਏ। ਇਸ ਕਰਕੇ ਜਿਹੜਾ ਇਹ ਵੀ ਬਹੁਤ ਵੱਡਾ ਇੱਕ ਡਰਾਬੈਕ ਹੈ ਸਾਡੇ ਕੋਲ। ਕੁਸ਼ਲ ਪ੍ਰਬੰਧਕਾਂ ਦੀ ਘਾਟ। ਪ੍ਰਬੰਧਕ ਕੌਣ? ਜਿਹੜੇ ਇੱਕ ਇੰਡਸਟਰੀ ਨੂੰ ਚਲਾਉਂਦੇ ਆ, ਉਦਯੋਗ ਨੂੰ ਚਲਾਉਂਦੇ ਆ, ਫੈਕਟਰੀ ਨੂੰ ਚਲਾਉਂਦੇ ਆ, ਉਹ ਕੁਸ਼ਲ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਕਿਉਂਕਿ ਮੰਨ ਲਓ ਮੈਂ ਫੈਕਟਰੀ ਲਾਈ, ਕੱਲ੍ਹ ਨੂੰ ਮੇਰਾ ਬੇਟਾ ਜਿਹੜਾ ਆ ਉਹ ਭਾਵੇਂ ਪੜ੍ਹਿਆ ਕਿ ਨਹੀਂ ਪੜ੍ਹਿਆ, ਉਹਨੂੰ ਕੁਛ ਆਉਂਦਾ ਕਿ ਨਹੀਂ ਆਉਂਦਾ, ਉਹਨੇ ਉਹ ਫੈਕਟਰੀ ਚਲਾਉਣੀ ਆ, ਉਸ ਤੋਂ ਬਾਅਦ ਉਹਦੇ ਬੱਚਿਆਂ ਨੇ ਚਲਾਉਣੀ, ਕਿਉਂਕਿ ਜਿਹੜਾ ਮਾਲਕ ਮੈਂ ਆ।
ਤਾਂ ਇਸ ਤਰ੍ਹਾਂ ਜਿਹੜੇ ਪ੍ਰਬੰਧਕ ਹੈ ਕੁਸ਼ਲ ਨਹੀਂ ਹੈਗੇ। ਜੇਕਰ ਕੁਸ਼ਲ ਹੈ ਪ੍ਰਬੰਧਕ ਤਾਂ ਉਹਨਾਂ ਦੀ ਫੈਕਟਰੀ ਵਧੀਆ ਢੰਗ ਨਾਲ ਚੱਲਦੀ, ਉਹ 4 ਪੈਸੇ ਆਪ ਵੀ ਕਮਾਉਂਦੇ ਆ, ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ, ਆਪਣੇ ਉਦਯੋਗ ਧੰਦੇ ਨੂੰ ਵਧਾਉਂਦੇ ਆ, ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਂਦੇ ਆ। ਪਰ ਇਸ ਚੀਜ਼ ਦੀ ਵੀ ਘਾਟ ਹੈ। ਗਰੀਬੀ ਸਭ ਤੋਂ ਵੱਡੀ ਸਮੱਸਿਆ। ਗਰੀਬੀ ਦੇ ਕਾਰਨ ਜਿਹੜੇ ਉਦਯੋਗ ਆ, ਚਲੋ ਜੇਕਰ ਸਮਾਨ ਉਹ ਬਣਾਉਂਦੇ ਵੀ ਆ ਤਾਂ ਜੇ ਸਮਾਨ ਮੰਨ ਲਓ ਕੋਈ ਚੀਜ਼ ਮਹਿੰਗੀ ਬਣਦੀ ਆ ਤਾਂ ਲੋਕ ਖਰੀਦ ਨਹੀਂ ਪਾਉਂਦੇ, ਜੇ ਖਰੀਦ ਨਹੀਂ ਪਾਉਂਦੇ ਤਾਂ ਉਹ ਸਮਾਨ ਵਿਕਦਾ ਨਹੀਂ, ਉਹ ਬਾਜ਼ਾਰ 'ਚ ਹੀ ਪਿਆ ਰਹਿੰਦਾ ਆ। ਤਾਂ ਇਸ ਤਰ੍ਹਾਂ ਜਿਹੜੇ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋਣ ਦੇ ਕੰਢੇ ਆ ਪਹੁੰਚਦੀਆਂ ਆ। ਫਿਰ ਹੈਗਾ ਕੱਚਾ ਮਾਲ। ਕੱਚਾ ਮਾਲ ਕੀ ਆ? ਹੁਣ ਦੇਖੋ ਕਣਕ ਤੋਂ ਆਟਾ ਬਣਦਾ ਆ, ਟਮਾਟਰ ਦੇ ਉੱਤੋਂ ਟਮਾਟਰ ਪਿਊਰੀ ਜਾਂ ਜੂਸ ਬਣਦਾ ਆ, ਠੀਕ ਹੈ। ਆਹ ਕੁਛ ਪ੍ਰੋਡਕਟ ਹੈਗੀ ਹੈ, ਫੋਟੋ 'ਚ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਹੈਗਾ। ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਵੇਂ ਕੱਚਾ ਮਾਲ ਹੈ ਸਾਡੇ ਦੇਸ਼ 'ਚ ਘੱਟ ਆ। ਜੇ ਅਸੀਂ ਫੈਕਟਰੀ ਲਾ ਲਈ, ਸਾਨੂੰ ਸਮਾਨ ਹੀ ਨਹੀਂ ਮਿਲਿਆ ਸੀ ਅਤੇ ਅਸੀਂ ਕੀ ਬਣਾਵਾਂਗੇ? ਇਸੇ ਕਰਕੇ ਜਿਹੜਾ ਆ ਇਹ ਵੀ ਬਹੁਤ ਵੱਡੀ ਸਮੱਸਿਆ ਹੈਗੀ ਹੈ। ਫਿਰ ਵਿੱਤ ਸੰਬੰਧੀ ਸੰਗਠਨਾਂ ਦੀ ਘਾਟ, ਸ਼ਾਰਟੇਜ ਆਫ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਹੈ ਬਹੁਤ ਸਾਰੀਆਂ, ਵੈਸੇ ਬੈਂਕ ਵੀ ਹੈ, ਕਈ ਕੁਛ ਦਿੱਤਾ ਹੋਇਆ, ਪਰ ਇਹਨਾਂ ਦੇ ਪ੍ਰੋਸੀਜਰ ਬਹੁਤ ਲੰਮਾ ਆ, ਕਾਗਜ਼ੀ ਕਾਰਵਾਈ ਬਹੁਤ ਲੰਬੀ ਆ। ਆਮ ਤੌਰ 'ਤੇ ਕਿਸੇ ਤੋਂ ਜੇਕਰ ਅਸੀਂ ਪੈਸਾ ਲੈਣਾ ਹੋਵੇ ਤਾਂ ਉਹ ਲੈਣ ਨੂੰ ਬੜੇ ਦਿਨ ਲੱਗ ਜਾਂਦੇ ਆ, ਤਾਂ ਲੋਕ ਜਿਹੜੇ ਆ ਸੋਚਦਾਂ ਛੱਡ ਦਿੰਦੇ। ਫਿਰ ਟਰਾਂਸਪੋਰਟ ਵੀ ਜਿਹੜੀ ਘੱਟ ਹੈਗੀ ਆ, ਕਮਿਊਨੀਕੇਸ਼ਨ ਦੇ ਸਾਧਨ ਨੂੰ ਬੇਸ਼ੱਕ ਮੋਬਾਈਲ ਵਗੈਰਾ ਬਹੁਤ ਕੁਛ ਹੈਗਾ, ਫਿਰ ਵੀ ਜਿਹੜਾ ਆ ਅਜੇ ਅਸੀਂ ਉਨੀ ਤਰੱਕੀ ਨਹੀਂ ਕਰ ਪਾਏ ਹੈਗੇ। ਆਪਣਾ ਸਮਾਨ ਜੇਕਰ ਮੰਨ ਲਓ ਅਸੀਂ ਪੰਜਾਬ ਤੋਂ ਜੇਕਰ ਚੇਨਈ ਭੇਜਣਾ ਆ ਅਤੇ ਬਾਈ ਟ੍ਰੇਨ ਹੀ ਭੇਜਦੇ ਹਾਂ ਅਸੀਂ, ਜਾਂ ਸਾਡੇ ਕੋਲ ਤੇਜ਼ ਸਾਧਨ ਪਹੁੰਚਾਉਣ ਦਾ ਸਾਧਨ ਨਹੀਂ ਹੈਗਾ, ਤਾਂ ਬਹੁਤਾ ਸਾਰਾ ਸਮਾਨ ਸਾਡਾ ਇਸ ਤਰ੍ਹਾਂ ਵੇਸਟ ਵੀ ਹੋ ਜਾਂਦਾ ਆ। ਸੋ ਭਾਰਤ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਕੀ ਕਰ ਰਹੀ ਆ? ਹੁਣ ਆਪਾਂ ਦੇਖ ਲਿਆ ਵੀ ਕਿੰਨੀਆਂ ਕਮੀਆਂ ਹੈਗੀਆਂ, ਵੀ ਕਿਵੇਂ ਇਹ ਦੂਰ ਕੀਤਾ ਜਾ ਸਕਦਾ ਆ। ਤਾਂ ਇਹਨੂੰ ਤੇਜ਼ ਕਰਨ ਦੇ ਲਈ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਤਿਆਰ ਕੀਤੀਆਂ। ਸਭ ਤੋਂ ਪਹਿਲੀ ਗੱਲ ਤਾਂ ਹੈਗੀ 5 ਸਾਲਾ ਯੋਜਨਾਵਾਂ। 5 ਸਾਲਾ ਯੋਜਨਾ, 5 ਸਾਲ ਦੀ ਯੋਜਨਾ ਇੱਕ ਸਰਕਾਰ ਬਣਾਉਂਦੀ ਆ, ਹਰ ਵਾਰੀ 5 ਸਾਲਾਂ ਬਾਅਦ। 1951 ਵਿੱਚ ਸਭ ਤੋਂ ਪਹਿਲਾ ਪਲਾਨ ਬਣਿਆ ਸੀ ਜੋ ਦੇਸ਼ ਆਜ਼ਾਦ ਹੋਇਆ। ਉਸ ਤੋਂ ਬਾਅਦ 1951 ਤੋਂ ਲੈ ਕੇ ਹੁਣ ਤੱਕ ਆਹ 2017 ਤੱਕ ਦੀ ਡਿਟੇਲ ਹੈ, ਇਹਦੇ 12ਵਾਂ ਪਲਾਨ ਹੈਗਾ। ਅਤੇ ਇਸ ਦਾ ਮਤਲਬ ਹੈਗਾ ਵੀ 17 ਤੋਂ ਲੈ ਕੇ ਅੱਗੇ ਜਿਹੜਾ ਆਪਾਂ ਗੱਲ ਕਰਦੇ ਹਾਂ 17 ਤੋਂ 22 ਤੱਕ, ਇਹ ਇਸ ਵੇਲੇ ਸਾਡੇ ਦੇਸ਼ ਦੇ ਵਿੱਚ 13ਵਾਂ 5 ਸਾਲਾ ਪਲਾਨ ਚੱਲਦਾ ਪਿਆ ਹੈ। ਯਾਨੀ ਇਹਦੇ ਸਾਰੇ ਪਲਾਨ ਕੀਤਾ ਜਾਂਦਾ ਵੀ ਕਿਵੇਂ ਕਰਨਾ। 11ਵੇਂ ਪਲਾਨ ਦੇ ਵਿੱਚ ਕੁਛ ਜੋ ਉਹਨਾਂ ਨੇ ਟਾਰਗੇਟ ਦਿੱਤੇ ਸੀਗੇ ਜਾਂ ਅਚੀਵ ਕੀਤੇ ਉਹਦੀ ਡਿਟੇਲ ਹੈਗੀ ਆ। ਉਹਨਾਂ ਰੱਖਿਆ ਟਾਰਗੇਟ ਰੱਖਿਆ ਸੀਗਾ ਗਰੋਥ ਦਾ, ਵਿਕਾਸ ਦਾ 9% ਅਤੇ ਸਾਡਾ ਹੋਇਆ 8%, ਠੀਕ ਹੈ। ਫਿਰ ਸੀਗਾ ਵੀ ਤੇਜ਼ ਗਰੋਥ ਦੀ ਗੱਲ ਕੀਤੀ ਸੀਗੀ। ਫਿਰ ਸਰਵਿਸ ਸੈਕਟਰ ਜਿਹੜਾ ਸੀਗਾ, ਸੇਵਾਵਾਂ ਵਾਲਾ ਖੇਤਰ ਸੀ, ਉਹ 'ਚ 8.84% ਰੱਖਿਆ, ਟਾਰਗੇਟ ਰੱਖਿਆ ਗਿਆ ਸੀ। ਫਿਰ GDP ਜਿਹੜੀ ਖੇਤੀਬਾੜੀ ਦੀ ਸੀ ਉਹ 4% ਹਰ ਸਾਲ ਦੀ ਰੱਖੀ ਗਈ ਸੀ। ਫਿਰ ਲਿਟਰੇਸੀ ਰੇਟ ਮਤਲਬ ਕਿ ਪੜ੍ਹਨ ਵਾਸਤੇ ਜਿਹੜਾ ਸੀਗਾ ਉਹ 85% ਰੱਖਿਆ, ਵੀ 85% ਸਾਰੇ ਦੇਸ਼ ਦੇ ਲੋਕ ਜਿਹੜੇ ਆ ਉਹ ਪੜ੍ਹੇ ਲਿਖੇ ਹੋਣਗੇ, ਠੀਕ ਹੈ। ਇਸ ਤਰ੍ਹਾਂ ਕਰਕੇ ਆਹ ਜਿਹੜਾ ਵੇਜ ਸਕਿੱਲ ਸੀ, ਅਨਸਕਿੱਲਡ ਵਰਕਰਾਂ ਦਾ ਜਿਹੜਾ ਤਨਖਾਹ ਸੀ ਉਹਨੂੰ 20% ਵਧਾਉਣ ਦੀ ਗੱਲ ਕੀਤੀ ਗਈ ਸੀ। ਤਾਂ ਹੋਰ ਇਸ ਤਰ੍ਹਾਂ ਦੇ ਕਈ ਜਿਹੜੀਆਂ ਇਹ ਗੱਲਾਂ, ਇੱਕ ਨਾ ਟਾਰਗੇਟ ਰੱਖਿਆ ਜਾਂਦਾ, ਇੱਕ ਪਲਾਨ ਬਣਾ ਲਿਆ ਜਾਂਦਾ ਹੈ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਆਹ ਕੰਮ ਆਪਾਂ ਕਰਨੇ ਆ ਅਤੇ ਆਹ ਸਾਡਾ ਟਾਰਗੇਟ ਇਹ ਅਸੀਂ ਅਚੀਵ ਕਰਨੇ ਆ। ਹਰੇਕ 5 ਸਾਲ ਦੀ ਇੱਕ ਯੋਜਨਾ ਬਣਾਈ ਜਾਂਦੀ ਹੈ। ਉਹ ਪਿੱਛੇ ਤਾਂ ਹੀ ਤੁਹਾਨੂੰ ਮੈਂ ਲਿਸਟ ਦਿਖਾਈ ਸੀਗੀ ਕਿ ਆਹ 5 ਸਾਲਾ ਯੋਜਨਾ, ਆਹ ਦੇਖੋ ਪਲਾਨ ਜਿਹੜੇ ਸਾਰੇ ਬਣੇ ਹੋਏ ਆ। ਹੁਣ ਇਸ ਵੇਲੇ 13ਵੀਂ 5 ਸਾਲਾ ਯੋਜਨਾ ਚੱਲਦੀ ਪਈ ਆ। ਸੋ ਇਹ ਇੱਕ ਢੰਗ ਹੈਗਾ, ਕਿਉਂਕਿ ਸਾਡੇ ਅੱਗੇ ਜੇ ਕੋਈ ਟਾਰਗੇਟ ਹੋਊਗਾ ਤਾਂ ਅਸੀਂ ਉਹਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਨਾ। ਦੂਜੀ ਗੱਲ ਹੈਗੀ ਕਰਜ਼ੇ ਦੀ ਵੱਧ ਸਹੂਲਤਾਂ। ਤਾਂ ਸਰਕਾਰ ਨੇ ਜਿਹੜੇ ਬਹੁਤ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਆ। ਹੁਣ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਪਿੰਡਾਂ ਦੇ ਵਿੱਚ ਵੀ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ, ਪਿੰਡਾਂ ਵਿੱਚ ਕੋਆਪਰੇਟਿਵ ਬੈਂਕ ਖੋਲ੍ਹੇ ਗਏ ਹੈਗੇ ਆ, ਠੀਕ ਹੈ ਨਾ। ਅਤੇ ਹਰ ਕਸਬੇ ਦੇ ਵਿੱਚ ਵੱਧ ਤੋਂ ਵੱਧ ਬੈਂਕ ਹੈਗੇ, ਔਰ ਬਿਨਾਂ ਕੋਈ ਬਹੁਤੀ ਗਰੰਟੀ ਤੋਂ ਹੀ ਲੋਕਾਂ ਨੂੰ ਜਿਹੜਾ ਕਿ ਜਿੰਨਾ ਕੁ ਕਰਜ਼ਾ ਉਹ ਦੇ ਸਕਦੇ ਉਹਨਾਂ ਉਹ ਦਿੰਦੇ ਹੈਗੇ ਆ। ਫਿਰ ਆਵਾਜਾਈ ਦੇ ਸਾਧਨਾਂ ਦੇ ਵਿਕਾਸ, ਆ ਦੇਖੋ ਸਾਰੇ ਆਵਾਜਾਈ ਦੇ ਸਾਧਨ ਹੈਗੇ ਆ। ਸੜਕਾਂ ਬਹੁਤ ਵਧੀਆ ਬਣੀਆਂ, ਆਪਣੇ ਆਲੇ ਦੁਆਲੇ ਦੇਖ ਲਓ, ਤਕਰੀਬਨ ਸਾਰੀਆਂ ਸੜਕਾਂ ਵਧੀਆ ਬਣ ਗਈਆਂ, ਹਾਈਵੇ ਵਧੀਆ ਬਣ ਗਿਆ ਹੈਗਾ, ਮਾਲ ਗੱਡੀ ਟ੍ਰੇਨ ਦੀ ਸੁਵਿਧਾ ਹੈਗੀ ਆ, ਹਰ ਵੱਡੇ ਵੱਡੇ ਜਿਹੜੇ ਕੰਟੇਨਰ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਆ, ਇਹ ਸਹੂਲਤਾਂ ਸਰਕਾਰ ਤੁਹਾਨੂੰ ਪ੍ਰੋਵਾਈਡ ਕਰ ਰਹੀ। ਬਿਜਲੀ ਖੇਤਰ ਦਾ ਵਿਕਾਸ, ਪੌਣ ਚੱਕੀਆਂ ਲੱਗ ਰਹੀਆਂ, ਬਿਜਲੀ ਵਾਲਾ ਸੂਰਜੀ ਲੱਗ ਰਿਹਾ ਹੈਗਾ, ਪਾਣੀ ਵਾਲਾ ਚੱਲ ਰਿਹਾ ਹੈਗਾ, ਥਰਮਲ ਪਾਵਰ ਪਲਾਂਟ ਚੱਲਦੇ ਪਏ ਹੈਗੇ ਆ। ਅਤੇ ਇਹ ਸਾਰਾ ਜਿਹੜੀਆਂ ਸੁਵਿਧਾਵਾਂ ਸਰਕਾਰ ਦੇਣ ਦੀ ਕੋਸ਼ਿਸ਼ ਕਰਦੀ ਪਈ ਹੈ। ਹੋਰ ਵੀ ਕੁਛ ਹੈਗੇ ਆ, ਜਿਵੇਂ ਹੈਗਾ ਅਵਿਸ਼ਕਾਰ ਮਤਲਬ ਖੋਜ ਕਰਨੀ, ਨਵੀਆਂ ਖੋਜਾਂ ਹੋ ਰਹੀਆਂ। ਪਿਛਲੇ ਖੇਤਰਾਂ ਦਾ ਉਦਯੋਗੀਕਰਨ, ਇਹ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਆ।
ਹੁਣ ਕੁਛ ਖੇਤਰ ਜਿਹੜੇ ਬਹੁਤ ਵਿਕਸਿਤ ਹੋ ਗਏ ਆ ਜਿੱਥੇ ਉਦਯੋਗ ਲੱਗੇ ਆ, ਕਿਉਂਕਿ ਲੋਕੀ ਕੰਮ ਕਰਨ ਲੱਗ ਪਏ ਆ। ਜਦੋਂ ਮੰਨ ਲਓ ਇੱਕ ਬੰਦਾ ਜਾਂਦਾ ਹੈ, ਜਿਹੜਾ ਇੱਕ ਬੰਦਾ ਘਰੇ ਬੈਠਾ ਆ, ਉਹਨੂੰ ਕੋਈ ਕਮਾਈ ਨਹੀਂ ਹੈਗੀ, ਉਹ ਪੈਸਾ ਕਿੱਥੋਂ ਖਰਚੂਗਾ? ਇੱਕ ਬੰਦਾ ਜਿਹੜਾ ਫੈਕਟਰੀ ਜਾਂਦਾ, ਭਾਵੇਂ ਥੋੜ੍ਹੇ ਪੈਸੇ ਕਮਾਉਂਦਾ ਆ, ਜਦੋਂ ਪੈਸੇ ਕਮਾਉਂਦਾ ਉਹ ਕੋਲ ਪੈਸੇ ਹੁੰਦੇ, ਫਿਰ ਪੈਸੇ ਦੀ ਕੋਈ ਚੀਜ਼ ਲੈਂਦਾ ਆ, ਜਿਹੜੇ ਬੰਦੇ ਤੋਂ ਚੀਜ਼ ਲੈਂਦਾ ਉਹਦੀ ਵੀ ਕਮਾਈ ਹੁੰਦੀ, ਜਦੋਂ ਉਹਦੀ ਕਮਾਈ ਹੁੰਦੀ ਉਹ ਕੁਛ ਹੋਰ ਇਨਵੈਸਟ ਕਰਦਾ, ਨਿਵੇਸ਼ ਕਰਦਾ ਆ। ਇੱਦਾਂ ਕਰਕੇ ਉਹ ਸਰਕਲ ਜਿਹੜਾ ਵੱਧਦਾ ਜਾਂਦਾ, ਜਿਹੜਾ ਇਨਕਮ ਦਾ ਸਰਕਲ ਵੱਧਦਾ ਜਾਂਦਾ ਆ। ਤਾਂ ਖੇਤਰ ਦਾ ਵਿਕਾਸ ਹੁੰਦਾ ਆ, ਤਾਂ ਹੀ ਹੋਊਗਾ ਜੇਕਰ ਉੱਥੇ ਇੰਡਸਟਰੀ ਹੋਊਗੀ। ਬਿਮਾਰ ਉਦਯੋਗਿਕ ਇਕਾਈਆਂ ਮਤਲਬ ਕੁਛ ਸਰਕਾਰ ਨੇ ਨਾ ਕੁਛ ਉਦਯੋਗ ਬਣਾਏ ਹੋਏ ਆ, ਜਿਹੜੇ ਸਰਕਾਰੀ ਉਦਯੋਗ ਆ, ਉਹ ਬੇਸ਼ੱਕ ਬਿਮਾਰ ਦਾ ਮਤਲਬ ਉਹ ਘਾਟੇ 'ਚ ਚੱਲ ਰਹੇ ਆ। 125 ਕਾਟਨ ਮਿੱਲਾਂ ਸੀਗੀਆਂ ਪਿੱਛੇ, ਸਰਕਾਰ ਨੇ ਸਾਰੀਆਂ ਅਡੋਪਟ ਕੀਤੀਆਂ। ਕਾਟਨ ਟੈਕਸਟਾਈਲ ਉਹਨਾਂ ਨੇ ਇੱਕ ਇੰਸਟੀਟਿਊਸ਼ਨ ਬਣਾਇਆ, ਉਹਦੇ ਅੰਡਰ 125 ਮਿੱਲਾਂ ਨੂੰ ਕੀਤਾ। ਫਿਰ ਉਹਦੇ ਵਿੱਚ ਕਿਉਂਕਿ ਲੋਕ ਵੀ ਕੰਮ ਕਰਦੇ ਸੀ, ਹੌਲੀ ਹੌਲੀ ਉਹਨਾਂ ਦਾ ਸੁਧਾਰ ਕੀਤਾ, ਉਹਨਾਂ ਨੂੰ ਜਿਹੜਾ ਉੱਪਰ ਲੈ ਕੇ ਆਏ ਤਾਂ ਕਿ ਘਾਟਾ ਨਾ ਹੋਵੇ। ਕਿਉਂਕਿ ਜਦੋਂ ਕੋਈ ਫੈਕਟਰੀ ਲੱਗਦੀ ਆ, ਕੋਈ ਘਾਟੇ ਦੇ ਲਈ ਨਹੀਂ ਲੱਗਦੀ। ਸਰਕਾਰ ਜਿਹੜਾ ਕੰਮ ਕਰਦੀ ਆ ਉਹ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਰਦੀ। ਕਈ ਵਾਰੀ ਘਾਟੇ ਵਾਲੀਆਂ ਚੀਜ਼ਾਂ ਨੂੰ ਵੀ ਫਿਰ ਉਹ ਕੋਸ਼ਿਸ਼ ਕਰਦੀ ਇਹਨੂੰ ਸਹੀ ਕਰ ਸਕੇ। ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ, ਤਕਨੀਕ ਨਵੀਂ ਜਿਹੜੀ ਆ ਲਿਆਉਣ ਦੇ ਲਈ ਵਿਕਾਸ ਬੋਰਡ ਬਣਾਇਆ ਗਿਆ। ਨਵੀਂ ਉਦਯੋਗਿਕ ਨੀਤੀ, ਉਦਯੋਗਿਕ ਵਿਕਾਸ ਦੀ ਵੀ ਗੱਲ ਕੀਤੀ ਹੈ। ਸੋ ਬੱਚਿਓ, ਇਹ ਸਾਡਾ ਲੈਸਨ ਸੀਗਾ ਭਾਰਤ ਵਿੱਚ ਉਦਯੋਗਿਕ ਵਿਕਾਸ। ਅਤੇ ਮੇਨ ਜਿਹੜੀ ਆਪਾਂ ਵਿੱਚ ਗੱਲ ਕੀਤੀ ਹੈ ਇਹਦੇ ਵਿੱਚ ਵੀ ਕਿਵੇਂ ਸਾਨੂੰ ਕਿਉਂ ਲੋੜ ਹੈ ਸਾਨੂੰ ਉਦਯੋਗਿਕ ਵਿਕਾਸ ਦੀ ਤੇਜ਼ੀ ਨਾਲ। ਅਤੇ ਅਗਲੀ ਗੱਲ ਅਸੀਂ ਕੀਤੀ ਆ ਵੀ ਕੁਟੀਰ ਉਦਯੋਗ, ਲਘੂ ਉਦਯੋਗ ਅਤੇ ਵੱਡੇ ਉਦਯੋਗ, ਇਹਨਾਂ ਦੇ ਕੀ ਫਾਇਦੇ ਆ, ਇਹਨਾਂ ਦੀਆਂ ਕੀ ਸਮੱਸਿਆਵਾਂ ਆ, ਅਤੇ ਸਰਕਾਰ ਕੀ ਉਪਾਅ ਕਰਦੀ ਆ ਇਹਨਾਂ ਨੂੰ ਸਮੱਸਿਆਵਾਂ 'ਚੋਂ ਬਾਹਰ ਕੱਢਣ ਦੇ ਲਈ। ਔਰ ਸਾਡੇ ਦੇਸ਼ ਦੀ ਜਿਹੜੀ GDP ਦੇ ਵਿੱਚ ਇਹਦਾ ਬਹੁਤ ਜ਼ਿਆਦਾ ਪ੍ਰਤੀਸ਼ਤ, 27% ਦੇ ਲਾਗੇ, 30% ਦੇ ਲਾਗੇ ਜਿਹੜਾ ਇਹ GDP ਵਿੱਚ ਇਹ ਯੋਗਦਾਨ ਦੇ ਰਿਹਾ। ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਖੇਤੀ ਸੈਕਟਰ ਦੇ ਵਿੱਚ ਸਾਡੇ ਵੱਧ ਬੰਦੇ ਲੱਗੇ ਹੋਏ ਆ, ਕਮਾਈ ਘੱਟ ਹੋ ਰਹੀ ਆ। ਉਦਯੋਗਾਂ ਦੇ ਵਿੱਚ ਘੱਟ ਬੰਦੇ ਲੱਗੇ ਹੋਏ ਆ, ਕਮਾਈ ਵੱਧ ਹੋ ਰਹੀ ਹੈ। ਇਸ ਕਰਕੇ ਉਦਯੋਗਾਂ ਨੂੰ ਹੋਰ ਵਧਾਉਣ ਦੀ ਲੋੜ ਹੈ। ਸੋ ਬੱਚਿਓ, ਇਹ ਆਪਣਾ ਲੈਸਨ ਸੀ। ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਧੰਨਵਾਦ।